ਸਤਿ ਸ੍ਰੀ ਅਕਾਲ ਜੀ। ਹਮਦਰ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਇਮੀਗ੍ਰੇਸ਼ਨ ਮੈਟਰਸ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ ਹਾਜ਼ਰ ਹਾਂ ਜੀ ਲੈ ਕੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਜੋ ਤਾਜ਼ਾ ਅਪਡੇਟ ਹੈ। ਤੋ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਸਵਾਲ ਹੈ, ਕੋਈ ਪੀਆਰ ਦੇ ਸੰਬੰਧੀ ਜਾਂ ਕੋਈ ਵਿਜ਼ਟਰ ਵੀਜ਼ਾ ਤੇ ਆਇਆ, ਐਲਐਮਆਈ ਦੇ ਬਾਰੇ ਤੁਹਾਡੀ ਕੋਈ ਵੀ ਗੱਲਬਾਤ ਹੈ, ਤੋ ਅੱਜ ਦੇ ਪ੍ਰੋਗਰਾਮ ਵਿੱਚ ਤੁਸੀਂ ਲਾਈਵ ਪ੍ਰੋਗਰਾਮ 'ਚ ਕਾਲ ਕਰ ਸਕਦੇ ਹੋ ਹੇਠਲੇ ਲਿਖੇ ਨੰਬਰਸ ਦੇ ਉੱਤੇ। ਪ੍ਰੋਗਰਾਮ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਤੇ ਕੈਨੇਡੀਅਨ ਇਮੀਗ੍ਰੇਸ਼ਨ ਸੰਬੰਧੀ ਹੁਣ ਜੋ ਲੇਟੈਸਟ ਅਪਡੇਸ਼ਨ ਆਈ ਹੈ ਉਹਦੇ ਬਾਰੇ ਜਾਣਕਾਰੀ ਦੇਣ ਲਈ ਸਾਡੇ ਨਾਲ ਸਟੂਡੀਓ ਵਿੱਚ ਜੁੜ ਚੁੱਕੇ ਨੇ ਜੀ ਸੀਡਬਲਯੂਸੀ ਇਮੀਗ੍ਰੇਸ਼ਨ ਤੋਂ ਗੁਰਪ੍ਰੀਤ ਖਹਿਰਾ ਜੀ। ਉਹਨਾਂ ਨਾਲ ਗੱਲ ਕਰਦੇ ਹਾਂ। ਬਹੁਤ ਬਹੁਤ ਸਵਾਗਤ ਹੈ। ਬਹੁਤ ਸ਼ੁਕਰੀਆ ਤਰਨ ਅਤੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੈ ਸਰ? ਬਹੁਤ ਵਧੀਆ ਜੀ। ਇਮੀਗ੍ਰੇਸ਼ਨ ਦੀ ਗੱਲ ਕਰੀਏ ਆਪਾਂ, ਕੈਨੇਡੀਅਨ ਇਮੀਗ੍ਰੇਸ਼ਨ ਦੇ ਵਿੱਚ ਹੁਣ ਕੀ ਇਸ ਵਕਤ ਲੇਟੈਸਟ ਅਪਡੇਟਸ ਆ ਰਹੀਆਂ ਨੇ, ਕੀ ਨਵੀਆਂ ਤਬਦੀਲੀਆਂ ਆਈਆਂ? ਸਭ ਤੋਂ ਵੱਡੀ ਤਬਦੀਲੀ ਹੈਗੀ ਹੈ ਜੀ ਕਿ ਜਿਹੜੇ ਵਿਜ਼ਿਟਰਸ ਨੇ ਹੁਣ ਉਹਨੂੰ ਅਲਾਓ ਕਰਤਾ ਹੈ ਕਿ ਉਹ ਵਿਦਨ ਕੈਨੇਡਾ ਆਪਣੀ ਵਰਕ ਪਰਮਿਟ ਦੀ ਐਪਲੀਕੇਸ਼ਨ ਹੈ ਜਿਹੜੀ ਉਹ ਕਰ ਸਕਦੇ ਸੀਗੇ। ਆਪਾਂ ਨੂੰ ਪਤਾ ਹੈ ਕਿ ਪਹਿਲੋਂ ਸਮੇਂ ਦੇ ਵਿੱਚ ਜੇ ਕੋਈ ਵਿਜ਼ਿਟਰ ਆਇਆ ਹੁੰਦਾ ਸੀ ਉਹ ਵਿਦਨ ਕੈਨੇਡਾ ਆਪਣੀ ਵਰਕ ਪਰਮਿਟ ਦੀ ਐਪਲੀਕੇਸ਼ਨ ਨਹੀਂ ਕਰ ਸਕਦਾ ਸੀ। ਉਹਨੂੰ ਬਾਰਡਰ ਤੇ ਜਾ ਕੇ ਫਲੈਗ ਪੋਲ ਕਰਕੇ ਤੇ ਉੱਥੇ ਆਪਣਾ ਵਰਕ ਪਰਮਿਟ ਲੈਣਾ ਪੈਂਦਾ ਸੀਗਾ। ਪਰ ਹੁਣ 24 ਅਗਸਤ ਨੂੰ ਇੱਕ ਟੈਂਪਰੇਰੀ ਪਾਲਿਸੀ, ਪਬਲਿਕ ਪਾਲਿਸੀ ਬਣਾ ਕੇ ਇਹਨੂੰ 31 ਮਾਰਚ 2021 ਤੱਕ ਅਲਾਓ ਕਰਿਆ ਗਿਆ ਕਿ ਜਿਹੜੇ ਵੀ ਵਿਜ਼ਿਟਰ ਹੈਗੇ ਨੇ ਕੈਨੇਡਾ ਦੇ ਵਿੱਚੋਂ, ਜੇ ਉਹਨਾਂ ਕੋਲੇ ਉਹਨਾਂ ਦਾ ਇੰਪਲੋਇਰ ਉਹਨਾਂ ਨੂੰ ਜੌਬ ਆਫਰ ਦੇਣ ਨੂੰ ਤਿਆਰ ਹੈ ਤੇ ਉਹਨਾਂ ਕੋਲੇ ਐਲਐਮਆਈ ਐਗਜ਼ੈਂਪਟ ਹੈਗਾ ਤਾਂ ਉਹ ਆਪਣੀ ਵਿਦਨ ਕੈਨੇਡਾ ਵਰਕ ਪਰਮਿਟ ਐਪਲੀਕੇਸ਼ਨ ਕਰ ਸਕਦੇ ਨੇ। ਪਰ ਉਹਦੇ ਤੇ ਸਭ ਤੋਂ ਇੰਪੋਰਟੈਂਟ ਇਹ ਹੈਗਾ ਕਿ ਉਹ ਵਿਜ਼ਿਟਰ 24 ਅਗਸਤ ਤੋਂ ਪਹਿਲਾਂ ਇੱਥੇ ਆਇਆ ਹੋਵੇ। ਸੋ ਜੇ ਕੋਈ 24 ਅਗਸਤ ਤੋਂ ਬਾਅਦ ਆਇਆ ਹੋਊਗਾ ਉਹ ਐਲੀਜੀਬਲ ਨਹੀਂ ਹੋਊਗਾ। ਸੋ ਤੁਸੀਂ 24 ਅਗਸਤ ਤੋਂ ਪਹਿਲਾਂ ਇੱਥੇ ਹੋਣੇ ਚਾਹੀਦੇ ਹੋ। ਦੂਜਾ, ਤੁਹਾਡਾ ਸਟੇਟਸ ਹੈ ਜਿਹੜਾ ਉਹ ਵੀ 24 ਅਗਸਤ ਤੋਂ ਪਹਿਲਾਂ ਵੈਲਿਡ ਹੋਣਾ ਚਾਹੀਦਾ। ਇਹ ਨਹੀਂ ਹੈਗਾ ਤੁਹਾਡਾ ਸਟੇਟਸ ਐਕਸਪਾਇਰ ਹੋ ਗਿਆ ਫਿਰ ਵੀ ਤੁਸੀਂ ਇਹਦੇ 'ਚ ਐਲੀਜੀਬਲ ਨਹੀਂ ਹੋਵੋਗੇ। ਜੇ ਆਪਾਂ ਨੂੰ ਟੋਟੈਲਿਟੀ ਸੋਚੀਏ ਤਾਂ ਇਹ ਟੈਕਨੀਕਲੀ ਜਿਹੜੇ ਵਿਜ਼ਿਟਰ ਨੇ ਉਹਨਾਂ ਨੂੰ ਫਾਇਦਾ ਦੇਣ ਲਈ ਨਹੀਂ ਕੀਤਾ ਗਿਆ। ਤਾਂ ਇਹ ਮੈਜੋਰਿਟੀ ਜਿਹੜੇ ਕੈਨੇਡੀਅਨ ਇੰਪਲੋਇਰਸ ਨੇ ਜਿਨ੍ਹਾਂ ਨੂੰ ਬੰਦੇ ਨਹੀਂ ਲੱਭ ਰਹੇ ਕੰਮ ਕਰਨ ਨੂੰ, ਇਹ ਉਹਨਾਂ ਨੂੰ ਫਾਇਦਾ ਦੇਣ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ। ਆਪਾਂ ਨੂੰ ਪਤਾ ਹੈ ਕਿ ਬਹੁਤ ਸਾਰੇ ਇੰਪਲੋਈਜ਼ ਰਿਲੈਕਟੈਂਟ ਹੈਗੇ ਨੇ ਹਾਲੇ ਕੰਮ ਤੇ ਵਾਪਸ ਜਾਣ ਨੂੰ, ਕਿਉਂਕਿ ਹੁਣ CERB ਵੀ ਹੋਰ ਵਧਾ ਦਿੱਤਾ ਮਹੀਨਾ, ਤੇ ਇਹ ਤੋਂ ਬਾਅਦ ਇੰਪਲੋਇਮੈਂਟ ਇੰਸ਼ੋਰੈਂਸ ਬੈਨੀਫਿਟ ਵੀ ਹੋਰ ਵਧਾ ਦਿੱਤੇ ਨੇ। ਬਹੁਤ ਸਾਰੇ ਵਰਕਰ ਨੇ ਜਿਹੜੇ ਕੰਮ ਤੇ ਨਹੀਂ ਜਾ ਰਹੇ ਤੇ ਜਿਹੜੇ ਇੰਪਲੋਇਰਸ ਨੇ ਉਹਨਾਂ ਨੂੰ ਡਿਫਿਕਲਟੀ ਆ ਰਹੀ ਹੈ ਲੋਕਾਂ ਨੂੰ ਰਿਕਰੂਟ ਕਰਨ ਨੂੰ। ਤੇ ਦੂਜਾ, ਜਿਹੜੇ ਬਾਹਰ ਜਿਨ੍ਹਾਂ ਨੇ ਐਪਲੀਕੇਸ਼ਨ ਕੀਤੀ ਵੀ ਹੋਈ ਹੈ ਵਰਕ ਪਰਮਿਟ ਲਈ ਤੇ ਉੱਥੇ ਪ੍ਰੋਸੈਸਿੰਗ ਵੀ ਨਹੀਂ ਹੋ ਰਹੀ, ਸੋ ਉਹ ਵਰਕਰਸ ਵੀ ਨਹੀਂ ਆ ਰਹੇ। ਸੋ ਜੇ ਉਹ ਵਰਕਰਸ ਨਹੀਂ ਆ ਰਹੇ ਤਾਂ ਇੰਪਲੋਇਰਸ ਨੂੰ ਘਾਟ ਹੈ। ਇੱਕ ਸਮੇਂ ਇੱਕ ਵੇੜੇ ਕੈਨੇਡਾ ਦੇ ਵਿੱਚੋਂ ਕਰੀਬਨ 250,000 ਟੈਂਪਰੇਰੀ ਫੋਰਨ ਵਰਕਰਸ ਹੁੰਦੇ ਨੇ ਜੀ ਇੱਕ ਵੇਲੇ। ਸੋ ਉਹ ਜੇ ਹੁਣ ਨਵੇਂ ਨਹੀਂ ਆਏ ਤਾਂ ਫਿਰ ਉਨੀ ਉਹ ਪ੍ਰੋਬਲਮ ਹੈ ਜਿਹੜੀ ਉਹ ਵੱਧਦੀ ਜਾਊਗੀ। ਤੇ ਦੂਜੀ, ਜਿਹੜਾ ਜੇ ਉਹਨਾਂ ਕੋਲ ਸਕਿੱਲ ਸੈੱਟ ਹੈਗਾ ਤਾਂ ਉਹ ਕੈਨੇਡੀਅਨ ਇਕਨੋਮੀ 'ਚ ਕੰਟਰੀਬਿਊਟ ਕਰ ਸਕਦੇ ਨੇ, ਅਦਰਵਾਈਜ਼ ਉਹ ਇੱਥੇ ਬੈਠੇ। ਤੇ ਦੂਜਾ, ਉਹਨਾਂ ਲੋਕਾਂ ਨੂੰ ਫਾਇਦਾ ਮਿਲੂਗਾ ਜਿਹੜੇ ਪਹਿਲਾਂ ਵਰਕ ਪਰਮਿਟ ਤੇ ਸੀਗੇ, ਉਹ ਤੋਂ ਬਾਅਦ ਉਹਨਾਂ ਦਾ ਕੰਮ ਬੰਦ ਹੋ ਗਿਆ ਜਦੋਂ ਮਾਰਚ ਦੇ ਵਿੱਚੋਂ ਲੋਕਡਾਊਨ ਕੀਤਾ ਗਿਆ ਸੀਗਾ। ਤੇ ਉਸ ਤੋਂ ਬਾਅਦ ਉਹਨਾਂ ਨੂੰ ਵਾਪਸ ਆਪਣੇ ਦੇਸ਼ ਨਹੀਂ ਜਾ ਸਕੇ, ਫਲਾਈਟ ਨਹੀਂ ਚੱਲੀ ਤੇ ਉਹਨਾਂ ਨੂੰ ਵਿਜ਼ਿਟਰ ਪਰਮਿਟ ਤੇ ਆਉਣਾ ਪਿਆ। ਹੁਣ ਜੇ ਤੁਸੀਂ ਵਿਜ਼ਿਟਰ ਪਰਮਿਟ ਤੇ ਆ ਜਾਂਦੇ ਹੋ ਫਿਰ ਦੁਬਾਰੇ ਤੁਸੀਂ ਐਪਲੀਕੇਸ਼ਨ ਨਹੀਂ ਕਰ ਸਕਦੇ, ਉਹਨਾਂ ਨੂੰ ਵੀ ਫਾਇਦਾ ਮਿਲੂਗਾ ਤਾਂ ਕਿ ਉਹ ਕੰਮ ਤੇ ਵਾਪਸ ਜਿਹੜੇ ਚਲੇ ਜਾਣ ਜੀ। ਤੇ ਜਿਹੜਾ ਇਹ ਕੌਸ਼ਨ ਹੈਗਾ ਉਹ ਸਭ ਤੋਂ ਇੰਪੋਰਟੈਂਟ, ਇਹ ਤਾਂ ਖੁਸ਼ੀ ਵਾਲੀ ਗੱਲ ਹੈ ਨਾ ਕਿ ਵਿਜ਼ਿਟਰ ਹੈ ਹੁਣ ਆਪਦਾ ਵਰਕ ਪਰਮਿਟ ਲੈ ਸਕਦੇ ਨੇ, ਬਾਰਡਰ ਤੇ ਜਾਣ ਦੀ ਕੋਈ ਲੋੜ ਨਹੀਂ। ਉਹ ਚਾਹੇ ਪੇਪਰ ਚਾਹੇ ਆਨਲਾਈਨ ਐਪਲੀਕੇਸ਼ਨ ਆਪਦੀ ਕਰ ਸਕਦੇ ਆ ਤੇ ਉਹ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਜਿਹੜਾ ਮਿਲ ਚੁੱਕਾ। ਪਰ ਇਹ 'ਚ ਇੰਪੋਰਟੈਂਟ ਕੌਸ਼ਨ ਜਿਹੜਾ ਹੈਗਾ ਉਹ ਇਹ ਹੈਗਾ ਕਿ ਜਦੋਂ ਤੁਸੀਂ ਐਪਲੀਕੇਸ਼ਨ ਕਰੋਗੇ ਤੁਸੀਂ ਆਪਦਾ ਇੰਟੈਂਟ ਹੈ ਜਿਹੜਾ ਉਹ ਚੇਂਜ ਕਰ ਰਹੇ ਹੋ। ਇੰਟੈਂਟ, ਮਕਸਦ, ਮਨਸੂਬਾ ਕੈਨੇਡਾ ਆਉਣ ਦਾ ਬਦਲਾਅ ਕਰ ਰਹੇ ਹੋ। ਤੁਸੀਂ ਆਏ ਤਾਂ ਵਿਜ਼ਿਟਰ ਸੀਗੇ ਪਰ ਹੁਣ ਤੁਸੀਂ ਵਰਕਰ ਬਣਨ ਜਾ ਰਹੇ ਹੈਗੇ। ਜੇ ਤੁਹਾਡਾ ਕੇਸ ਰਿਫਿਊਜ਼ ਹੋ ਜਾਂਦਾ ਹੈ ਤਾਂ ਫਿਰ ਉਹ ਤੋਂ ਬਾਅਦ ਤੁਹਾਨੂੰ ਐਕਸਕਲੂਜਨ ਆਰਡਰ ਹੈ ਜਿਹੜਾ ਮਿਲਣਾ, ਮਤਲਬ ਦੇਸ਼ ਨਿਕਾਲੇ ਦਾ ਆਰਡਰ ਮਿਲਣਾ ਹੀ ਮਿਲਣਾ, ਕਿਉਂਕਿ ਤੁਸੀਂ ਇੰਟੈਂਟ ਚੇਂਜ ਕਰ ਲਿਆ ਆਪਦਾ। ਤੁਹਾਡਾ ਵਿਜ਼ਿਟਰ ਤਾਂ ਤੁਸੀਂ ਰਹੇ ਨਹੀਂ, ਤੁਸੀਂ ਤਾਂ ਕਿਹਾ ਮੈਂ ਵਰਕਰ ਹਾਂ, ਵਰਕਰ ਲਈ ਕੁਆਲੀਫਾਈ ਕਰਦੇ ਨਹੀਂ, ਤੁਸੀਂ ਇੱਥੇ ਰਹਿਣ ਦਾ ਤੁਹਾਡਾ ਕੋਈ ਮਕਸਦ ਬਣਦਾ ਨਹੀਂ। ਉਹਦੇ ਨਾਲ ਤੁਹਾਨੂੰ ਵਾਪਸ ਆਉਣਾ ਬਹੁਤ ਜ਼ਿਆਦਾ ਮੁਸ਼ਕਿਲ ਹੋਊ ਕਿਉਂਕਿ ਤੁਸੀਂ ਐਕਸਕਲੂਜਨ ਆਰਡਰ ਦੇ ਥੱਲੇ ਹੋਵੋਗੇ। ਐਕਸਕਲੂਜਨ ਆਰਡਰ ਦੀਆਂ ਗਾਹਾਂ ਰਿਕੁਆਇਰਮੈਂਟਸ ਨੇ ਕਿ 1 ਸਾਲ ਲਈ ਬੈਨ ਹੈ ਜਾਂ 2 ਸਾਲ ਲਈ ਬੈਨ ਹੈ, ਕਿੰਨਾ ਚਿਰ ਲੱਗਦਾ ਹੈ। ਉਹ ਤੋਂ ਬਾਅਦ ਜੇ ਉਹ ਡੀਪੋਰਟੇਸ਼ਨ ਆਰਡਰ ਹੋ ਜਾਂਦਾ ਹੈ ਫਿਰ ਤੁਹਾਨੂੰ ਬਿਨਾਂ ARC ਤੋਂ ਤੁਸੀਂ ਵਾਪਸ ਨਹੀਂ ਆ ਸਕੋਗੇ। ਸੋ ਇਹ ਸੋਚ ਕੇ ਕਿ ਹੁਣ ਵਿਜ਼ਿਟਰ ਨੂੰ ਅਲਾਓ ਕਰਤਾ 24 ਅਗਸਤ ਤੋਂ ਲੈ ਕੇ 31 ਮਾਰਚ ਦੇ ਵਿਚਾਲੇ ਕਿ ਉਹ ਆਪਦੀ ਐਪਲੀਕੇਸ਼ਨ ਕਰ ਸਕਣ ਤੇ ਉਹਨਾਂ ਨੂੰ ਵਰਕ ਪਰਮਿਟ ਮਿਲ ਜਾਏ। ਤੁਸੀਂ ਇਹੋ ਜਿਹੇ ਇੰਪਲੋਇਮੈਂਟ ਲਈ ਨਾ ਵਰਕ ਪਰਮਿਟ ਕਰੋ ਜਿਹਦੇ ਲਈ ਤੁਸੀਂ ਕੁਆਲੀਫਾਈ ਨਹੀਂ ਕਰਦੇ। ਹੁਣ ਫੋਰ ਐਗਜ਼ਾਮਪਲ ਕੋਈ ਇੰਡੀਵਿਜੂਅਲ ਕਹਿੰਦਾ ਹੈ ਕਿ ਮੈਨੂੰ ਰੈਸਟੋਰੈਂਟ ਦੇ ਵਿੱਚੋਂ ਸੁਪਰਵਾਈਜ਼ਰ ਦਾ LMIA ਮਿਲ ਰਿਹਾ ਹੈ ਤੇ ਮੈਂ ਉਹਦੇ ਲਈ ਐਪਲੀਕੇਸ਼ਨ ਕਰਦਾ। ਹਾਂਜੀ, LMIA ਤਾਂ ਇੰਪਲੋਇਰ ਨੂੰ ਮਿਲਿਆ ਨਾ ਕਿ ਉਹ ਫੋਰਨ ਨੈਸ਼ਨਲ ਨੂੰ ਹਾਇਰ ਕਰਦਾ।
ਤੁਸੀਂ ਸੈਕਸ਼ਨ 204 ਦੇ ਥੱਲੇ ਉਹਦੀਆਂ ਰਿਕੁਆਇਰਮੈਂਟ ਵੀ ਪੂਰੀਆਂ ਕਰਦੇ ਹੋਣੇ ਚਾਹੀਦੇ ਹੋ। ਹੁਣ ਜਿਹੜਾ ਰੈਸਟੋਰੈਂਟ ਸੁਪਰਵਾਈਜ਼ਰ ਹੈ ਉਹਦੀ ਸਰਟਨ ਪੜ੍ਹਾਈ ਹੋਊਗੀ, ਉਹਦੀ ਸਰਟਨ ਲੈਂਗੁਏਜ ਰਿਕੁਆਇਰਮੈਂਟ ਹੋਊਗੀ, ਉਹਦਾ ਸਰਟਨ ਐਕਸਪੀਰੀਅੰਸ ਹੋਊਗਾ। ਜੇ ਤੁਸੀਂ ਉਹ ਪੂਰਾ ਕਰਦੇ ਹੋ, ਹਾਂਜੀ, ਫਿਰ ਤੁਸੀਂ ਸੈਕਸ਼ਨ 204 ਦੀਆਂ ਰਿਕੁਆਇਰਮੈਂਟਸ ਪੂਰੀਆਂ ਕਰ ਸਕੋਗੇ। ਪਰ ਜੇ ਤੁਸੀਂ ਉਹਦੀਆਂ ਰਿਕੁਆਇਰਮੈਂਟਸ ਹੀ ਨਹੀਂ ਪੂਰੀਆਂ ਕਰਦੇ, ਫਿਰ ਤੁਸੀਂ ਤੁਹਾਡਾ ਜਿਹੜਾ ਕੇਸ ਆਫਿਸਰ ਨੇ ਰਿਫਿਊਜ਼ ਕਰ ਦੇਣਾ। ਜੇ ਉਹਨੇ ਰਿਫਿਊਜ਼ ਕਰਤਾ ਤਾਂ ਫਿਰ ਉਹਦੇ ਕੋਲ ਅਗਲਾ ਜਿਹੜਾ ਸਟੈਪ ਹੈ ਉਹ ਹੈਗਾ ਤੁਹਾਡੇ ਖਿਲਾਫ ਐਕਸਕਲੂਜਨ ਆਰਡਰ ਇਸ਼ੂ ਕਰਨਾ। ਜੇ ਤੁਹਾਡੇ ਖਿਲਾਫ ਐਕਸਕਲੂਜਨ ਆਰਡਰ ਇਸ਼ੂ ਹੋ ਗਿਆ ਫਿਰ ਤੁਹਾਨੂੰ ਦੇਸ਼ 'ਚੋਂ ਜਿਹੜਾ ਜਾਣਾ ਹੀ ਪੈਣਾ ਜੀ। ਪਰ ਜੇ ਤੁਹਾਡਾ ਕੇਸ ਰਿਫਿਊਜ਼ ਕਰਤਾ ਆਫਿਸਰ ਨੇ, ਤੁਹਾਨੂੰ ਉਹਦਾ ਜੁਡੀਸ਼ੀਅਲ ਰਿਵਿਊ ਹੈ ਜਿਹੜਾ ਉਹ ਜ਼ਰੂਰ ਕਰਨਾ ਚਾਹੀਦਾ, ਉਹਦੀ ਅਪੀਲ ਕਰਨੀ ਚਾਹੀਦੀ ਹੈ, ਕਿਉਂਕਿ ਆਫਿਸਰ ਦੇ ਦਿੱਤੇ ਹੋਏ ਸਾਰੇ ਫੈਸਲੇ ਤਾਂ ਸਹੀ ਨਹੀਂ ਹੁੰਦੇ ਜਿਨ੍ਹਾਂ 'ਚ। ਇਸ ਕਰਕੇ ਅਦਾਲਤ ਬਣੀ ਹੈਗੀ ਹੈ, ਕੋਰਟ ਬਣਿਆ ਕਿ ਜੇ ਉਹ ਫੈਸਲਾ ਕੋਈ ਦਿੰਦਾ ਹੈਗਾ ਤੇ ਉਹ ਰਿਵਿਊ ਕੀਤਾ ਜਾ ਸਕਦਾ, ਉਹ ਰਿਵਿਊਏਬਲ ਫੈਸਲਾ, ਜੱਜ ਉਹਦੇ ਤੇ ਫੈਸਲਾ ਕਰੇ। ਸੋ ਜੇ ਤੁਸੀਂ ਤੁਹਾਡਾ ਕੇਸ ਰਿਫਿਊਜ਼ ਹੋਇਆ, ਉਸ ਤੋਂ ਬਾਅਦ ਤੁਸੀਂ ਉਹਨੂੰ ਅਪੀਲ ਕੀਤੀ ਤੇ ਜੱਜ ਨੇ ਤੁਹਾਡੇ ਹੱਕ 'ਚ ਫੈਸਲਾ ਦਿੱਤਾ, ਤਾਂ ਉਹਦਾ ਐਕਸਕਲੂਜਨ ਆਰਡਰ ਦਾ ਕੋਈ ਮਤਲਬ ਨਹੀਂ ਰਹਿ ਜਾਂਦਾ। ਸੋ ਇਕੱਲਾ ਇਹ ਨਹੀਂ ਕਿ ਮੈਨੂੰ ਜੇ ਮੈਂ ਵਰਕ ਪਰਮਿਟ ਅਪਲਾਈ ਕਰਿਆ, ਮੇਰਾ ਕੇਸ ਰਿਫਿਊਜ਼ ਹੋ ਗਿਆ, ਮੈਂ ਉਹ ਤੋਂ ਬਾਅਦ ਕੋਈ ਚਾਰਾਜੋਈ ਕਾਨੂੰਨੀ ਚਾਰਾਜੋਈ ਨਹੀਂ ਕੀਤੀ ਤੇ ਫਿਰ ਉਹ ਸਾਰਾ ਮਾਮਲਾ ਤੁਹਾਡੇ ਖਿਲਾਫ ਹੈ ਜਿਹੜਾ ਉਹ ਭੁਗਤ ਸਕਦਾ ਹੈ। ਕਈ ਇਹੋ ਜਿਹੀਆਂ ਜੌਬਸ ਹੈਗੀਆਂ ਨੇ ਜਿਹਦੇ ਲਈ ਕੋਈ ਵੀ ਵਰਕ ਐਕਸਪੀਰੀਅੰਸ ਜਾਂ ਫਿਰ ਕੋਈ ਲੈਂਗੁਏਜ ਰਿਕੁਆਇਰਮੈਂਟ ਜਾਂ ਐਜੂਕੇਸ਼ਨ ਨਹੀਂ ਚਾਹੀਦੀ। ਜਿਵੇਂ ਫਾਰਮ ਵਰਕਰ ਹੈਗਾ, ਫਾਰਮ ਵਰਕਰ ਲਈ ਨਾ ਤਾਂ ਕੋਈ ਪੜ੍ਹਾਈ ਚਾਹੀਦੀ ਹੈ, ਨਾ ਕੋਈ ਲੈਂਗੁਏਜ ਰਿਕੁਆਇਰਮੈਂਟ ਹੈ, ਨਾ ਕੋਈ ਐਕਸਪੀਰੀਅੰਸ ਹੈ, ਕਿਉਂਕਿ ਉਹਦਾ ਮੈਨੂਅਲ ਕੰਮ ਹੈਗਾ। ਸੋ ਤੇ ਦੂਜੀ ਸ਼ਾਰਟੇਜ ਵੀ ਹੈਗੀ ਹੈ ਫਾਰਮ ਵਰਕਰਸ ਦੀ। ਸੋ ਮੋਸਟ ਇੰਪੋਰਟੈਂਟ ਹੈ ਕਿ ਇਹੋ ਜਿਹੇ ਜਿਹੜਾ ਤੁਹਾਡਾ ਵਰਕ ਹੈ ਉਹਦੇ ਲਈ ਅਪਲਾਈ ਕਰੋ ਜਿਹਦੇ ਨਾਲ ਤੁਸੀਂ ਕੁਆਲੀਫਾਈ ਕਰ ਸਕਦੇ ਹੋ। ਦੂਜਾ ਸਲਾਹ ਹੈ ਨਾ ਜਿਹੜੀ ਉਹ ਮਲਟੀਪਲ ਥਾਵਾਂ ਤੋਂ ਲੈਣੀ ਬਹੁਤ ਜ਼ਰੂਰੀ ਹੈ ਜੀ। ਸਭ ਤੋਂ ਪਹਿਲਾਂ ਹੈਗਾ ਕਿ ਜੇ ਤੁਹਾਨੂੰ ਇੱਕ ਇੰਡੀਵਿਜੂਅਲ ਸਲਾਹ ਦੇ ਰਿਹਾ ਤਾਂ ਤੁਸੀਂ ਜ਼ਰੂਰ ਸੈਕੰਡ ਓਪੀਨੀਅਨ ਸੀਕ ਕਰੋ। ਸੈਕੰਡ ਓਪੀਨੀਅਨ ਸੀਕ ਕਰਨ ਤੋਂ ਬਾਅਦ ਤੁਹਾਨੂੰ ਅੰਦਾਜ਼ਾ ਹੋ ਜਾਊਗਾ ਕਿ ਜੋ ਸਲਾਹ ਹੈ ਉਹ ਸਹੀ ਨਹੀਂ ਹੈਗੀ, ਤਾਂ ਤੀਜਾ ਓਪੀਨੀਅਨ ਵੀ ਸੀਕ ਕਰ ਸਕਦੇ ਹੋ। ਜਦ ਤੁਸੀਂ ਮਲਟੀਪਲ ਲੋਕਾਂ ਨਾਲ ਕੰਮ ਕਰੋਗੇ ਤੁਹਾਨੂੰ ਇੱਕ ਕੰਪੀਟੈਂਸ ਦਾ ਅੰਦਾਜ਼ਾ ਹੋ ਜਾਣਾ ਕਿ ਜਿਹੜੀ ਤੁਹਾਨੂੰ ਸਲਾਹ ਮਿਲ ਰਹੀ ਹੈ ਉਹ ਕੰਪੀਟੈਂਟ ਸਲਾਹ ਮਿਲ ਰਹੀ ਹੈ ਜਾਂ ਕੰਪੀਟੈਂਟ ਸਲਾਹ ਜਿਹੜੀ ਉਹ ਨਹੀਂ ਮਿਲ ਰਹੀ ਹੈਗੀ ਹੈ। ਫਿਰ ਉਸ ਤੋਂ ਬਾਅਦ ਆਪਦਾ ਫੈਸਲਾ ਕਰੋ ਕਿ ਤੁਸੀਂ ਕੀ ਕਰਨਾ ਚਾਹੁੰਦੇ ਹੋ। ਮੈਂ ਪਿਛਲੇ ਸਮੇਂ 'ਚ ਵੀ ਦੇਖਿਆ ਕਿ ਜਦੋਂ ਲੋਕ ਨੂੰ LMI ਮਿਲ ਜਾਂਦਾ, ਉਹ ਬਾਰਡਰ ਤੇ ਫਲੈਗ ਪੋਲ ਕਰਨ ਜਾਂਦੇ ਨੇ ਤੇ ਕਈ ਵਾਰ ਉਹਦਾ ਕੇਸ ਹੈ ਜਿਹੜਾ ਉਹ ਰਿਫਿਊਜ਼ ਕਰ ਦਿੱਤਾ ਜਾਂਦਾ। ਉਹ ਰਿਫਿਊਜ਼ਲ ਦਾ ਜਿਹੜਾ ਮੇਨ ਰੀਜ਼ਨ ਹੁੰਦਾ ਉਹ ਇਹੀ ਹੁੰਦਾ ਕਿ ਜੋ ਡਿਊਟੀਜ਼ ਰਿਸਪੌਂਸਿਬਿਲਿਟੀਜ਼ ਹੈਗੀਆਂ ਨੇ ਉਹ ਬੰਦਾ ਨਹੀਂ ਪਰਫਾਰਮ ਕਰ ਸਕਦਾ, ਕਿਉਂਕਿ ਕੋਈ ਕਾਨੂੰਨੀ ਆਧਾਰ ਤਾਂ ਹੋਣਾ ਚਾਹੀਦਾ ਨਾ ਰਿਫਿਊਜ਼ਲ ਦਾ। ਇਸ ਕਰਕੇ ਤਾਂ ਰਿਫਿਊਜ਼ ਨਹੀਂ ਕੀਤਾ ਜਾ ਸਕਦਾ ਕਿ ਬੰਦਾ ਪਸੰਦ ਨਹੀਂ, ਤਾਂ ਆਫਿਸਰ ਨੂੰ ਕੋਈ ਨਾ ਕੋਈ ਡਿਸੀਜਨ 'ਚ ਲਿਖਣਾ ਤਾਂ ਪਊਗਾ ਨਾ ਵੀ ਕਿਹਨਾਂ ਕਾਰਨਾਂ ਕਰਕੇ ਰਿਫਿਊਜ਼ ਕੀਤਾ। ਮੈਜੋਰਿਟੀ ਜਿਹੜੇ ਰੀਜ਼ਨ ਹੁੰਦੇ ਨੇ ਉਹ ਆਮ ਤੌਰ ਤੇ ਇਹੀ ਹੁੰਦੇ ਨੇ ਕਿ ਇੰਡੀਵਿਜੂਅਲ ਦੀ ਜਾਂ ਤਾਂ ਉਹ ਪੜ੍ਹਾਈ ਨਹੀਂ ਪੂਰੀ ਹੁੰਦੀ, ਜਾਂ ਉਹਦੇ ਕੋਲ ਇਨਫ ਐਕਸਪੀਰੀਅੰਸ ਨਹੀਂ ਹੁੰਦਾ, ਜਾਂ ਉਹਦੇ ਕੋਲ ਇਨਫ ਲੈਂਗੁਏਜ ਰਿਕੁਆਇਰਮੈਂਟ ਨੇ ਜਿਹੜੀਆਂ ਪੂਰੀਆਂ ਹੁੰਦੀਆਂ ਹੈਗੀਆਂ। ਤੇ ਦੂਜਾ ਜਿਹੜਾ ਜੇ ਤੁਹਾਡੇ ਕੋਲ ਕੋਈ ਵੀ ਐਕਸਪੀਰੀਅੰਸ ਨਹੀਂ, ਘੱਟ ਪੜ੍ਹਾਈ ਲਿਖਾਈ ਹੈ, ਤਾਂ ਵੀ ਤੁਹਾਡੇ ਕੋਲ ਓਪਰਚੁਨਿਟੀ ਹੈ ਕਿ ਤੁਸੀਂ ਫਾਰਮ ਵਰਕਰ ਦਾ ਜਿਹੜਾ ਵਰਕ ਪਰਮਿਟ ਲੈ ਸਕਦੇ ਹੋ। ਤੇ ਕਈ ਪ੍ਰੋਵਿੰਸਿਸ ਹੈਗੀਆਂ ਨੇ ਜਿੱਥੇ ਤੁਸੀਂ ਫਾਰਮ ਵਰਕਰ ਦਾ ਕੰਮ ਕਰਕੇ ਵੀ ਪਰਮਾਨੈਂਟ ਰੈਜ਼ੀਡੈਂਸ ਲੈ ਸਕਦੇ ਹੋ। ਜਿਵੇਂ ਗੁੱਡ ਐਗਜ਼ਾਮਪਲ ਪ੍ਰਿੰਸ ਐਡਵਰਡ ਆਈਲੈਂਡ ਹੈਗਾ। ਪ੍ਰਿੰਸ ਐਡਵਰਡ ਆਈਲੈਂਡ ਦੇ ਉੱਤੇ ਜੇ ਤੁਸੀਂ ਫਾਰਮ ਵਰਕਰ ਦਾ ਕੰਮ ਕਰਦੇ ਹੋ, 6 ਮਹੀਨੇ ਕੰਮ ਕਰਦੇ ਹੋ, ਤੁਹਾਡੀ ਘੱਟੋ ਘੱਟ ਪਰ ਗ੍ਰੇਡ 12 ਹੋਣੀ ਚਾਹੀਦੀ ਹੈ। ਜੇ ਬਿਲਕੁਲ ਪੜ੍ਹਾਈ ਨਹੀਂ ਹੈਗੀ ਫਿਰ ਤੁਸੀਂ ਕੁਆਲੀਫਾਈ ਪਰਮਾਨੈਂਟ ਰੈਜ਼ੀਡੈਂਸ ਲਈ ਨਹੀਂ ਕਰੋਗੇ। ਇਹਦੇ ਲਈ ਕੋਈ ਐਕਸਪੀਰੀਅੰਸ ਪਿੱਛੋਂ ਜ਼ਰੂਰਤ ਨਹੀਂ ਹੈਗੀ ਕਿ ਤੁਸੀਂ ਪਿੱਛੋਂ ਫਾਰਮਿੰਗ ਕਰਦੇ ਆਵੋ ਜਾਂ ਤੁਹਾਡੇ ਕੋਲ ਪਿੱਛੇ ਕੋਈ ਜ਼ਮੀਨ ਵਗੈਰਾ ਹੋਵੇ। ਕੋਈ ਜ਼ਰੂਰਤ ਨਹੀਂ ਹੈਗੀ ਜੀ, ਕਿਉਂਕਿ ਫਾਰਮ ਵਰਕਰ ਹੈ ਜਿਹੜਾ ਉਹ ਮੈਨੂਅਲ ਲੇਬਰ ਹੈ, ਤੁਹਾਨੂੰ ਫਾਰਮ ਟ੍ਰੇਨ ਕਰ ਸਕਦਾ, ਉਹਨੂੰ ਫਾਰਮ ਹੈਂਡ ਚਾਹੀਦਾ। ਸੋ ਫਾਰਮ ਹੈਂਡ ਦਾ ਮੇਨ ਜਿਹੜਾ ਕੰਮ ਹੈਗਾ ਉਹ ਟਿਲ ਕਰਨਾ ਲੈਂਡ ਨੂੰ, ਜਾਂ ਮੈਨੂਅਲੀ ਸਮਾਨ ਚੱਕ ਕੇ ਇੱਧਰ ਰੱਖਣਾ ਹੈ, ਕੋਈ ਫਸਲ ਵੱਢਣੀ ਹੈ, ਉਹ ਟ੍ਰੇਨ ਕੀਤਾ ਜਾ ਸਕਦਾ ਹੈਗਾ। ਸੋ ਜ਼ਰੂਰੀ ਨਹੀਂ ਕਿ ਤੁਹਾਡਾ ਉਹ 'ਚ ਕੋਈ ਐਕਸਪੀਰੀਅੰਸ ਹੋਵੇ ਤੁਸੀਂ ਤਾਂ ਹੀ ਕੁਆਲੀਫਾਈ, ਕਿ ਜੇ ਨਹੀਂ ਵੀ ਹੈ ਤਾਂ ਵੀ ਕੁਆਲੀਫਾਈ ਕਰ ਸਕਦੇ ਹੈਗੇ ਹੋ। ਤੇ ਇਹਦੇ ਨਾਲ ਜੇ ਗ੍ਰੇਡ 12 ਨਹੀਂ ਹੈਗੇ ਤੇ ਫਿਰ ਤੁਹਾਨੂੰ ਇਹ ਵਰਕ ਪਰਮਿਟ ਦਾ ਕੋਈ ਫਾਇਦਾ ਨਹੀਂ ਹੋਊਗਾ, ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸ ਨਹੀਂ ਮਿਲੂਗੀ। ਹਾਂ, ਜੇ ਇਹ ਫਾਇਦਾ ਹੋ ਜੂ ਕਿ ਤੁਸੀਂ ਕੰਮ ਕਰ ਸਕਦੇ ਹੋ, ਪੈਸੇ ਕਮਾ ਸਕਦੇ ਹੋ, ਪਰ ਜੇ ਪਰਮਾਨੈਂਟ ਰੈਜ਼ੀਡੈਂਸ ਨਹੀਂ ਹੋਊਗੀ ਤਾਂ ਉਹ ਤੁਹਾਨੂੰ ਫਾਇਦਾ ਜ਼ਰੂਰ ਨਹੀਂ ਮਿਲੂਗਾ। ਇਹਦੇ ਨਾਲ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚੋਂ ਜੇ ਫਾਰਮ ਵਰਕਰ ਦਾ ਤੁਸੀਂ ਤੁਹਾਨੂੰ ਵਰਕ ਪਰਮਿਟ ਮਿਲ ਜਾਂਦਾ ਹੈ, 4 ਬੈਂਡ ਹੀ ਰਿਕੁਆਇਰਮੈਂਟ ਹੈ, ਸਿਰਫ 4 ਬੈਂਡਸ, 12 ਜਮਾਤ ਪੜ੍ਹੇ ਹੋਣੇ ਚਾਹੀਦੇ ਹੋ, 6 ਮਹੀਨੇ ਕੰਮ ਕੀਤੇ ਹੋਣੇ ਚਾਹੀਦੇ ਹੋ, ਤੇ ਤੁਹਾਨੂੰ ਨੋਮੀਨੇਸ਼ਨ ਹੈ ਜਿਹੜੀ ਉਹ ਮਿਲ ਜੂਗੀ। ਤੇ ਦੂਜਾ ਉਹਦੇ ਸਿੱਧੇ 600 ਪੁਆਇੰਟ ਤੁਹਾਨੂੰ ਮਿਲਦੇ ਹੈਗੇ। ਸੋ ਦੂਜੇ ਜਿਹੜਾ ਸਕੋਰ ਹੈ ਆਮ ਤੌਰ ਤੇ 700 ਦੇ ਨੇੜੇ ਤੇੜੇ ਰਹਿੰਦਾ ਹੈਗਾ ਜੀ। ਸੋ ਜੇ ਤੁਹਾਨੂੰ ਸਿੱਧੇ 600 ਪੁਆਇੰਟ ਇਹ ਮਿਲ ਗਏ ਤੇ ਬਾਕੀ ਨਾ ਤੁਸੀਂ ਛੇਤੀ ਇਮੀਗ੍ਰੇਸ਼ਨ ਲਈ ਵੀ ਕੁਆਲੀਫਾਈ ਕਰ ਸਕਦੇ ਹੋ। ਪਰ ਮੋਸਟ ਇੰਪੋਰਟੈਂਟ ਹੈਗਾ ਕਿ ਤੁਹਾਨੂੰ ਇੰਟੈਂਟ ਹੈ ਜਿਹੜਾ ਮਕਸਦ ਮਨਸੂਬਾ ਆਪਦਾ ਸ਼ੋਅ ਕਰਨਾ ਪੈਣਾ ਹੈ ਕਿ ਤੁਸੀਂ ਉਸ ਪ੍ਰੋਵਿੰਸ ਦੇ ਵਿੱਚੋਂ
ਤੁਸੀਂ ਕੰਮ ਕਰਨਾ ਤੇ ਰਿਜ਼ਾਈਡ ਕਰਨਾ ਚਾਹੁੰਦੇ ਹੋ। ਕੱਲਾ ਇਹ ਨਹੀਂ ਕਿ ਮੈਂ ਉੱਥੇ ਨੌਕਰੀ ਕਰੀ ਤੇ ਮੇਰੇ ਕੋਲ ਵਰਕ ਪਰਮਿਟ ਹੈ ਤੇ ਮੈਨੂੰ ਨੋਮੀਨੇਸ਼ਨ ਮਿਲੂ, ਇਹ ਬਿਲਕੁਲ ਨਹੀਂ ਹੈਗਾ। ਨੋਮੀਨੇਸ਼ਨ ਦੀਆਂ ਫਰਦਰ ਰਿਕੁਆਇਰਮੈਂਟਸ ਵੀ ਨੇ ਜਿਹੜੀਆਂ ਉਹ ਹੈਗੀਆਂ ਨੇ। ਤੇ ਵਰਕ ਪਰਮਿਟ ਦੇ ਉੱਤੇ ਕਮਿੰਗ ਬੈਕ ਟੂ ਜਦ ਆਪਾਂ ਗੱਲ ਕਰ ਰਹੇ ਸੀ, ਸੋ ਜਿਹੜਾ ਸਟੈਚੂਟਰੀ ਰਿਕੁਆਇਰਮੈਂਟ ਹੈਗਾ, ਐਡਮਿਸਿਬਿਲਿਟੀ ਦੀਆਂ ਰਿਕੁਆਇਰਮੈਂਟਸ ਨੇ, ਚਾਹੇ ਉਹ ਕ੍ਰਿਮੀਨੈਲਿਟੀ ਹੈ, ਚਾਹੇ ਉਹ ਮੈਡੀਕਲ ਹੈ, ਉਹ ਵੀ ਤੁਸੀਂ ਪੂਰੀਆਂ ਕਰਨੀਆਂ ਹੋਣੀ ਚਾਹੀਦੀਆਂ। ਤਾਂ ਉਹਦੇ ਲਈ ਇੱਕ ਹੋਰ ਐਗਜ਼ੈਂਪਸ਼ਨ ਜਿਹੜਾ ਦਿੱਤਾ ਗਿਆ, ਉਹ ਇਹ ਦਿੱਤਾ ਗਿਆ ਕਿ ਜੇ ਤੁਸੀਂ ਆਲਰੇਡੀ ਵਰਕ ਪਰਮਿਟ ਤੇ ਸੀ ਤੇ ਪਰ ਤੁਸੀਂ ਨਵੇਂ EMPLOYER ਨਾਲ ਕੰਮ ਕਰਨਾ ਚਾਹੁੰਦੇ ਹੋ ਤੇ ਉਹਦੇ ਕੋਲ LMI ਹੈਗਾ ਤੇ ਤੁਸੀਂ ਆਪਣੀ ਐਪਲੀਕੇਸ਼ਨ ਕਰ ਸਕਦੇ ਹੋ। ਤੇ ਤੁਸੀਂ ਇੱਕ ਹੋਰ ਅਰਜ਼ੀ ਉਹਦੇ ਨਾਲ ਕਰਨੀ ਹੈ ਜਿਹੜਾ ਤੁਹਾਨੂੰ ਟ੍ਰਾਂਜੀਸ਼ਨ ਜਦ ਤੱਕ ਉਹ, ਕਿਉਂਕਿ ਅਰਜ਼ੀ ਦੇ ਫੈਸਲਾ ਹੋਣ ਨੂੰ ਅੱਜ ਕੱਲ੍ਹ 5-6 ਮਹੀਨੇ ਲੱਗ ਰਹੇ ਆ, ਤੇ ਉਹਦੇ ਚ ਤੁਹਾਨੂੰ 10 ਦਿਨਾਂ ਦੇ ਵਿੱਚ ਅਪਰੂਵਲ ਆ ਜਾਊਗਾ, ਤੁਸੀਂ ਨਵੇਂ EMPLOYER ਨਾਲ ਕੰਮ ਕਰਨ ਜਾ ਸਕਦੇ ਹੈਗੇ। ਪਰ ਇਹ ਸਿਰਫ ਉਹਨਾਂ ਲੋਕਾਂ ਲਈ ਹੈ ਜਿਹੜੇ ਆਲਰੇਡੀ ਵਰਕ ਪਰਮਿਟ ਤੇ ਨੇ। ਸੋ ਜੇ ਵਿਜ਼ਿਟਰ ਤੋਂ ਜਾ ਰਹੇ ਹੋ ਤਾਂ ਹਾਂਜੀ ਤੁਹਾਨੂੰ ਇੰਤਜ਼ਾਰ ਹੈ ਜਿਹੜਾ ਉਹ ਕਰਨਾ ਪੈਣਾ ਹੈਗਾ। ਤੇ ਦੂਜਾ ਜਿਹੜੀ ਇਹਨੂੰ ਪ੍ਰਾਇੋਰਟੀ ਪ੍ਰੋਸੈਸਿੰਗ ਦੇ ਵਿੱਚੋਂ ਰੱਖਿਆ ਹੈਗਾ, ਸੋ ਇਹ ਛੇਤੀ ਫੈਸਲੇ ਆਉਣਗੇ ਕਿਉਂਕਿ ਕੰਮ ਦੀ ਜ਼ਰੂਰਤ ਅੱਜ ਹੈ ਨਾ। ਸੋ ਜੇ ਸਿਆਲ ਆ ਗਿਆ ਤਾਂ ਕੰਮ ਦੀ ਜ਼ਰੂਰਤ ਹੀ ਨਾ ਰਹੀ, ਵਿੰਟਰ ਆ ਗਿਆ ਤਾਂ ਫਿਰ ਤਾਂ ਉਹਦਾ ਕੋਈ ਮਕਸਦ ਮਨਸੂਬਾ ਨਹੀਂ ਰਹਿੰਦਾ ਕਰਨਾ ਉਹ ਤੋਂ ਬਾਅਦ। ਬਿਲਕੁਲ ਜੀ, ਮੈਂ ਇਹ ਜ਼ਰੂਰ ਪੁੱਛਣਾ ਚਾਹੂੰਗੀ ਜਿਹੜੇ ਵਿਜ਼ਟਰ ਵੀਜ਼ੇ ਤੇ ਇੱਥੇ ਆਏ ਸੀ ਉਹਨਾਂ ਦਾ ਇਸ ਵਕਤ ਸਟੇਟਸ ਐਕਸਪਾਇਰ ਹੋਣ ਵਾਲਾ ਵਾ, ਕਿ ਉਹ ਦੁਬਾਰਾ ਆਪਣਾ ਵਿਜ਼ਟਰ ਵੀਜ਼ਾ ਜਿਨ੍ਹਾਂ ਨੇ ਜਾਂ ਫਿਰ ਰਿਨਿਊ ਕਰਵਾਉਣ ਨਹੀਂ ਦਿੱਤਾ, ਉਹ ਇਸ ਨੂੰ ਵਿਜ਼ਟਰ ਵੀਜ਼ਾ ਦੁਬਾਰਾ ਰਿਨਿਊ ਕਰਾਉਣ ਦੀ ਜਗ੍ਹਾ ਇਹਨੂੰ ਸਿੱਧਾ ਹੀ LMI ਲਈ ਪਾ ਸਕਦੇ ਨੇ? ਇਹਦੇ ਬਾਰੇ ਜੀ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਸਾਡੇ ਨਾਲ ਜੁੜ ਗਏ ਨੇ, ਸ਼ਾਇਦ ਸਾਡਾ ਫੋਨ ਡਿਸਕਨੈਕਟ ਹੋ ਗਿਆ, ਅਸੀਂ ਚਾਹਾਂਗੇ ਤੁਸੀਂ ਦੁਬਾਰਾ ਕਾਲ ਕਰ ਸਕਦੇ ਹੋ। ਸਰ ਉਹ ਦੁਬਾਰਾ ਮਤਲਬ ਕਿ ਉਹਦੇ ਲਈ ਵਿਜ਼ਟਰ ਵੀਜ਼ਾ ਅਪਲਾਈ ਕਰਨ ਦੀ ਜਗ੍ਹਾ ਜੇ ਸਿੱਧਾ LMI ਪਾ ਸਕਦੇ ਨੇ ਆਪਦੀ? ਬਿਲਕੁਲ ਤਰਨ, ਜਿਹੜਾ ਤੁਸੀਂ ਜੇ ਸਟੇਟਸ ਚੇਂਜ ਕਰ ਲਿਆ, ਤੁਸੀਂ ਆਪਣੀ ਐਪਲੀਕੇਸ਼ਨ ਫਾਈਲ ਕੀਤੀ, ਸੋ ਮੰਨ ਲਓ ਕਿਸੇ ਦਾ ਕੱਲ ਨੂੰ 26 ਸਤੰਬਰ ਨੂੰ 26 ਅਗਸਤ ਨੂੰ ਖਤਮ ਹੋ ਰਿਹਾ, ਸੋ ਜੇ ਅੱਜ ਐਪਲੀਕੇਸ਼ਨ ਕਰ ਦਿੰਦਾ LMI ਹੈਗਾ, ਅੱਜ ਉਹ ਵਰਕ ਪਰਮਿਟ ਦੀ ਐਪਲੀਕੇਸ਼ਨ ਕਰ ਦਿੰਦਾ ਹੈ ਤਾਂ ਉਹਨੂੰ ਹੋਰ ਕੋਈ ਐਪਲੀਕੇਸ਼ਨ ਕਰਨ ਦੀ ਜ਼ਰੂਰਤ ਨਹੀਂ ਹੈਗੀ, ਬਿਲਕੁਲ ਨਹੀਂ। ਤੇ ਜੇ ਉਹਦਾ ਸਟੇਟਸ ਹੈ ਜਿਹੜਾ ਉਹ ਆਲਰੇਡੀ ਐਕਸਪਾਇਰ ਹੋ ਚੁੱਕਿਆ ਤੇ ਉਹਨੇ ਐਪਲੀਕੇਸ਼ਨ ਕੀਤੀ ਹੋਈ ਹੈ ਤਾਂ ਵੀ ਉਹ ਨਹੀਂ ਕਰ ਸਕਦਾ ਜਦ ਤੱਕ ਉਹ ਤੇ ਫੈਸਲਾ ਨਹੀਂ ਆਉਂਦਾ, ਕਿਉਂਕਿ ਇਹਦੇ ਲਈ ਰਿਕੁਆਇਰਮੈਂਟ ਹੈਗੀ ਹੈ ਕਿ ਤੁਹਾਡਾ ਸਟੇਟਸ ਵੈਲਿਡ ਹੋਣਾ ਜ਼ਰੂਰੀ ਹੈ। ਜੀ ਬਿਲਕੁਲ, ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਨਵਦੀਪ ਬੋਲ ਰਹੀ ਹਾਂ ਆਟੋਵਾ ਤੋਂ। ਨਵਦੀਪ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ, ਕੀ ਸਵਾਲ ਹੈ? ਐਕਚੁਅਲੀ ਮੈਮ ਮੈਂ ਇਹ ਪੁੱਛਣਾ ਚਾਹੁੰਦੀ ਹਾਂ ਕਿ ਹੁਣ ਇਸ ਟਾਈਮ ਅਗਰ ਪੇਰੈਂਟਸ ਲਈ ਵਿਜ਼ਟਰ ਵੀਜ਼ਾ ਅਪਲਾਈ ਕਰਦੇ ਕਿ ਉਸ ਦਾ ਸਹੀ ਟਾਈਮ ਹੈ? ਪੇਰੈਂਟਸ ਲਈ ਵਿਜ਼ਟਰ ਵੀਜ਼ਾ ਲਈ ਤੁਸੀਂ ਪੁੱਛਣਾ ਚਾਹੁੰਦੇ ਹੋ ਕਿ ਇਹ ਐਗਜ਼ੈਕਟ ਟਾਈਮ ਹੈ? ਸਰ ਕੁਝ ਪੁੱਛਣਾ ਚਾਹੋਗੇ ਜਾਂ ਆਪਾਂ ਨਹੀਂ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ ਸਰ। ਹਾਂਜੀ ਬਿਲਕੁਲ, ਤੁਸੀਂ ਕਦੇ ਵੀ ਅਪਲਾਈ ਹੈ ਜਿਹੜਾ ਉਹ ਕਰ ਸਕਦੇ ਹੋ ਤੇ ਜੇ ਉਹਨਾਂ ਨੂੰ ਬਾਇਓਮੈਟ੍ਰਿਕਸ ਹੋਈਆਂ ਨੇ ਤੇ ਫਿਰ ਤਾਂ ਉਹਨਾਂ ਨੂੰ ਮਿਲ ਜੂਗਾ। ਜੇ ਬਾਇਓਮੈਟ੍ਰਿਕਸ ਨਹੀਂ ਹੋਏ ਤਾਂ ਜਦ ਤੱਕ ਵੀਜ਼ਾ ਐਪਲੀਕੇਸ਼ਨ ਸੈਂਟਰ ਨਹੀਂ ਖੁੱਲੂਗੇ ਉਦੋਂ ਤੱਕ ਉਹਨਾਂ ਦੀ ਅਰਜ਼ੀ ਹੈ ਜਿਹੜੀ ਉਹ ਪ੍ਰੋਸੈਸ ਨਹੀਂ ਹੋਊਗੀ। ਸੋ ਜੇ ਆਲਰੇਡੀ ਬਾਇਓਮੈਟ੍ਰਿਕਸ ਹੋਏ ਸੀਗੇ ਪਹਿਲਾਂ ਕਦੇ ਤੇ ਤੁਸੀਂ ਵਿਜ਼ਟਰ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ, ਉਹਨੂੰ ਮਿਲ ਵੀ ਸਕਦਾ ਹੈ, ਉਹ ਆ ਵੀ ਸਕਦੇ ਨੇ ਕਿਉਂਕਿ ਪੇਰੈਂਟਸ ਨੇ ਜਿਹੜੇ ਉਹ ਐਗਜ਼ੈਂਪਸ਼ਨ ਤੋਂ ਬਾਹਰ ਨੇ। ਜੀ ਬਿਲਕੁਲ, ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕਿੱਥੋਂ ਬੋਲ ਰਹੇ ਹੋ ਮੈਮ? ਹਾਂਜੀ, ਅਸੀਂ ਅਮਰੀਕਾ ਤੋਂ ਬੋਲਦੇ। ਮੈਂ ਆਪਣੀ ਬੇਟੀ ਦਾ ਜਿੱਦਾਂ ਕੈਨੇਡਾ ਤੋਂ ਅਪਲਾਈ ਕੀਤਾ ਹੈ, ਜਿੱਦਾਂ ਕੈਨੇਡਾ ਤੋਂ ਸਿਟੀਜ਼ਨ। ਹਾਂਜੀ, ਤੇ ਉਹਦੇ ਸਾਰਾ ਕੁਝ ਡਨ ਹੋਏ ਆ, ਜਿੱਦਾਂ ਡਾਕਟਰੀ ਵੀ ਤੇ ਆਪਣਾ ਫਿੰਗਰਾਂ ਵੀ ਵਗੈਰਾ ਹੋਏ ਆ। ਹਾਂਜੀ, ਹੁਣ ਕਦੋਂ ਉਹਦਾ ਬਣੇਗਾ? ਸਰ ਆਪਾਂ US ਮੈਮ ਉਹਨਾਂ ਦਾ ਤੁਸੀਂ US ਦੇ ਬਾਰੇ ਵਿੱਚ ਪੁੱਛ ਰਹੇ ਹੋ ਜਾਂ ਕੈਨੇਡਾ ਦੇ ਬਾਰੇ ਪੁੱਛ ਰਹੇ ਹੋ? ਕੈਨੇਡਾ ਬਾਰੇ। ਕੈਨੇਡਾ 'ਚ ਕੀ ਐਪਲੀਕੇਸ਼ਨ ਹੈ ਜੀ ਉਹਦੀ? ਐਪਲੀਕੇਸ਼ਨ ਸਿਟੀਜ਼ਨ ਨਾਲ, ਜਿੱਦਾਂ ਮੈਰਿਜ ਸਪਾਊਸ ਦੀ ਹੈ ਸਰ, ਸਪਾਊਸ ਵੀਜ਼ਾ। ਤੁਹਾਡੀ ਡਾਟਰ ਕੈਨੇਡਾ ਦੇ ਵਿੱਚ ਰਹਿੰਦੀ ਹੈ ਜੀ? ਨਹੀਂ, ਇੰਡੀਆ ਆ। ਤੁਹਾਡੀ ਡਾਟਰ ਇੰਡੀਆ 'ਚ ਰਹਿੰਦੀ ਹੈ, ਉਹਦਾ ਹਸਬੈਂਡ ਕੈਨੇਡਾ ਦੇ ਵਿੱਚ ਹੈਗਾ? ਹਾਂਜੀ। ਸੋ ਹਸਬੈਂਡ ਨੇ ਵਾਈਫ ਲਈ ਐਪਲੀਕੇਸ਼ਨ ਕੀਤੀ ਹੋਈ ਹੈ? ਹਾਂਜੀ। ਕਦੋਂ ਐਪਲੀਕੇਸ਼ਨ ਕੀਤੀ ਸੀ ਜੀ? ਜੁਲਾਈ। ਕਿਹੜਾ ਜੁਲਾਈ? 2019 ਦੇ ਵਿੱਚੋਂ? ਹਾਂਜੀ ਜ਼ਰੂਰ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਸਾਨੂੰ ਦਰਸ਼ਕ ਲਗਾਤਾਰ ਕਾਲ ਕਰ ਰਹੇ ਨੇ ਸਰ, ਪਹਿਲਾਂ ਇਹਨਾਂ ਦੀ ਸਵਾਲ ਦਾ ਜਵਾਬ ਦੇ ਦਿਓ। ਜੀ ਬਿਲਕੁਲ, ਕਿਉਂਕਿ ਉਹ ਜੁਲਾਈ 19 ਚ ਐਪਲੀਕੇਸ਼ਨ ਕੀਤੀ, ਉਹਨਾਂ ਨੇ ਕਿਹਾ ਕਿ ਉਹਦਾ ਮੈਡੀਕਲ ਹੋ ਗਿਆ, ਬਾਇਓਮੈਟ੍ਰਿਕਸ ਹੋ ਗਏ, ਤਾਂ ਉਹਨੂੰ ਹਾਲੇ ਵੀਜ਼ਾ ਨਹੀਂ ਇਸ਼ੂ ਕੀਤਾ ਜਾਊਗਾ ਕਿਉਂਕਿ ਜਿਹਨੂੰ ਹੁਣ ਇਸ਼ੂ ਵੀ ਕਰਤਾ, ਟਰੈਵਲ ਰਿਸਟ੍ਰਿਕਸ਼ਨਸ ਕਹਿੰਦੀਆਂ ਨੇ ਕਿ 18 ਮਾਰਚ ਤੋਂ ਪਹਿਲਾਂ ਵਾਲੇ ਪਰਮਨੈਂਟ ਰੈਜ਼ੀਡੈਂਟ ਆ ਸਕਦੇ ਆ। ਸੋ ਜਦੋਂ ਤੱਕ ਟਰੈਵਲ ਰਿਸਟ੍ਰਿਕਸ਼ਨਸ ਨੇ ਜਿਹੜੀਆਂ ਉਹ ਨਹੀਂ ਖੁੱਲਦੀਆਂ ਉਦੋਂ ਤੱਕ
ਦੁਬਾਰੇ ਪ੍ਰੋਸੈਸਿੰਗ ਨਹੀਂ ਹੋਗੀ, ਕਿਉਂਕਿ ਜਿਹੜੇ ਲੋਕਾਂ ਨੂੰ ਤੁਰੰਤ ਪਹਿਲਾਂ ਵੀ ਇਸ਼ੂ ਕਰਤਾ ਸੀ ਉਹ ਤੋਂ ਬਾਅਦ ਉਹਨਾਂ ਦਾ ਐਕਸਪਾਇਰ ਹੋ ਗਿਆ ਜੀ, ਸੋ ਹਾਲੇ ਤੱਕ ਉਹਨਾਂ ਨੂੰ ਵੀ ਪ੍ਰੋਸੈਸ ਨਹੀਂ ਕੀਤਾ ਗਿਆ। ਜੀ। ਸੋ ਇਹ ਬਹੁਤ ਵੱਡਾ ਜਿਹੜਾ ਘਾਟਾ ਹੈ ਉਹ ਕੈਨੇਡੀਅਨ ਇਕਨੋਮੀ ਨੂੰ ਪੈਣਾ ਹੈਗਾ, ਕਿਉਂਕਿ ਪਰਮਨੈਂਟ ਰੈਜ਼ੀਡੈਂਟ ਨੇ ਜਿਹੜੇ ਉਹ ਨਹੀਂ ਆ ਰਹੇ। ਪਿਛਲੇ ਸਾਲ 2019 ਦੇ ਵਿੱਚੋਂ ਹੁਣ ਤੱਕ 1 ਲੱਖ ਤੋਂ ਵੱਧ ਆ ਚੁੱਕੇ ਸੀ ਤੇ ਹੁਣ 20,000 ਦੇ ਨੇੜੇ ਆਏ ਆ। ਫੈਮਿਲੀ ਕਲਾਸ ਦੇ ਵਿੱਚੋਂ 50,000 ਤੋਂ ਜ਼ਿਆਦਾ ਆ ਚੁੱਕੇ ਸੀ 6 ਮਹੀਨਿਆਂ ਚ, ਤੇ ਉਹ ਕਰੀਬਨ 6-7 ਹਜ਼ਾਰ ਹੀ ਆਏ ਨੇ। ਸੋ ਬਹੁਤ ਵੱਡਾ ਗੈਪ ਹੈ ਜਿਹੜਾ ਉਹ ਹੈਗਾ। ਉਹਨਾਂ ਨੂੰ ਹਾਲੇ ਇੰਤਜ਼ਾਰ ਕਰਨਾ ਪੈਣਾ ਜੀ, ਜਦੋਂ ਤੱਕ ਟਰੈਵਲ ਰਿਸਟ੍ਰਿਕਸ਼ਨਸ ਨਹੀਂ ਖੁੱਲਦੀਆਂ ਉਹ ਤੋਂ ਬਾਅਦ ਇਹ ਪ੍ਰੋਸੈਸ ਹੋਊਗਾ। ਤੇ ਇਹਦੇ ਨਾਲ ਨਾਲ 2 ਦਫ਼ਤਰ ਨੇ ਜਿਹੜੇ ਇੰਡੀਆ ਦੇ ਵਿੱਚੋਂ ਕੈਨੇਡੀਅਨ ਹਾਈ ਕਮਿਸ਼ਨ ਦੇ ਚੰਡੀਗੜ੍ਹ, ਇਹਦੇ ਨਾਲ ਬੈਂਗਲੌਰ, ਉਹ ਦੋਵੇਂ ਬੰਦ ਹੈਗੇ ਆ। ਸੋ ਦਿੱਲੀ ਹੀ ਕੇਸ ਹੈ ਜਿਹੜਾ ਉਹ ਪ੍ਰੋਸੈਸ ਕਰ ਰਿਹਾ ਹੈਗਾ। ਤੇ ਦਿੱਲੀ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜੀ ਟੌਪ ਪ੍ਰਾਇੋਰਿਟੀ ਦੇ ਰਿਹਾ ਹੈ ਉਹ ਦੇ ਰਿਹਾ ਹੈਗਾ ਸਟੂਡੈਂਟ ਵੀਜ਼ਾ ਐਪਲੀਕੇਸ਼ਨਸ ਨੂੰ, ਕਿਉਂਕਿ ਹੁਣ ਆਨਲਾਈਨ ਪੜ੍ਹਾਈ ਹੈ ਜਿਹੜੀ ਉਹ ਸਤੰਬਰ ਮਹੀਨੇ ਦੇ ਵਿੱਚ 15 ਤਰੀਕ ਤੋਂ ਪਹਿਲਾਂ ਸ਼ੁਰੂ ਹੋਣੀ ਹੈ ਜੀ। ਸੋ ਉਹਨਾਂ ਦਾ ਟੀਚਾ ਹੈਗਾ ਕਿ ਉਹ ਜਿੰਨੀਆਂ ਸਟੂਡੈਂਟ ਵੀਜ਼ੇ ਦੀਆਂ ਐਪਲੀਕੇਸ਼ਨਸ ਨੇ ਉਹ 15 ਸਤੰਬਰ ਤੋਂ ਪਹਿਲਾਂ ਜਿਹੜੀਆਂ ਪ੍ਰੋਸੈਸ ਕਰ ਦੇਣ, ਉਸ ਤੋਂ ਬਾਅਦ ਫਿਰ ਹੋਰ ਅਰਜ਼ੀਆਂ ਦੀ ਵਾਰੀ ਆਉਣੀ ਸ਼ੁਰੂ ਹੋਊਗੀ। ਬਿਲਕੁਲ, ਆਪਾਂ ਵਰਕ ਪਰਮਿਟ ਦੀਆਂ ਐਪਲੀਕੇਸ਼ਨਸ ਦੀ ਗੱਲ ਕਰ ਰਹੇ ਸੀ। ਤੁਸੀਂ ਗੱਲ ਕੀਤੀ ਹੈ ਕਿ ਫਾਰਮਰ ਦੇ ਜਿਹੜੇ ਆ ਉਹ ਵੀ ਇਸ ਵੀਜ਼ਾ ਲੈ ਸਕਦੇ ਆ ਜਿਹੜੇ ਇੱਥੇ ਵਿਜ਼ਟਰਸ ਪਹੁੰਚੇ ਹੋਏ ਨੇ। ਟਰੱਕ ਡਰਾਈਵਿੰਗ ਦੇ ਖੇਤਰ ਵਿੱਚ ਵੀ ਕੀ ਇਸ ਦੌਰਾਨ ਅਜਿਹਾ ਵੀਜ਼ਾ ਲਿਆ ਜਾ ਸਕਦਾ ਜਿਹੜੇ ਇੱਥੇ ਵਿਜ਼ਟਰਸ ਆਏ ਨੇ, ਜੇ ਕਿਸੇ ਕੋਲ ਡਰਾਈਵਿੰਗ ਦਾ ਇਸ ਵਕਤ ਐਕਸਪੀਰੀਅੰਸ ਹੈ ਜਾਂ ਜਿਨ੍ਹਾਂ ਨੇ ਕੈਨੇਡੀਅਨ ਡਰਾਈਵਿੰਗ ਲਾਇਸੈਂਸ ਲੈ ਲਿਆ, ਉਹ ਅਪਲਾਈ ਕਰ ਸਕਦੇ ਨੇ? ਬਿਲਕੁਲ ਤਰਨ, ਕੋਈ ਵੀ ਵਰਕਰ ਹੈਗਾ ਜਿਹਦੇ ਕੋਲ ਜੌਬ ਆਫਰ ਹੈ, EMPLOYER ਹਾਇਰ ਕਰਨ ਨੂੰ ਤਿਆਰ ਹੈ ਤੇ ਉਹ ਰਿਕੁਆਇਰਮੈਂਟਸ ਮੀਟ ਕਰਦਾ, ਉਹ ਬਿਲਕੁਲ ਕਰ ਸਕਦਾ, ਚਾਹੇ ਉਹ LMI ਹੈ ਚਾਹੇ LMI ਐਗਜ਼ੈਂਪਟ ਹੈ। ਸੋ ਕਈ ਕੈਟਾਗਰੀਆਂ LMI ਐਗਜ਼ੈਂਪਟ ਵੀ ਨੇ, ਸੋ ਜੇ ਰਿਕੁਆਇਰਮੈਂਟ ਪੂਰੀ ਕਰਦੇ ਹੋ ਤੁਸੀਂ ਤਾਂ ਵੀ ਐਪਲੀਕੇਸ਼ਨ ਕਰ ਸਕਦੇ। ਦਰਸ਼ਕ ਇੱਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਬ੍ਰੈਂਪਟਨ ਤੋਂ ਜੀ। ਜੀ ਮੈਮ, ਦੱਸੋ ਕੀ ਸਵਾਲ ਹੈ? ਐਕਚੁਅਲੀ ਸਾਡਾ ਬੇਬੀ ਹੈ 6 ਮੰਥ ਦਾ ਜੀ, ਐਂਡ ਉਹਨੇ ਆਪਣੀ ਗ੍ਰੈਂਡ ਮਦਰ ਦੇ ਨਾਲ ਇੰਡੀਆ ਜਾਣਾ ਹੈ ਤੇ ਉਹਦੇ ਲਈ ਕੀ ਪ੍ਰੋਸੀਜਰ, ਮਤਲਬ ਹੁਣ ਇੰਡੀਆ ਦਾ ਵੀਜ਼ਾ ਮਿਲ ਜਾਏਗਾ? ਮੈਨੂੰ ਇੰਡੀਆ ਦੇ ਵੀਜ਼ੇ ਦੀ ਜਾਣਕਾਰੀ ਨਹੀਂ ਹੋਗੀ ਜੀ, ਮੈਂ ਤਾਂ ਕੈਨੇਡੀਅਨ ਇਮੀਗ੍ਰੇਸ਼ਨ ਬਾਰੇ ਹੀ ਸਵਾਲਾਂ ਦੇ ਜਵਾਬ ਦੇ ਸਕਦਾ ਜੀ। ਬਹੁਤ ਸ਼ੁਕਰੀਆ। ਤੁਸੀਂ ਵੈਸੇ ਮੈਮ ਗੱਲ ਕਰੋ, ਤੁਸੀਂ ਇੰਡੀਅਨ ਕੌਂਸੂਲੇਟ ਨਾਲ ਗੱਲ ਕਰੋ, ਉਹ ਤੁਹਾਨੂੰ ਜ਼ਿਆਦਾ ਬੈਟਰ ਵੇ ਦੇ ਨਾਲ ਦੱਸ ਸਕਦੇ ਨੇ ਕਿ ਤੁਹਾਨੂੰ ਵੀਜ਼ਾ ਮਿਲ ਸਕਦਾ ਜਾਂ ਨਹੀਂ ਮਿਲ ਸਕਦਾ। ਬਹੁਤ ਧੰਨਵਾਦ ਜੀ, ਤੁਸੀਂ ਗੱਲ ਕੀਤੀ ਹੈ, ਪ੍ਰੋਗਰਾਮ ਦੇ ਵਿੱਚ ਕਾਲ ਕੀਤੀ ਹੈ, ਥੈਂਕ ਯੂ ਸੋ ਮਚ ਜੀ। ਸਰ, ਗੱਲ ਕਰ ਰਹੇ ਸੀ ਵਰਕ ਪਰਮਿਟ ਦੇ ਬਾਰੇ ਵਿੱਚ। ਜੀ ਬਿਲਕੁਲ। ਇੱਕ ਦਰਸ਼ਕ ਹੋਰ ਜੁੜ ਗਏ ਨੇ, ਕਾਲ ਹੋਰ ਲੈ ਲਈਏ। ਹੈਲੋ, ਗੁੱਡ ਆਫਟਰਨੂਨ ਮੈਮ। ਗੁੱਡ ਆਫਟਰਨੂਨ ਸਰ। ਗੁੱਡ ਆਫਟਰਨੂਨ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਮ ਮੈਂ ਸਰੀ ਤੋਂ ਬੋਲ ਰਿਹਾ ਸੀਗਾ ਜੀ। ਤੇ ਮੈਮ ਮੈਨੂੰ ਇੱਕ ਇਨਫੋਰਮੇਸ਼ਨ ਚਾਹੀਦੀ ਸੀ। ਮੇਰਾ ਨਾ ਮੈਂ ਵਿਜ਼ਟਰ ਆਇਆ ਹੋਇਆ ਤੇ ਮੇਰਾ ਨਾ ਮਈ ਦੇ ਵਿੱਚ ਵਿਜ਼ਟਰ ਸਟੇਟਸ ਨਾ ਐਕਸਪਾਇਰ ਹੋ ਗਿਆ ਸੀ ਤਾਂ ਮੈਂ ਐਕਸਟੈਂਸ਼ਨ ਲਗਾਈ ਸੀਗੀ ਤੇ ਸਟਿਲ ਮੈਨੂੰ ਹਜੇ ਤੱਕ ਨਾ ਕੋਈ ਰਿਵਰਟ ਨਹੀਂ ਆਇਆ ਨਾ, ਐਕਸਟੈਂਸ਼ਨ ਦਾ ਜਵਾਬ ਨਹੀਂ ਆਇਆ ਤੇ ਮੈਂ ਹੁਣ ਆਪਣਾ ਵਰਕ ਪਰਮਿਟ 'ਚ ਕਨਵਰਟ ਕਰਵਾਉਣਾ ਚਾਹੁੰਦਾ ਤੇ ਮੈਂ ਆਨਲਾਈਨ ਪ੍ਰੋਸੈਸ ਕਰ ਸਕਦਾ ਉਹਦਾ ਜਾਂ ਵੇਟ ਕਰਾਂ ਜੀ? ਤੁਹਾਡਾ ਕਦੋਂ ਐਕਸਪਾਇਰ ਹੋ ਰਿਹਾ ਸੀਗਾ ਜੀ ਸਟੇ? ਮੇਰਾ 16 ਮਈ ਨੂੰ ਐਕਸਪਾਇਰ ਹੋਣਾ ਸੀਗਾ ਤੇ ਮੈਂ ਉੱਥੇ 2 ਦਿਨ ਪਹਿਲਾਂ ਆਪਣੀ ਐਕਸਟੈਂਸ਼ਨ ਅਪਲਾਈ ਕਰ ਲਈ ਸੀਗੀ। ਤਾਂ ਤੁਸੀਂ 14 ਮਈ ਨੂੰ ਕਰ ਲਈ ਸੀ ਜੀ? ਹਾਂਜੀ। ਸੋ ਕਰੀਬਨ ਆਪਾਂ ਟੀਵੀ ਸਕਰੀਨ ਤੇ ਆਂਸਰ ਦਈਏ। ਹਾਂਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਂਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਸਰ। ਇੱਕ ਨੈਕਸਟ ਕਾਲ ਵੀ ਆਪਾਂ ਲੈ ਲਈਏ, ਆਪਾਂ ਇਹਨਾਂ ਦਾ ਜਵਾਬ ਦਿੰਦੇ ਹਾਂ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਕਿੱਥੋਂ ਬੋਲ ਰਹੇ ਹੋ ਜੀ? ਮੈਮ ਅਸੀਂ BC ਤੋਂ ਬੋਲਦੇ ਪਏ ਹਾਂ ਜੀ। ਐਕਚੁਅਲੀ ਮੇਰਾ ਸਵਾਲ ਸੀ ਕਿ ਜਿੱਦਾਂ ਅਸੀਂ ਵਿਜ਼ਟਰ ਆਏ ਸੀ, ਸਾਡੀ ਐਕਸਟੈਂਸ਼ਨ ਜਿਹੜੀ ਆ 31 ਮਈ ਨੂੰ ਖਤਮ ਹੋ ਜਾਣੀ ਸੀ ਤੇ ਅਸੀਂ 1 ਮਈ ਨੂੰ ਐਕਸਟੈਂਸ਼ਨ ਪਾਈ ਹੋਈ ਸੀ ਤੇ ਕਿ ਸਾਡਾ ਅਜੇ ਤੱਕ ਕੋਈ ਰਿਸਪੌਂਸ ਨਹੀਂ ਆਇਆ ਤੇ ਮੇਰੇ ਹਸਬੈਂਡ ਵਰਕ ਪਰਮਿਟ ਅਪਲਾਈ ਕਰ ਸਕਦੇ ਫਾਰਮਿੰਗ ਸੁਪਰਵਾਈਜ਼ਰ? ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਜੀ ਸਰ। ਐਕਚੁਅਲੀ ਤਰਨ ਦੋਵੇਂ ਸਵਾਲ ਬਿਲਕੁਲ ਇੱਕੋ ਤਰ੍ਹਾਂ ਦੇ ਹੈਗੇ ਆ ਜੀ। ਸੋ ਜੇ ਤੁਸੀਂ ਐਪਲੀਕੇਸ਼ਨ ਫਾਈਲ ਕੀਤਾ ਐਕਸਟੈਂਸ਼ਨ ਲਈ ਤਾਂ ਤੁਸੀਂ ਆਲਰੇਡੀ ਆਪਣਾ ਇੰਟੈਂਟ ਹੈ ਜਿਹੜਾ ਉਹ ਵਿਜ਼ਿਟਰ ਦੇ ਤੌਰ ਤੇ ਦਿਖਾ ਚੁੱਕੇ ਹੈਗੇ ਹੋ ਤੇ ਕਾਨੂੰਨ ਕਹਿੰਦਾ ਕਿ ਤੁਹਾਡਾ ਸਟੇਟਸ ਹੈ ਜਿਹੜਾ ਉਹ ਵੈਲਿਡ ਹੋਣਾ ਚਾਹੀਦਾ। ਇਸ ਵੇਲੇ ਕਰੰਟਲੀ ਜਿਹੜਾ ਤੁਹਾਡਾ ਸਟੇਟਸ ਆ ਉਹ ਇੰਪਲਾਈਡ ਹੈਗਾ। ਇੰਪਲਾਈਡ ਦਾ ਮਤਲਬ ਹੈਗਾ ਸੈਕਸ਼ਨ 186 ਕਹਿੰਦਾ ਕਿ ਜਦੋਂ ਤੁਹਾਡਾ ਸਟੇਟਸ ਵੈਲਿਡ ਸੀ ਉਸ ਸਮੇਂ ਤੁਸੀਂ ਅਰਜ਼ੀ ਕਰਤੀ ਸੀਗੀ, ਕੋਈ ਵੀ ਅਰਜ਼ੀ, ਚਾਹੇ ਵਿਜ਼ਿਟਰ ਸੀ, ਵਰਕਰ ਸੀ, ਕੋਈ ਸੀ, ਤਾਂ ਉਦੋਂ ਤੱਕ ਤੁਹਾਡਾ ਸਟੇਟਸ ਉਹੀ ਰਹੂਗਾ ਜਦੋਂ ਤੱਕ ਉਸ ਅਰਜ਼ੀ ਤੇ ਫੈਸਲਾ ਨਹੀਂ ਹੋ ਜਾਂਦਾ। ਸੋ ਤੁਹਾਨੂੰ ਉਸ ਦਾ ਇੰਤਜ਼ਾਰ ਹੈ ਜਿਹੜਾ ਉਹ ਕਰਨਾ ਪੈਣਾ ਹੈਗਾ, ਕਿਉਂਕਿ ਜੇ ਤੁਸੀਂ ਇੱਕ ਐਪਲੀਕੇਸ਼ਨ ਹੋਰ ਕਰਦੇ ਹੋ ਟੈਕਨੀਕਲੀ ਉਹ ਵਿਡਰਾ ਹੋ ਜਾਂਦੀ ਹੈ, ਤੁਹਾਡਾ ਕੋਈ ਸਟੇਟਸ ਨਹੀਂ ਰਹਿੰਦਾ ਹੈਗਾ। ਸੋ ਇਸ ਵੇਲੇ ਕਰੀਬਨ 7 ਮਹੀਨੇ ਤੇ 3 ਦਿਨਾਂ ਦਾ ਟਾਈਮ ਹੈ ਜਿਹੜਾ ਲੱਗ ਰਿਹਾ ਹੈ। ਕੈਲਕੂਲੇਟ ਕੀਤਾ ਹੈਗਾ ਅੱਜ ਹੀ ਮੈਂ ਕੁਝ ਐਪਲੀਕੇਸ਼ਨ ਦੇ ਹਿਸਾਬ ਦੇ ਨਾਲ। ਜੇ ਇਹਨਾਂ ਨੇ ਮਈ 'ਚ ਕੀਤਾ ਸੀਗਾ ਤਾਂ ਇਹਨਾਂ ਦਾ ਜਨਵਰੀ ਦੇ ਨੇੜੇ ਤੇੜੇ ਕਿਤੇ ਵਾਰੀ ਆਉਣੀ ਚਾਹੀਦੀ ਹੈ ਜੀ।
ਸੋ ਜੇ ਉਹ ਤੋਂ ਪਹਿਲਾਂ ਪ੍ਰੋਸੈਸ ਹੋ ਜਾਂਦਾ ਬਹੁਤ ਵਧੀਆ, ਤਾਂ ਵੀ ਇਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ, ਕਿਉਂਕਿ ਤੁਹਾਡੀ ਐਪਲੀਕੇਸ਼ਨ ਵਰਕ ਪਰਮਿਟ ਦੀ 31 ਮਾਰਚ 2021 ਤੋਂ ਪਹਿਲਾਂ ਪਹੁੰਚਣੀ ਜ਼ਰੂਰੀ ਹੈ, ਚਾਹੀਦੀ ਹੈ। ਸੋ ਬਿਲਕੁਲ ਹਾਲੇ ਜੀ। ਬਹੁਤ ਲੰਬਾ ਟਾਈਮ ਹੈ ਜੀ ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਉਹਨਾਂ ਨਾਲ ਗੱਲ ਕਰ ਲਈਏ। ਹੈਲੋ 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 ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਜੀ। ਮੈਮ ਤੁਹਾਡੀ ਆਵਾਜ਼ ਬਹੁਤ ਘੱਟ ਆ ਰਹੀ ਹੈ, ਥੋੜਾ ਜਿਹਾ ਉੱਚੀ ਬੋਲੋਗੇ? ਹਾਂਜੀ ਮੈਡਮ, ਮੈਂ ਪੁੱਛਣਾ ਸੀਗਾ ਵੀ ਮੇਰਾ ਬ੍ਰਦਰ ਸੀਗਾ, ਉਹ 2 ਵਾਰੀ ਇੱਥੇ ਆ ਕੇ ਗਿਆ ਵਿਜ਼ਟਰ ਵੀਜ਼ੇ ਤੇ ਜੀ। ਤੇ ਹੁਣ ਅਸੀਂ ਦੁਬਾਰੇ ਉਹ ਆ ਸਕਦਾ? ਉਹਨਾਂ ਕੋਲੇ ਵੀਜ਼ਾ ਵੈਲਿਡ ਹੈ ਜੀ, ਜਾਂ ਉਹਨੇ ਦੁਬਾਰੇ ਨਵਾਂ ਵੀਜ਼ਾ ਲੈਣਾ? ਹਾਂਜੀ ਹਾਂਜੀ ਵੈਲਿਡ ਆ ਜੀ। ਜੀ ਆਪਾਂ ਟੀਵੀ ਸਕਰੀਨ ਤੇ ਜੀ, ਆਨਸਰ ਦਈਏ? ਜ਼ਰੂਰ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਸਰ? ਮੈਂ ਬਰੈਂਪਟਨ ਤੋਂ ਬੋਲ ਰਿਹਾ ਜੀ। ਜੀ ਦੱਸੋ ਕੀ ਸਵਾਲ ਹੈ? ਹਾਂਜੀ, ਮੇਰਾ ਸਵਾਲ ਇਦਾਂ ਹੀ, ਮੇਰੇ ਕੋਲ ਜਿੱਦਾਂ ਫਾਰਮਰ ਦਾ ਵਰਕ ਪਰਮਿਟ ਆ ਨਾ, ਮੈਂ ਉੱਥੇ ਕੰਮ ਨਹੀਂ ਕੀਤਾ ਸੀਗਾ ਜਿੱਦਾਂ, ਤੇ ਪਰ ਮੈਨੂੰ ਹੁਣ ਵਰਕ ਪਰਮਿਟ ਮਿਲ ਸਕਦਾ ਅੱਗੇ? ਸਰ ਤੁਸੀਂ ਜੀ, ਕੁਝ ਪੁੱਛਣਾ ਚਾਹੁੰਦੇ ਹੋ? ਬਿਲਕੁਲ ਤੁਸੀਂ ਸਵਾਲ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਹਾਂਜੀ ਧੰਨਵਾਦ ਓਕੇ, ਥੈਂਕ ਯੂ। ਜੀ, ਸ਼ੁਕਰੀਆ ਜੀ। ਸੋ ਇਹਨਾਂ ਦਾ ਜਿਹੜਾ ਵਰਕ ਪਰਮਿਟ ਸੀ, ਉਹ ਵਰਕ ਪਰਮਿਟ ਦੇ ਉੱਤੇ ਕੰਮ ਨਹੀਂ ਕੀਤਾ, ਨਵਾਂ ਵਰਕ ਪਰਮਿਟ ਮਿਲ ਸਕਦਾ। ਜੇ ਵੈਲਿਡ ਵਰਕ ਪਰਮਿਟ ਹੈਗਾ, ਹਾਂਜੀ ਉਹ ਬਿਲਕੁਲ ਮਿਲ ਸਕਦਾ ਹੈਗਾ। ਜ਼ਰੂਰ ਸਾਨੂੰ ਕੰਟੈਕਟ ਕਰਨ। ਜੇ ਤੁਸੀਂ 12 ਗ੍ਰੇਡ ਪਾਸ ਹੈਗੇ ਹੋ ਤੇ 4 ਬੈਂਡ ਤੁਹਾਡੇ ਅੰਗਰੇਜ਼ੀ 'ਚ ਹੈਗੇ ਨੇ, ਤਾਂ ਤੁਸੀਂ ਜਿਹੜਾ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚੋਂ 6 ਮਹੀਨੇ ਕੰਮ ਕਰਕੇ ਆਪਣੀ PNP ਅਪਲਾਈ ਕਰ ਸਕਦੇ ਹੋ। ਸੋ ਫਾਰਮ ਵਰਕਰ ਵੀ ਪਰਮਾਨੈਂਟ ਹੋ ਸਕਦੇ ਆ। ਤੁਸੀਂ ਜ਼ਰੂਰ ਸਾਡੇ ਆਫਿਸ ਨੂੰ ਕਾਲ ਕਰ ਸਕਦੇ ਹੋ ਜੀ। ਬਿਲਕੁਲ ਤੇ ਜੀ। ਦੂਜਾ ਪਹਿਲੇ ਸਰ ਇੱਕ ਦਰਸ਼ਕ ਹੋਰ ਜੁੜ ਗਏ ਨੇ, ਆਪਾਂ ਇਹਨਾਂ ਦਾ ਵੀ ਸਵਾਲ ਦੇ ਦਈਏ। ਹੈਲੋ ਹੈਲੋ ਸਤਿ ਸ਼੍ਰੀ ਅਕਾਲ ਹਾਂਜੀ, ਜੀ। ਮੇਰਾ ਸਵਾਲ, ਸਤਿ ਸ਼੍ਰੀ ਅਕਾਲ ਜੀ। ਸਰ ਕਿੱਥੋਂ ਬੋਲ ਰਹੇ ਹੋ? ਅਸੀਂ ਬਰੈਂਪਟਨ ਤੋਂ ਬੋਲ ਰਹੇ ਜੀ ਕੀ ਸਵਾਲ ਹੈ ਤੁਹਾਡਾ? ਮੇਰਾ ਸਵਾਲ ਹੈ ਜੀ, ਮੇਰਾ ਬ੍ਰਦਰ ਨਿਊਜ਼ੀਲੈਂਡ ਹੈ ਜੀ, ਅਸੀਂ ਉਹਦਾ ਵਰਕ ਪਰਮਿਟ ਅਪਲਾਈ ਕੀਤਾ ਸੀਗਾ ਤੇ ਉਹ ਰਿਜੈਕਟ ਹੋ ਗਿਆ ਹੈ। ਜੀ ਤੇ ਸਰ ਅਸੀਂ ਜਿਹਦਾ ਕੰਸਲਟ ਕਰ ਰਹੇ ਹਾਂ, ਉਹ ਕਹਿ ਰਹੇ ਕਿ CMS ਰਿਪੋਰਟਸ ਆਉਣ ਤੋਂ ਬਾਅਦ ਹੀ ਉਹ ਰੀਕਨਸੀਡਰ ਕਰ ਸਕਦੇ ਆ। ਕਿ ਇਹ ਸਹੀ ਹੈ ਕਿ ਦੁਬਾਰੇ ਕੁਝ ਪੋਸੀਬਿਲਿਟੀ ਹੁੰਦੀ ਹੈ ਇਸ ਵੀਜ਼ਾ ਇਸ਼ੂ ਹੋਣ ਦੀ? ਜੀ ਜ਼ਰੂਰ। ਸਰ ਆਪਾਂ ਟੀਵੀ ਸਕਰੀਨ ਤੇ ਆਨਸਰ ਹਾਂਜੀ, ਦੇ ਤੁਸੀਂ ਜ਼ਰੂਰ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਸਰ ਸਾਨੂੰ ਕੁਝ ਕਾਲਸ ਹੋਰ ਆ ਰਹੀਆਂ ਨੇ, ਆਪਾਂ ਸਾਰਿਆਂ ਦੇ ਲੈ ਕੇ ਫਿਰ ਇਕੱਠੇ ਜਵਾਬ ਦਈਏ। ਜ਼ਰੂਰ ਜੀ ਇਦਾਂ ਵੀ ਕਰ ਸਕਦੇ। ਬਿਲਕੁਲ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹਾਂਜੀ, DC ਤੋਂ ਗੱਲ ਕਰ ਰਹੇ ਹਾਂ। ਜੀ ਸਰ ਕੀ ਸਵਾਲ ਹੈ? ਹਾਂਜੀ, ਮੈਂ ਇਹ ਪੁੱਛਣਾ ਚਾਹੁੰਦਾ ਸੀ, ਜਿੱਦਾਂ ਆਪਾਂ ਨੂੰ LMI ਬੇਸ ਵਰਕ ਪਰਮਿਟ ਹੈਗਾ ਵਾ, ਜਿੱਦਾਂ ਆਪਾਂ ਨੂੰ ਸਾਲ ਕੰਮ ਕਰਦੇ ਨੂੰ ਹੋ ਜਾਈਏ, ਠੀਕ ਹੈ, ਜਿਹਦਾ EMPLOYER ਆਪਾਂ ਨੂੰ ਤੰਗ ਕਰਦਾ ਹੋਵੇ, ਤੰਗ ਪਰੇਸ਼ਾਨ ਦੇ ਵਿੱਚ ਸਾਲ ਲੰਘਿਆ ਹੋਵੇ, ਦੈਨ ਆਪਾਂ ਉਹਦੇ ਤੋਂ ਹਟ ਕੇ PR ਲਾ ਸਕਦੇ ਹਾਂ? ਉਹਦੀ ਸਪੋਰਟ ਦੀ ਲੋੜ ਪਊਗੀ ਕਿ ਨਹੀਂ ਪਊਗੀ ਆਪਾਂ ਨੂੰ? ਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਜੀ, ਦਈਏ ਜ਼ਰੂਰ, ਜੀ। ਜ਼ਰੂਰ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਕੁਐਸਚਨ ਹੋਰ ਸੀਗਾ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਸੀ, ਜਿੱਦਾਂ ਕਿ ਓਪਨ ਵਰਕ ਪਰਮਿਟ ਦੀ ਫਾਈਲ ਨਾ 26 ਮਾਰਚ ਨੂੰ ਲੱਗੀ ਹੋਈ ਆ, ਤੇ ਉਹਨੂੰ ਕਿੰਨਾ ਕੁ ਟਾਈਮ ਲੱਗ ਸਕਦਾ? ਉਹ ਕਿਸ ਕਿਸਮ ਦਾ ਓਪਨ ਵਰਕ ਪਰਮਿਟ ਹੈ ਜੀ? ਸਪਾਊਸ ਓਪਨ ਵਰਕ ਪਰਮਿਟ। ਆਲਰਾਈਟ ਜੀ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਇੱਕ ਕਾਲ ਹੋਰ ਆ ਗਈ ਹੈ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਮ ਮੈਂ ਇੱਥੋਂ ਹੀ ਕਾਰਬਰੋ ਤੋਂ ਗੱਲ ਕਰ ਰਹੀ ਹਾਂ ਜੀ। ਤੇ ਐਕਚੁਅਲੀ ਮੈਮ ਮੇਰੇ ਨਾ ਮੈਂ ਇਸ ਟਾਈਮ ਵਰਕ ਪਰਮਿਟ ਅਪਲਾਈਡ ਸਟੇਟਸ ਤੇ ਹਾਂ, ਤੇ ਮੇਰੇ 6 ਜੂਨ ਨੂੰ ਆਲਰੇਡੀ 3 ਮਹੀਨੇ ਹੋ ਜਾਣੇ ਨੇ ਵਰਕ ਪਰਮਿਟ ਅਪਲਾਈ ਕੀਤੇ ਨੂੰ। ਤੇ ਮੇਰਾ ਕੁਐਸਚਨ ਇਹ ਹੈ ਕਿ ਮੇਰੇ ਹਸਬੈਂਡ ਇਸ ਟਾਈਮ ਵਰਕ ਪਰਮਿਟ ਜੀ ਮੈਮ ਮੇਰੇ ਹਸਬੈਂਡ ਸਵਾਲ ਰੱਖੋ ਜੀ। ਜੀ ਸਵਾਲ ਰੱਖੋ ਆਪਣਾ। ਹਾਂਜੀ, ਤੇ ਮੇਰੇ ਹਸਬੈਂਡ ਇਸ ਟਾਈਮ ਵਰਕ ਪਰਮਿਟ ਤੇ ਨੇ, ਤੇ ਉਹਨਾਂ ਦਾ ਜਿਹੜਾ ਵਰਕ ਪਰਮਿਟ ਆ ਉਹ ਸਤੰਬਰ 4 ਨੂੰ ਐਕਸਪਾਇਰ ਹੋ ਰਿਹਾ, ਤੇ ਮੇਰੇ ਕੋਲ ਕੀ ਆਪਸ਼ਨ ਹੈ ਕਿ ਮੈਂ ਐਕਸਟੈਂਸ਼ਨ ਲਵਾਉਣੀ ਆ? ਜੀ ਜ਼ਰੂਰ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੇ ਸਰ ਇੱਕ ਆਪਾਂ ਨੂੰ WhatsApp ਤੇ ਕਾਲਰ ਜੁੜ ਗਏ ਨੇ, ਉਹਨਾਂ ਦਾ ਸਵਾਲ ਲੈ ਲਈਏ। ਹੈਲੋ 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 ਪਲੀਜ਼ ਆਪਣੇ ਟੀਵੀ ਸਕਰੀਨ ਦੀ ਆਵਾਜ਼ ਨੂੰ ਘੱਟ ਕਰਕੇ ਸਾਡੇ ਨਾਲ ਗੱਲ ਕਰੋ। ਹੈਲੋ ਸ਼ਾਇਦ ਫੋਨ ਡਿਸਕਨੈਕਟ ਹੋ ਗਿਆ। ਸਰ ਆਪਾਂ ਸਵਾਲਾਂ ਦੇ ਜਵਾਬ ਦੇਣੇ ਸ਼ੁਰੂ ਕਰੀਏ। ਜੀ ਜਿਹੜੇ ਸਭ ਤੋਂ ਪਹਿਲੇ ਕਾਲਰ ਸੀ, ਉਹਨਾਂ ਪੁੱਛਿਆ ਉਹਨਾਂ ਦੇ ਬ੍ਰਦਰ ਕੋਲੇ ਵਿਜ਼ਟ ਵੀਜ਼ਾ ਹੈਗਾ ਤੇ ਉਹ ਆਉਣਾ ਚਾਹੁੰਦੇ ਹੈਗੇ ਆ। ਤੋ ਬ੍ਰਦਰ ਜਿਹੜੇ ਉਹ ਟਰੈਵਲ ਰੈਸਟ੍ਰਿਕਸ਼ਨਸ ਥੱਲੇ ਆਉਂਦੇ ਆ ਜੀ, ਉਹ ਫੈਮਿਲੀ ਮੈਂਬਰ ਨਹੀਂ ਹੈਗੇ, ਉਹ ਨਹੀਂ ਆ ਸਕਦੇ ਜੀ। ਤੋ ਜਿਹੜੇ ਲੋਕ ਐਗਜ਼ੈਂਪਟ ਨੇ, ਉਹ ਮਾਂ ਪਿਓ ਹੈਗੇ ਨੇ, ਦਾਦਾ ਦਾਦੀ, ਨਾਨਾ ਨਾਨੀ ਨੇ, ਬੱਚੇ ਨੇ, ਹਸਬੈਂਡ ਵਾਈਫ ਹੈ। ਤੋ ਇਹ ਲੋਕ ਕਿਸੇ ਕੋਲੇ ਵਿਜ਼ਟ ਵੀਜ਼ਾ ਹੈਗਾ ਉਹ ਆ ਸਕਦੇ ਨੇ, ਪਰ ਜਿਹੜਾ ਭਾਈ ਭੈਣ ਹੈ ਉਹ ਨਹੀਂ ਇਸ ਦਾਇਰੇ ਚ ਆਉਂਦਾ, ਸੋ ਨਹੀਂ ਆ ਸਕਦੇ ਜੀ। ਤੇ ਦੂਜੇ ਜਿਹੜਾ ਸਵਾਲ ਸੀ ਉਹਨਾਂ ਦਾ ਨਿਊਜ਼ੀਲੈਂਡ ਤੋਂ ਵਰਕ ਪਰਮਿਟ ਅਪਲਾਈ ਕੀਤਾ ਹੈਗਾ, ਤੇ ਉਹਨਾਂ ਆਖਿਆ ਕਿ ਰੀਕਨਸੀਡਰੇਸ਼ਨ ਲਈ ਅਪਲਾਈ ਕਰ ਸਕਦੇ ਨੇ। ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੁੰਦਾ ਜੀ, ਜਿਹੜਾ ਰੀਕਨਸੀਡਰੇਸ਼ਨ ਹੈ ਇਹ ਕੋਈ ਕਾਨੂੰਨੀ ਹੱਕ ਨਹੀਂ ਹੈਗਾ। ਰੀਕਨਸੀਡਰੇਸ਼ਨ ਦਾ ਮਤਲਬ ਹੈਗਾ ਕਿ ਤੁਸੀਂ ਇੱਕ ਫੈਸਲਾ ਕਰ ਲਿਆ, ਉਹਦੇ ਤੇ ਦੁਬਾਰੇ ਨਜ਼ਰਸਾਨੀ ਕਰ ਲਈ ਜਾਵੇ। ਨਜ਼ਰਸਾਨੀ ਕਰਨ ਲਈ ਕੋਈ ਇੰਪੋਰਟੈਂਟ ਫੈਕਟ, ਕੋਈ ਇੰਪੋਰਟੈਂਟ ਐਵੀਡੈਂਸ
ਜਿਹੜਾ ਕਿ ਪਹਿਲਾਂ ਪ੍ਰੈਜ਼ੈਂਟ ਕੀਤਾ ਗਿਆ ਸੀ ਪਰ ਉਹਦੀ ਅਣਦੇਖੀ ਕਰੀ ਗਈ ਹੈ, ਤਾਂ ਹੀ ਉਹ ਰੀਕਨਸੀਡਰ ਜਿਹੜਾ ਉਹ ਕਰਨ ਵਾਲਾ ਵਿਚਾਰ ਜੀ। ਆਊਗਾ। ਮੈਂ ਇੱਕ ਸਿੰਪਲ ਐਨਾਲੋਜੀ ਜੇ ਆਪ ਜੀ ਨੂੰ ਦੇਵਾਂ ਕਿ ਆਪਾਂ ਸੜਕ ਤੇ ਜਾ ਰਹੇ ਹਾਂ, ਸੜਕ ਤੇ ਜਾਂਦੇ ਹੋਏ ਪੁਲਿਸਮੈਨ ਆਪਾਂ ਨੂੰ ਟਿਕਟ ਦੇ ਦਿੰਦਾ, ਸੀਟ ਬੈਲਟ ਨਹੀਂ ਲਾਇਆ, ਤਾਂ ਆਫੀਸਰ ਨੂੰ ਆਪਾਂ ਕੀ ਕਹੇ, ਰੀਕਨਸੀਡਰ ਕਰ ਦੋ ਆਪਣੇ ਡਿਸੀਜਨ ਨੂੰ ਕਿ ਮੇਰੇ ਤਾਂ ਬੈਲਟ ਲੱਗੀ ਹੋਈ ਸੀ। ਉਹ ਕੀ ਕਹੂਗਾ ਕਿ ਤੁਹਾਡੇ ਕੋਲੇ ਜਿਹੜਾ ਹੱਕ ਹੈਗਾ, ਤੁਸੀਂ ਇਹਨੂੰ ਕੋਰਟ 'ਚ ਜਾ ਕੇ ਚੈਲੰਜ ਕਰ ਲਓ, ਮੈਂ ਤਾਂ ਆਪਣਾ ਫੈਸਲਾ ਕਰ ਚੁੱਕਿਆ। ਪਰ ਜੇ ਆਪਾਂ ਉਹਦੇ ਸੁਪਰਵਾਈਜ਼ਰ ਨੂੰ ਜਾ ਕੇ ਐਵੀਡੈਂਸ ਦਈਏ ਕਿ ਇਹਨੇ ਇਹ ਡਿਸੀਜਨ ਹੈ ਜਿਹੜਾ ਸਹੀ ਨਹੀਂ ਦਿੱਤਾ, ਕਿ ਮੇਰੇ ਕੋਲ ਸਬੂਤ ਹੈ ਮੇਰੇ ਬੈਲਟ ਲੱਗੀ ਸੀ, ਤਾਂ ਫਿਰ ਉਹ ਪਬਲਿਕ ਪ੍ਰੋਸੀਕਿਊਟਰ ਨੂੰ ਕਹਿ ਸਕਦਾ ਕਿ ਚਾਰजेस ਡ੍ਰੌਪ ਕਰ ਦੇ ਦਿਓ। ਇਹ ਇੱਕ ਐਨਾਲੋਜੀ ਦੇਣੀ ਚਾਹੀਏ। ਉਵੇਂ ਜਿਵੇਂ ਜਿਹੜਾ ਇੱਕ ਇਮੀਗ੍ਰੇਸ਼ਨ ਆਫਿਸਰ ਹੈ, ਉਹ ਇੱਕ ਲਾਅ ਇਨਫੋਰਸਮੈਂਟ ਆਫਿਸਰ ਹੈ, ਸੋ ਜਿਹੜਾ ਉਹਨੇ ਰਿਫਿਊਜ਼ਲ ਕੀਤਾ, ਉਹ ਜਿਵੇਂ ਪੁਲਿਸਮੈਨ ਆਪਾਂ ਨੂੰ ਟਿਕਟ ਦਿੰਦਾ, ਉਹ ਸਿਮਿਲਰ ਸੌਰਟ ਆਫ ਸਰਕਮਸਟੈਂਸਸ ਹੈਗੀਆਂ। ਸੋ ਜੇ ਕੋਈ ਆਪਾਂ ਐਵੀਡੈਂਸ ਪ੍ਰੈਜ਼ੈਂਟ ਕੀਤਾ ਸੀ ਤੇ ਉਹਦੀ ਅਣਦੇਖੀ ਕੀਤੀ ਗਈ ਹੈ, ਤਾਂ ਉਹਦਾ ਜਿਹੜਾ ਪ੍ਰੋਗਰਾਮ ਮੈਨੇਜਰ ਹੈ ਉਹਨੂੰ ਆਪਾਂ ਲਿਖ ਸਕਦੇ, ਉਹਦਾ ਜਿਹੜਾ ਸੁਪਰਵਾਈਜ਼ਰ ਹੈਗਾ, ਪਰ ਉਹ ਆਪਣੇ ਕੋਲ ਸਬੂਤ ਹੋਣਾ ਚਾਹੀਦਾ ਨਾ ਉਹਨੇ ਕਿਹੜੀ ਅਣਦੇਖੀ ਕੀਤੀ ਹੈਗੀ ਹੈ। ਦੂਜਾ, ਜਦੋਂ ਤੱਕ GCMS ਨੋਟਸ ਨੇ ਆਉਣਾ ਹੈਗਾ ਤੇ GCMS ਆਫਿਸ ਨੋਟਸ ਦੇ ਵਿੱਚ ਤਾਂ ਆਫਿਸਰ ਨੇ ਆਪਣਾ ਡਿਸੀਜਨ ਕੀਤਾ ਹੋਣਾ, ਸੋ ਇਹ ਜਿਹੜੀ ਸਿਚੁਏਸ਼ਨ ਹੈ ਇਹ ਅਨਲਾਈਕਲੀ ਟੂ ਸਕਸੀਡ ਹੁੰਦੀ ਹੈ ਔਰ ਲੈਸ ਲਾਈਕਲੀ ਟੂ ਸਕਸੀਡ ਹੁੰਦੀ ਹੈ, ਕਿਉਂਕਿ ਉਹ ਟ੍ਰੇਨਡ ਹੁੰਦੇ ਆ ਆਮ ਤੌਰ ਤੇ ਮਾਮਲਿਆਂ ਦੇ ਵਿੱਚ ਉਹ ਦੇਣ ਲਈ। ਸੋ ਉਹਦਾ ਸਭ ਤੋਂ ਵਧੀਆ ਜਿਹੜਾ ਤਰੀਕਾ ਹੈਗਾ ਉਹ ਹੈਗਾ ਕਿ ਇਹਨੂੰ ਫੌਰਨ ਪੇਸ਼ਤਰ ਫੈਡਰਲ ਜਿਹੜਾ ਕੋਰਟ ਦੇ ਵਿੱਚ ਉਹ ਜੁਡੀਸ਼ੀਅਲ ਰਿਵਿਊ ਲਈ ਭੇਜਿਆ ਜਾਵੇ। ਪਰ ਉਹਦਾ ਤਾਂ ਫਾਇਦਾ ਹੈ ਜੇ ਆਪਾਂ ਸੈਕਸ਼ਨ 204 ਜਾਂ ਸੈਕਸ਼ਨ 205 ਦੀਆਂ ਰਿਕੁਆਇਰਮੈਂਟਸ ਮੀਟ ਕਰਦੇ ਹਾਂ। ਸੋ ਜੇ ਆਪਾਂ ਹੀ ਨਹੀਂ ਰਿਕੁਆਇਰਮੈਂਟ ਮੀਟ ਕਰਦੇ ਤੇ ਫਿਰ ਆਪਾਂ ਕੋਰਟ 'ਚ ਚੈਲੰਜ ਕਿਸ ਬੇਸਿਸ ਤੇ ਕਰਾਂਗੇ। ਸੋ ਰੀਕਨਸੀਡਰੇਸ਼ਨ ਦੀ ਬਜਾਏ ਇਹਨੂੰ ਅਪੀਲ ਕੀਤਾ ਜਾਣਾ ਚਾਹੀਦਾ। ਬਿਲਕੁਲ ਜੀ ਸਰ, ਇੱਕ ਦਰਸ਼ਕ ਸਾਡੇ ਨਾਲ ਜੁੜ ਗਏ ਨੇ, ਕਾਫੀ ਟਾਈਮ ਤੋਂ ਸਾਨੂੰ WhatsApp ਤੇ ਕਾਲ ਕਰ ਰਹੇ ਸੀ। ਹੈਲੋ 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 ਸਰ, ਪਲੀਜ਼ ਆਪਣੀ ਟੀਵੀ ਸਕਰੀਨ ਦੀ ਆਵਾਜ਼ ਨੂੰ ਕੱਟ ਕਰਕੇ ਸਾਡੇ ਨਾਲ ਡਾਇਰੈਕਟ ਫੋਨ ਤੇ ਗੱਲ ਕਰੋ। ਹੈਲੋ ਜੀ, ਸ਼ਾਇਦ ਸਾਡੇ ਦਰਸ਼ਕਾਂ ਨੂੰ ਇਹੀ ਅਪੀਲ ਹੈ ਕਿ ਜਦੋਂ ਤੁਸੀਂ ਸਾਨੂੰ WhatsApp ਤੇ ਕਾਲ ਕਰਦੇ ਹੋ ਜਾਂ ਉਂਝ ਵੀ ਕਾਲ ਕਰਦੇ ਹੋ, ਸਾਨੂੰ ਕਿਰਪਾ ਕਰਕੇ ਆਪਦੀ ਟੀਵੀ ਸਕਰੀਨ ਦੀ ਆਵਾਜ਼ ਨੂੰ ਕੱਟ ਕਰਕੇ ਡਾਇਰੈਕਟਲੀ ਸਾਡੇ ਨਾਲ ਫੋਨ ਤੇ ਗੱਲ ਕਰੋ। ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹਾਂਜੀ, ਮੇਰਾ ਕੁਐਸਚਨ ਹੈ ਕਿ ਕੀ ਵਿਜ਼ਿਟਰ ਵੀਜ਼ਾ ਬਿਜ਼ਨਸ ਵੀਜ਼ਾ ਵਿੱਚ ਕਨਵਰਟ ਹੋ ਸਕਦਾ ਹੈ ਜੇ ਕੋਈ ਇਨਵੈਸਟਮੈਂਟ ਕਰਨੀ ਚਾਹੇ? ਜੀ ਸਰ ਨੇ ਇਹ ਇੱਕ ਬਹੁਤ ਵੱਡਾ ਮਿਸਕਨਸੈਪਸ਼ਨ ਹੈਗਾ। ਆਪਾਂ ਟੀਵੀ ਸਕਰੀਨ ਤੇ ਆਨਸਰ ਦੇਣਾ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਰ, ਕਿੱਥੋਂ ਬੋਲ ਰਹੇ ਹੋ? ਅਸੀਂ ਸਰੀ ਤੋਂ ਬੋਲ ਰਹੇ ਹਾਂ ਜੀ। ਜੀ ਸਰ, ਕੀ ਸਵਾਲ ਹੈ? ਅਸੀਂ ਜਾਣਕਾਰੀ ਨਹੀਂ, ਮੇਰੇ ਮਾਤਾ ਹੈ ਜੀ ਉੱਥੇ ਇਕੱਲੇ ਹੀ, ਉਹਨਾਂ ਦਾ ਮੈਂ ਸੁਪਰ ਵੀਜ਼ਾ ਅਪਲਾਈ ਕਰ ਸਕਦਾ? ਜੀ ਹਾਂਜੀ, ਜੇ ਤੁਸੀਂ ਰਿਕੁਆਇਰਮੈਂਟਸ ਮੀਟ ਕਰਦੇ ਹੋ ਸੁਪਰ ਵੀਜ਼ੇ ਲਈ, ਬਿਲਕੁਲ ਕਰ ਸਕਦੇ ਹੋ ਜੀ। ਠੀਕ ਹੈ ਜੀ। ਜੇ ਨਾ ਤੁਸੀਂ ਇਨਕਮ ਬਣਾਉਂਦੇ ਹੋ ਤੇ ਬਿਲਕੁਲ ਕਰ ਸਕਦੇ ਜੀ। ਬਹੁਤ ਬਹੁਤ ਧੰਨਵਾਦ ਕਾਲ ਕਰਨ ਲਈ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਬ੍ਰੈਂਪਟਨ ਤੋਂ ਬੋਲ ਰਹੀ ਹਾਂ। ਜੀ ਦੱਸੋ, ਕੀ ਸਵਾਲ ਹੈ? ਹਾਂਜੀ, ਮੇਰਾ ਸਵਾਲ ਸੀਗਾ ਕਿ ਮੇਰੇ ਪੇਰੈਂਟਸ ਵਿਜ਼ਟਰ ਵੀਜ਼ਾ ਤੇ ਆਏ ਹੋਏ ਆ ਤੇ ਉਹਨਾਂ ਦਾ ਨਵੰਬਰ ਤੱਕ ਵੀਜ਼ਾ ਹੈਗਾ ਜੀ, ਤੇ ਉਹ ਜੇ ਵਰਕ ਪਰਮਿਟ ਲਈ ਅਪਲਾਈ ਕਰ ਦਿੰਦੇ ਆ ਤੇ ਉਸ ਦੌਰਾਨ ਜੇ ਉਹ ਇੰਡੀਆ ਚਲੇ ਜਾਂਦੇ ਆ ਤਾਂ ਕੀ ਇਹ ਐਪਲੀਕੇਸ਼ਨ ਜਿਹੜੀ ਆ ਪ੍ਰੋਸੈਸ ਹੁੰਦੀ ਰਹੂਗੀ? ਜੀ ਸਰ, ਆਪਾਂ ਹੋ। ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ। ਇਸ ਤੋਂ ਪਹਿਲਾਂ ਜਿਹੜੇ ਦਰਸ਼ਕਾਂ ਦੀ ਕਾਲਸ ਆਈ ਸੀ ਉਹਨਾਂ ਦਾ ਰਿਪਲਾਈ ਕਰ ਦਈਏ। BC ਤੋਂ ਕਾਲ ਆਈ ਸੀ, ਉਹ ਕਹਿੰਦੇ ਸੀ ਜਿਨ੍ਹਾਂ ਦੇ ਕਿ ਐਮਪਲੋਇਰ ਤੰਗ ਕਰਦਾ ਹੋਵੇ ਜੇਕਰ ਤਾਂ ਉਹ ਚੇਂਜ ਕਰ ਸਕਦੇ ਨੇ। ਬਿਲਕੁਲ ਜੀ, ਆਪਾਂ ਕਾਲ ਲੈ ਲਈਏ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਬ੍ਰੈਂਪਟਨ ਤੋਂ ਬੋਲ ਰਿਹਾ ਜੀ। ਮੈਂ ਇੰਟਰਨੈਸ਼ਨਲ ਸਟੂਡੈਂਟ ਹਾਂ ਜੀ। ਤੇ ਮੈਂ 1 ਸਾਲ ਦੇ ਕੋਰਸ ਲੈ ਕੇ ਆਇਆ ਸੀਗਾ, ਸੋ ਉਹ ਕੰਪਲੀਟ ਹੋ ਚੁੱਕਿਆ ਹੈ ਤੇ ਮੈਂ ਨੈਕਸਟ ਮੇਰਾ ਜਿਹੜਾ ਸਟੱਡੀ ਪਰਮਿਟ ਹੈ ਨਵੰਬਰ 'ਚ ਖਤਮ ਹੋ ਰਿਹਾ, 31 ਨਵੰਬਰ ਨੂੰ। ਜੀ, ਤੇ ਮੈਂ ਐਡਮਿਸ਼ਨ ਲੈ ਲਈ ਹੈ। ਮੈਂ ਪੁੱਛਣਾ ਚਾਹੁੰਦਾ ਕਿ ਕਦੋਂ ਰਾਈਟ ਟਾਈਮ ਅਪਲਾਈ ਕਰਨ ਦੇ ਲਈ ਐਕਸਟੈਂਸ਼ਨ ਦੇ? ਜੀ, ਐਕਸਟੈਂਸ਼ਨ ਅਪਲਾਈ ਕਰਨ ਲਈ ਰਾਈਟ ਟਾਈਮ ਤੁਸੀਂ ਪੁੱਛਣਾ ਚਾਹੁੰਦੇ ਹੋ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਇੱਕ ਦਰਸ਼ਕ ਸਾਡੇ ਨਾਲ ਹੋਰ ਜੁੜ ਚੁੱਕੇ ਨੇ ਇਸ ਵਕਤ WhatsApp ਤੇ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਮੈਡਮ ਇਟਲੀ ਤੋਂ ਬੋਲਦਾ ਜੀ ਸਰ। ਜਿੱਦਾਂ ਪੁੱਛਣਾ ਸੀਗਾ, ਜਿੱਦਾਂ 1 ਸਾਲ ਦਾ ਐਕਸਪੀਰੀਅੰਸ ਚਾਹੀਦਾ ਕੈਨੇਡਾ ਵਰਕ ਪਰਮਿਟ ਲਈ। ਜੇ 1 ਸਾਲ ਤੋਂ ਘੱਟ ਹੋਵੇ ਜਾਂ ਜਿੱਦਾਂ ਘੰਟੇ ਵੀ ਚੱਲ ਸਕਦੇ ਆ ਕਿ ਜਿੱਦਾਂ 900 ਘੰਟਾ ਹੋਵੇ? ਸਾਰੀਆਂ ਨੌਕਰੀਆਂ ਲਈ ਸਾਲ ਐਕਸਪੀਰੀਅੰਸ ਜ਼ਰੂਰਤ ਨਹੀਂ ਹੈਗਾ ਜੀ। ਉਹ ਤੁਹਾਡਾ ਸਪੈਸੀਫਿਕ ਕੀ ਇਸ਼ੂ ਹੈਗਾ ਉਹਦੇ ਤੇ ਦਿੱਤਾ ਜਾ ਸਕਦਾ, ਪਰ ਇਹ ਜ਼ਰੂਰੀ ਨਹੀਂ ਕਿ ਹਰ ਜੌਬ ਲਈ ਸਾਲ ਦਾ ਐਕਸਪੀਰੀਅੰਸ ਚਾਹੀਦਾ ਹੈ, ਕੋਈ ਜ਼ਰੂਰੀ ਨਹੀਂ ਹੈ ਜੀ। ਬਿਲਕੁਲ ਜੀ। ਤੁਸੀਂ ਸਰ ਕੁਝ ਪੁੱਛਣਾ ਚਾਹੁੰਦੇ ਹੋ ਇਸ ਤੋਂ ਇਲਾਵਾ? ਕਿਹੜੀ ਜੌਬ ਲਈ ਤੁਸੀਂ ਪੁੱਛਣਾ ਚਾਹੁੰਦੇ ਹੋ?
ਹਾਂਜੀ, ਇਹ ਜਿੱਦਾਂ ਅਸੀਂ ਦੂਸਰਾ ਰੈਸਟੋਰੈਂਟ ਦੇ ਲਈ ਪੁੱਛਣਾ ਚਾਹੁੰਦੇ ਸੀਗੇ ਕਿ ਜਿੱਦਾਂ ਇੱਕ ਸਾਨੂੰ ਕੋਰਸ ਆ, ਇੱਕ ਮੇਰੀ ਵਾਈਫ ਨੇ ਕੀਤਾ 900 ਘੰਟੇ ਦਾ, ਉਹ ਵੀ ਚੱਲ ਸਕਦਾ ਜਾਂ ਉਹਦੇ ਲਈ 1 ਸਾਲ ਦਾ ਐਕਸਪੀਰੀਅੰਸ ਚਾਹੀਦਾ? ਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ। ਐਕਚੁਅਲੀ ਹਾਂਜੀ, ਮੈਂ ਇਹਨਾਂ ਨੂੰ ਰਿਕੁਐਸਟ ਕਰੂੰਗਾ ਸਾਡੇ ਆਫਿਸ ਨੂੰ ਕੰਟੈਕਟ ਕਰ ਲੈਣ ਜੀ, ਕਿਉਂਕਿ ਇਹਨਾਂ ਨੂੰ ਬਹੁਤ ਜ਼ਿਆਦਾ ਡਿਟੇਲ ਜਾਣਕਾਰੀ ਇਹਨਾਂ ਨੂੰ ਚਾਹੀਦਾ। ਇਹਦਾ ਸਵਾਲ ਬਹੁਤ ਸਪੈਸੀਫਿਕ ਨਹੀਂ ਹੈਗਾ, ਸੋ ਕਿਉਂਕਿ ਉਹਦੀਆਂ ਜੋ ਜੌਬ ਹੈ, ਉਹਦੀਆਂ ਰਿਕੁਆਇਰਮੈਂਟਸ ਨੇ, ਉਹਦੇ ਹਿਸਾਬ ਨਾਲ ਜਵਾਬ ਹੈ ਜਿਹੜਾ ਉਹ ਦਿੱਤਾ ਜਾ ਸਕਦਾ। ਜੀ ਬਿਲਕੁਲ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੇ ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ੍ਰੀ ਅਕਾਲ ਜੀ, ਤੋਂ ਫਰੀ ਤੋਂ ਬੋਲਦੇ ਆ ਜੀ। ਪ੍ਰੋਗਰਾਮ ਚੱਲਦਾ, ਉਹਨਾਂ ਨੂੰ ਕਾਲ ਕਰ। ਜੀ ਬਿਲਕੁਲ, ਦੱਸੋ ਮੈਮ ਕੀ ਸਵਾਲ ਹੈ ਤੁਹਾਡਾ? ਹਾਂਜੀ, ਮੇਰੀ ਬੇਟੀ ਦੀ ਜੀਐਨਐਮ ਕੀਤੀ ਹੋਈ ਹੈ, 9 ਸਾਲ ਦਾ ਜਿਹੜਾ ਨੈਨੀਡਾ ਕੀਤਾ ਹੈ। 2-3 ਵਾਰੀ ਅਸੀਂ ਵੀਜ਼ਾ ਲਾ ਚੁੱਕੇ ਹਾਂ ਤੇ ਉਹ ਰੈਸਟ ਹੋ ਗਿਆ ਤੇ ਨੈਨੀਡਾ ਵੀ ਲਾਇਆ ਤੇ ਉਹ ਵੀ, ਤੇ ਕਹਿੰਦੇ ਅਸੀਂ ਬਲੈਡਰ ਵਿੱਚ ਦੇ ਨਹੀਂ ਸਕਦੇ। ਉਹਨਾਂ ਬਾਰੇ ਜੀ ਆਪਾਂ ਟੀਵੀ ਸਕਰੀਨ ਤੇ ਆਨਸਰ ਦੇ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ। ਤੇ ਸਰ ਆਪਾਂ ਹੁਣ ਸਵਾਲਾਂ ਦੇ ਜਵਾਬ ਦੇਣਾ ਸ਼ੁਰੂ ਕਰੀਏ, ਬਹੁਤ ਸਵਾਲ ਹੋ ਗਏ ਨੇ। ਲਾਸਟ ਕਾਲ ਅਸੀਂ ਲੈ ਰਹੇ ਹਾਂ। ਬਿਲਕੁਲ, ਹੈਲੋ ਹਾਂਜੀ, ਸਤਿ ਸ਼੍ਰੀ ਅਕਾਲ, ਮੈਂ ਮਿਸਰਾਗੜ੍ਹ ਤੋਂ ਬੋਲਦਾ ਜੀ। ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸਰ। ਹਾਂਜੀ, ਕੀ ਸਵਾਲ ਹੈ ਤੁਹਾਡਾ? ਮੈਂ ਇਹ ਪੁੱਛਣਾ ਸੀਗਾ ਜੀ, ਸਾਡੇ ਮਦਰ ਉਧਰ ਕੈਨੇਡੀਅਨ ਸਿਟੀਜ਼ਨ ਇੰਡੀਆ ਗਏ ਹੋਏ ਆ ਤੇ ਵੀਜ਼ਾ ਉਹਨਾਂ ਦੇ ਐਕਸਪਾਇਰ ਹੋ ਚੁੱਕਾ 7-8 ਮਹੀਨੇ, ਤੇ ਮੇਰਾ ਬ੍ਰਦਰ ਵੀ ਉਹਦੇ ਕੋਲ 10 ਸਾਲ ਦਾ ਵਿਜ਼ਟਰ ਵੀਜ਼ਾ ਲੱਗਾ ਹੋਇਆ ਆ। ਕਿ ਉਹਨਾਂ ਦੇ ਨਾਲ ਛੱਡਣ ਨੂੰ ਆ ਸਕਦਾ? ਬਹੁਤ ਸਿੱਖ ਆ, 95 ਈਅਰ ਓਲਡ ਆ ਮਦਰ। ਜੀ ਸਰ, ਆਪਾਂ ਆਨਸਰ ਦਈਏ ਟੀਵੀ ਸਕਰੀਨ ਤੇ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ। BC ਤੋਂ ਜਿਨ੍ਹਾਂ ਨੇ ਕਿਹਾ ਸੀ ਕਿ EMPLOYER ਤੰਗ ਕਰਦੇ, ਪਹਿਲਾਂ ਉਹਨਾਂ ਦਾ ਜੀ ਬਿਲਕੁਲ। ਸੋ ਜੇ EMPLOYER ਤੰਗ ਕਰਦੇ ਹੈਗੇ ਆ ਤਾਂ ਤੁਸੀਂ ਵਲਨਰੇਬਲ ਵਰਕ ਪਰਮਿਟ ਲਈ ਅਪਲਾਈ ਕਰ ਸਕਦੇ ਹੋ। ਤੁਹਾਨੂੰ ਇਹ ਜੀ ਅਬਿਊਸਿਵ ਸਿਚੁਏਸ਼ਨ ਦੇ ਵਿੱਚੋਂ ਰਹਿਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਹੈ। ਤੇ ਉਹ ਤੋਂ ਬਾਅਦ ਤੁਹਾਨੂੰ ਓਪਨ ਵਰਕ ਪਰਮਿਟ ਮਿਲ ਜਾਣਾ ਜੀ। ਜਦੋਂ ਓਪਨ ਵਰਕ ਪਰਮਿਟ ਮਿਲ ਗਿਆ, ਉਸ ਤੋਂ ਬਾਅਦ ਤੁਸੀਂ ਕਿਤੇ ਵੀ ਕੰਮ ਹੈ ਜਿਹੜਾ ਉਹ ਕਰ ਸਕਦੇ ਹੋ। ਪਰ ਅਬਿਊਜ਼ ਨੂੰ ਜਿਹੜਾ ਪ੍ਰੂਵ ਕਰਨਾ ਹੈਗਾ, ਉਹ ਤੁਸੀਂ ਜਿਹੜਾ ਸਬੂਤ ਹੈਗਾ ਉਹ ਦੇਣੇ ਹੈਗੇ ਜੀ। ਸੋ ਜੇ ਇਹਦੇ ਨਾਲ ਜਿਹੜੇ ਤੁਹਾਨੂੰ ਕੋਈ ਅਬਿਊਜ਼ ਕਿਸ ਕਿਸਮ ਦੀ ਹੋ ਰਹੀ ਹੈ, ਆਪਾਂ ਡਿਸਕਸ ਨਹੀਂ ਕੀਤਾ ਹੈਗਾ। ਸੋ ਮੈਂ ਰਿਕੁਐਸਟ ਕਰੂੰਗਾ ਸਾਡੇ ਆਫਿਸ ਨਾਲ ਕਾਲ ਕਰ ਲੈਣ, ਜੋ ਮੇਰੇ ਨਾਲ ਉਹਦੀ ਅਪਾਇੰਟਮੈਂਟ ਫਿਕਸ ਕਰ ਦੇਣਗੇ। ਉਹਦੇ ਉੱਤੇ ਗੱਲ ਕਰ ਸਕਦੇ ਹਾਂ। ਤੇ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਆਪਾਂ ਉਹਨਾਂ ਦੀ ਜੋ ਅਬਿਊਸਿਵ ਸਿਚੁਏਸ਼ਨ ਉਹਨੂੰ ਪਬਲਿਕ 'ਚ ਡਿਸਕਸ ਕਰੀਏ ਜੀ। ਜੀ ਬਿਲਕੁਲ। ਇਸ ਤੋਂ ਬਾਅਦ ਸਕਾਰਬਰੋ ਤੋਂ ਮੈਮ ਦੀ ਕਾਲ ਆਈ ਸੀ, ਪੁੱਛਣਾ ਚਾਹੁੰਦੇ ਸੀਗੇ ਕਿ ਵਰਕ ਪਰਮਿਟ ਲਈ ਅਪਲਾਈ ਕਰਨਾ ਚਾਹੁੰਦੇ ਨੇ ਉਹ, ਤੇ ਉਹਨਾਂ ਦੇ ਹਸਬੈਂਡ ਦੀ ਐਕਸਟੈਂਸ਼ਨ ਦੇ ਬਾਰੇ 'ਚ ਗੱਲ ਕਰਨਾ ਚਾਹੁੰਦੇ ਸੀ। ਜੀ ਬਿਲਕੁਲ। ਸੋ ਉਹਨਾਂ ਦੱਸਿਆ ਕਿ ਜੂਨ 'ਚ 3 ਮਹੀਨੇ ਹੋ ਜਾਣਗੇ। ਸੋ ਉਹਨਾਂ ਨੂੰ ਕਰੀਬਨ ਸੈਪਟੈਂਬਰ ਅਕਤੂਬਰ ਦੇ ਵਿੱਚ ਉਹਨਾਂ ਨੂੰ ਜਿਹੜਾ ਡਾਕੂਮੈਂਟ ਆ ਜਾਣਾ ਹੈਗਾ ਜੀ। ਤੇ ਦੂਜਾ ਇਹਦੇ ਨਾਲ ਉਹ, ਕਿਉਂਕਿ ਜੇ ਉਹ ਸਟੂਡੈਂਟ ਵਰਕਰ ਤੇ ਗਏ ਨੇ ਤਾਂ ਉਹਨਾਂ ਕੋਲੇ BNOC ਜੌਬ ਵੀ ਹੋਣਾ ਜ਼ਰੂਰੀ ਹੈ, ਉਹ ਤਾਂ ਹੀ ਅਪਲਾਈ ਕਰ ਸਕਣਗੇ। ਤੇ ਇਹਦੇ ਨਾਲ ਮੈਂ ਦੱਸਣਾ ਚਾਹੁੰਦਾ ਕਿ ਹੁਣ ਜਿਹੜੀ ਤੁਹਾਡੀ ਜੇ ਤੁਹਾਡਾ 30 ਜਨਵਰੀ 2020 ਤੋਂ ਬਾਅਦ ਸਟੇਟਸ ਐਕਸਪਾਇਰ ਹੋਇਆ ਤਾਂ ਤੁਹਾਡੇ ਕੋਲ 31 ਦਸੰਬਰ ਤੱਕ ਦਾ ਟਾਈਮ ਹੈਗਾ ਉਹਨੂੰ ਰਿਸਟੋਰ ਕਰਨ ਨੂੰ, ਕਿਉਂਕਿ ਉਹ ਸੈਪਟੈਂਬਰ 'ਚ ਹੋਇਆ ਹੈ। ਇਸ ਕਰਕੇ ਉਹਨਾਂ ਕੋਲ ਇਨਫ ਟਾਈਮ ਹੋਊਗਾ ਜੀ। ਉਹ ਰੈਸਟੋਰੇਸ਼ਨ 'ਚ ਵੀ ਅਪਲਾਈ ਕਰ ਸਕਦੇ ਨੇ, ਪਰ ਉਹ ਮੇਕ ਸ਼ੋਰ ਕਰਨ ਕਿ ਆਪਣੀਆਂ ਰਿਕੁਆਇਰਮੈਂਟਸ ਪੂਰੀਆਂ ਕਰਨ। ਉਹਨਾਂ ਕੋਲ ਐਟਲੀਸਟ NOC ਲੈਵਲ B ਜੌਬ ਹੋਣਾ ਚਾਹੀਦਾ ਹੈ, ਪੇ ਸਟਬਸ ਹੋਣੇ ਚਾਹੀਦੇ ਨੇ। ਉਸ ਤੋਂ ਬਾਅਦ ਉਹ ਆਪਣੀ ਐਪਲੀਕੇਸ਼ਨ ਹੈ ਜਿਹੜੀ ਉਹ ਅਪਲਾਈ ਕਰਨ। ਜੋ ਹੁਣ ਇਸ ਵੇਲੇ ਕਰਦੇ ਆ ਤੇ ਉਹਨਾਂ ਦੀ ਐਪਲੀਕੇਸ਼ਨ ਆਪਣੀ ਰਿਫਿਊਜ਼ ਹੋ ਗਈ ਤੇ ਫਿਰ ਹਸਬੈਂਡ ਦੀ ਵੀ ਰਿਫਿਊਜ਼ ਹੋ ਜਾਣੀ ਹੈ, ਫਿਰ ਕੋਈ ਰੈਮੇਡੀ ਨਹੀਂ ਰਹਿਣਾ ਹੈਗਾ। ਤੋਂ ਪਹਿਲਾਂ ਉਹ ਇੰਤਜ਼ਾਰ ਕਰਨ, ਉਹਨਾਂ ਦਾ ਵਰਕ ਪਰਮਿਟ ਆਵੇ, ਉਹ ਜੌਬ ਤੇ ਜਾਣ, ਉਸ ਤੋਂ ਬਾਅਦ ਆਪਣੀ ਐਪਲੀਕੇਸ਼ਨ ਕਰਨ ਜੀ ਬਿਲਕੁਲ। ਇਸ ਤੋਂ ਬਾਅਦ ਸੀ ਜਿਨ੍ਹਾਂ ਨੇ ਪੁੱਛਿਆ ਸੀ ਕਿ ਕੀ ਵਿਜ਼ਟਰ ਵੀਜ਼ਾ ਤੇ ਜਿਹੜੇ ਆਏ ਆ ਇਸ ਨੂੰ ਆਪਾਂ ਬਿਜ਼ਨਸ ਵੀਜ਼ਾ 'ਚ ਕਨਵਰਟ ਕਰ ਸਕਦੇ ਹਾਂ? ਜੀ ਬਿਲਕੁਲ। ਸੋ ਇਹ ਬਹੁਤ ਵੱਡਾ ਮਿਸਕਨਸੈਪਸ਼ਨ ਹੈਗਾ ਕਿ ਬਿਜ਼ਨਸ ਵੀਜ਼ਾ ਦੈਨ ਇਨਵੈਸਟਮੈਂਟ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਸੀਗੀ। ਜਿਹੜਾ ਬਿਜ਼ਨਸ ਵੀਜ਼ਾ ਉਹ ਬਿਜ਼ਨਸ ਨੂੰ ਕੰਡਕਟ ਕਰਨ ਲਈ ਬਣਿਆ। ਤੁਸੀਂ ਕੋਈ ਸਰਟਨ ਮੀਟਿੰਗ ਲਈ ਆਏ ਹੋ, ਤੁਸੀਂ ਕੋਈ ਸੇਲ ਪਰਚੇਸ ਕਰਨ ਲਈ ਹੋ, ਬਿਜ਼ਨਸ ਕੰਡਕਟ ਕਰਨਾ ਹੈ, ਉਹ ਬਿਜ਼ਨਸ ਵੀਜ਼ਾ। ਇਨਵੈਸਟਮੈਂਟ ਹੈਗਾ ਕਿ ਤੁਸੀਂ ਇੱਥੇ ਕੋਈ ਆਪਦਾ ਸਿਗਨੀਫੀਕੈਂਟ ਐਸੈਟ ਬਾਏ ਕਰ ਰਹੇ ਹੋ ਤੇ ਮੁੜ ਕੇ ਉਹਨੂੰ ਤੁਸੀਂ ਆਪਰੇਟ ਕਰਨਾ ਚਾਹੁੰਦੇ ਹੋ। ਜੇ ਤਾਂ ਤੁਸੀਂ ਸਿਰਫ ਇਨਵੈਸਟ ਕੀਤਾ ਤਾਂ ਤੁਸੀਂ ਇਨਵੈਸਟਰ ਕਲਾਸ 'ਚ ਹੈਗੇ ਹੋ। ਜੇ ਤੁਸੀਂ ਕੋਈ ਬਿਜ਼ਨਸ ਖੋਲ ਕੇ ਉਹਨੂੰ ਆਪਰੇਟ ਕਰਨਾ ਹੈ, ਫਿਰ ਤੁਹਾਨੂੰ ਓਨਰ ਆਪਰੇਟਰ ਵਰਕ ਪਰਮਿਟ ਹੈ ਜਿਹੜਾ ਲੈਣਾ ਪਊਗਾ। ਤੇ ਓਨਰ ਆਪਰੇਟਰ ਵਰਕ ਪਰਮਿਟ ਲੈਣ ਲਈ ਇਹ ਜ਼ਰੂਰੀ ਹੈ ਕਿ ਜਿਹੜੇ ਬਿਜ਼ਨਸ ਤੁਸੀਂ ਓਨ ਕਰਦੇ ਹੋ ਉਹਨੂੰ ਆਪਰੇਟ ਕਰਨ ਲਈ ਤੁਹਾਡੀ ਖਾਸ ਜ਼ਰੂਰਤ ਹੋਣੀ ਚਾਹੀਦੀ ਹੈ। ਹੁਣ ਜੇ ਕੋਈ ਗੈਸ ਸਟੇਸ਼ਨ ਲੈ ਲੈਂਦਾ, ਉਹਨੂੰ ਤਾਂ ਕੋਈ ਵੀ ਆਪਰੇਟ ਕਰ ਸਕਦਾ, ਉਹ ਤੁਸੀਂ ਬੰਦੇ ਹਾਇਰ ਕਰ ਲਓ, ਆਪਰੇਟ ਕਰ ਲਓ। ਪਰ ਕੋਈ ਨਾ ਕੋਈ ਇਹੋ ਜਿਹੀ ਚੀਜ਼ ਹੈਗੀ ਹੈ ਜਿਹਨੂੰ ਆਪਰੇਟ ਕਰਨ ਲਈ ਤੁਸੀਂ ਉਹ ਜ਼ਰੂਰੀ ਹੋ। ਤੁਸੀਂ ਕੋਈ ਪ੍ਰੋਡਕਟ ਵੇਚ ਰਹੇ ਹੋ ਤੇ ਉਹ ਪ੍ਰੋਡਕਟ 'ਚ ਸਿਰਫ ਤੁਹਾਡੀ ਉਹ ਐਕਸਪਰਟਿਜ਼ ਹੈ ਤੇ ਤੁਸੀਂ ਉਹ ਵੇਚ ਸਕਦੇ ਹੋ। ਹਾਂਜੀ, ਤੁਹਾਨੂੰ ਜਿਹੜਾ ਓਨਰ ਆਪਰੇਟਰ ਹੈ ਉਹ ਵਰਕ ਪਰਮਿਟ ਮਿਲ ਸਕਦਾ ਹੈ। ਪਰ
ਵਿਜ਼ਿਟਰ ਬਿਜ਼ਨਸ ਵੀਜ਼ੇ ਚ ਕਨਵਰਟ ਕਰ ਸਕਦਾ, ਇਨਵੈਸਟਮੈਂਟ ਕਰਕੇ ਇਹ ਪੋਸੀਬਲ ਨਹੀਂ ਹੈਗਾ ਜੀ। ਇਸ ਤੋਂ ਬਾਅਦ ਜੀ ਬਰੈਂਪਟਨ ਤੋਂ ਕਾਲ ਆਈ ਸੀ, ਜਿਨ੍ਹਾਂ ਨੇ ਕਿਹਾ ਸੀ ਉਹਨਾਂ ਦੇ ਪੇਰੈਂਟਸ ਦੇ ਕੋਲ ਵੀਜ਼ਾ ਹੈਗਾ, ਵਿਜ਼ਟਰ ਵੀਜ਼ਾ ਹੈਗਾ ਨਵੰਬਰ ਤੱਕ ਦਾ, ਜੇ ਉਹ ਇੱਥੇ ਵਰਕ ਪਰਮਿਟ ਲਈ ਜਿਹੜੀ ਹੁਣ ਲੇਟੈਸਟ ਜੋ ਇਸ ਵਕਤ ਅਪਡੇਸ਼ਨਸ ਨੇ ਉਹਦੇ ਅੰਡਰ ਅਪਲਾਈ ਕਰਦੇ ਨੇ ਤੇ ਇਸ ਤੋਂ ਬਾਅਦ ਇੰਡੀਆ ਚਲੇ ਜਾਂਦੇ ਨੇ, ਕੀ ਉਹ ਐਲੀਜੀਬਲ ਹੋਣਗੇ ਇਸ ਪ੍ਰੋਸੈਸ ਲਈ? ਜੀ ਉਹਨਾਂ ਦਾ ਸਵਾਲ ਸੀ ਐਪਲੀਕੇਸ਼ਨ ਪ੍ਰੋਸੈਸ ਹੋਣਾ ਜੀ, ਐਪਲੀਕੇਸ਼ਨ ਪ੍ਰੋਸੈਸ ਹੋਊਗੀ, ਪਰ ਜੇ ਉਹਨਾਂ ਦਾ ਅਪਰੂਵ ਹੋ ਗਿਆ ਤੇ ਵਾਪਸ ਕਿਵੇਂ ਆਉਣਗੇ, ਸਵਾਲ ਇਹ ਹੈਗਾ ਜੀ, ਕਿਉਂਕਿ ਉਸ ਸਮੇਂ ਉਹਨਾਂ ਕੋਲ ਵਿਜ਼ਿਟਰ ਪਰਮਿਟ ਹੋਊਗਾ, ਕਿਉਂਕਿ ਉਹ ਵਿਜ਼ਿਟਰ ਵੀਜ਼ੇ ਤੇ ਨੇ, ਉਹਨਾਂ ਨੂੰ ਵਰਕ ਪਰਮਿਟ ਮਿਲ ਗਿਆ, ਉਹਨਾਂ ਨੂੰ ਨਵਾਂ ਪਰਮਿਟ ਅਪਲਾਈ ਹੈ ਜਿਹੜਾ ਇੰਡੀਆ ਤੋਂ ਕਰਨਾ ਪੈਣਾ। ਜੇ ਕੋਵਿਡ ਸਿਚੁਏਸ਼ਨ ਰਹੀ ਤਾਂ ਉਹ ਵਰਕ ਪਰਮਿਟ ਹਾਲੇ ਐਲੀਜੀਬਲ ਨਹੀਂ ਹੈਗਾ। ਸੋ ਜੇ ਉਹ ਵਰਕ ਪਰਮਿਟ ਅਪਲਾਈ ਕਰਨੇ ਚਾਹੁੰਦੇ ਨੇ ਤਾਂ ਉਹਨਾਂ ਨੂੰ ਇੱਥੇ ਹੀ ਰਹਿਣ ਤੇ ਤਾਂ ਹੀ ਉਹਨੂੰ ਪ੍ਰੋਸੈਸ ਕਰਨ। ਜਿਹੜਾ ਜਾਣ ਦਾ ਇਰਾਦਾ ਹੈ ਫਿਰ ਉਹ ਮਾਮਲੇ 'ਚ ਨਾ ਆਉਣ, ਕਿਉਂਕਿ ਉਹਨਾਂ ਨੇ ਆਪਦਾ ਇੰਟੈਂਟ ਵੀ ਚੇਂਜ ਕਰ ਲੈਣਾ। ਨੈਕਸਟ ਟਾਈਮ ਜੇ ਉਹਨਾਂ ਨੇ ਦੁਬਾਰਾ ਅਪਲਾਈ ਕਰਿਆ, ਉਹਨੂੰ ਰਿਫਿਊਜ਼ ਹੋ ਗਿਆ ਤਾਂ ਫਿਰ ਉਹਨਾਂ ਨੂੰ ਕਦੇ ਵੀ ਆਉਣਾ ਮੁਸ਼ਕਲ ਹੋ ਜਾਣਾ ਜੀ। ਬਿਲਕੁਲ, ਇੱਕ ਦਰਸ਼ਕਾਂ ਨੂੰ ਖਾਸ ਤੌਰ ਤੇ ਪਲੀਜ਼ ਅਪੀਲ ਹੈ, ਬੇਨਤੀ ਹੈ, ਜਿਹੜਾ WhatsApp ਦਾ ਨੰਬਰ ਹੈ ਉਹ ਸਿਰਫ ਕੈਨੇਡਾ ਤੋਂ ਬਾਹਰ ਜਿਵੇਂ ਇੰਡੀਆ, ਇਟਲੀ, ਉਹਨਾਂ ਦੇ ਲਈ ਇਹ ਨੰਬਰ ਜਿਹੜਾ ਪ੍ਰੋਵਾਈਡ ਕੀਤਾ ਗਿਆ। ਸੋ ਜੇ ਤੁਸੀਂ ਇਨਸਾਈਡ ਕੈਨੇਡਾ ਕਾਲ ਕਰ ਰਹੇ ਹੋ ਪਲੀਜ਼ ਦੂਸਰੇ ਨੰਬਰ ਤੇ ਕਾਲ ਕਰੋ। WhatsApp ਨੰਬਰ ਜਿਹੜਾ ਆ ਓਨਲੀ ਜਿਹੜੇ ਕੈਨੇਡਾ ਤੋਂ ਆਊਟਸਾਈਡ ਨੇ ਉਹਨਾਂ ਦੇ ਲਈ ਹੈ। ਸਰ ਇਸ ਤੋਂ ਬਾਅਦ ਨੈਕਸਟ ਜਿਹੜਾ ਕੁਐਸਚਨ ਸੀ ਉਹ ਸੀਗਾ ਕਿ ਐਕਸਟੈਂਸ਼ਨ ਲਈ ਉਹਨਾਂ ਨੇ ਪੁੱਛਿਆ ਸੀਗਾ ਕਿ ਕੀ ਰਾਈਟ ਟਾਈਮ ਹੋ ਸਕਦਾ, ਮੈਨੂੰ ਐਗਜ਼ੈਕਟ ਇਹ ਕੁਐਸਚਨ ਨਹੀਂ ਸਮਝ ਆਇਆ ਸੀ। ਸੋ ਉਹਨਾਂ ਦਾ ਸਵਾਲ ਸੀ ਕਿ ਉਹਨਾਂ ਦਾ ਜਿਹੜਾ ਸਕੂਲ ਹੈ ਉਹ ਅੱਗੇ ਜਿਹੜਾ ਕੋਰਸ ਆ ਖਤਮ ਹੋ ਜਾਣਾ, ਅਗਲਾ ਕੋਰਸ ਉਹਨਾਂ ਨੇ ਲੈ ਲਿਆ ਤੇ ਨਵੰਬਰ 'ਚ ਉਹਨਾਂ ਦਾ ਪਰਮਿਟ ਹੈ ਜਿਹੜਾ ਐਕਸਪਾਇਰ ਹੋ ਰਿਹਾ, ਕਦੋਂ ਅਪਲਾਈ ਕਰਨ? ਹਾਂਜੀ, ਉਹਨਾਂ ਦਾ ਚੰਗਾ ਦਿਨ ਕੱਲ ਸੀ, ਉਹਨਾਂ ਨੂੰ ਬਿਲਕੁਲ ਕੱਲ ਕਰ ਦੇਣਾ ਚਾਹੀਦਾ ਸੀ। ਜਿਸ ਦਿਨ ਉਹਨਾਂ ਨੂੰ ਐਡਮਿਸ਼ਨ ਹੋ ਗਿਆ ਸੀ, ਫੀ ਜਮ੍ਹਾਂ ਕਰਾਤੀ ਸੀ, ਉਸੇ ਵੇਲੇ ਹੀ ਉਹਨਾਂ ਨੂੰ ਐਪਲੀਕੇਸ਼ਨ ਹੈ ਜਿਹੜੀ ਉਹ ਕਰਨੀ ਚਾਹੀਦੀ ਸੀ। ਸੋ ਉਹਨੂੰ ਡਿਲੇ ਕਰਨ ਦਾ ਕੋਈ ਮਤਲਬ ਨਹੀਂ ਹੈਗਾ। ਮੇਕ ਸ਼ੋਰ ਕਰਨ ਜਦੋਂ ਐਪਲੀਕੇਸ਼ਨ ਕਰਨ ਤਾਂ ਸੈਕਸ਼ਨ 219 ਦੀਆਂ ਰਿਕੁਆਇਰਮੈਂਟਸ ਪੂਰੀਆਂ ਕਰਨ। ਸੈਕਸ਼ਨ 219 ਦੀਆਂ ਰਿਕੁਆਇਰਮੈਂਟਸ ਕੀ ਨੇ ਕਿ ਤੁਸੀਂ ਐਨਰੋਲਡ ਹੋਣੇ ਚਾਹੀਦੇ ਹੋ ਸਕੂਲ ਦੇ ਵਿੱਚੋਂ, ਤੁਸੀਂ ਫੀ ਜਮ੍ਹਾਂ ਕਰਾਈ ਹੋਣੀ ਚਾਹੀਦੀ ਹੈ ਤੇ ਤੁਸੀਂ ਇਹ ਵੀ ਪ੍ਰੂਵ ਕਰਨਾ ਹੈ ਕਿ ਤੁਸੀਂ ਬਿਨਾਂ ਕੰਮ ਕਰੇ ਕੈਨੇਡਾ ਦੇ ਵਿੱਚੋਂ ਵਿਦਆਊਟ ਵਰਕਿੰਗ ਇਨ ਕੈਨੇਡਾ ਆਪਣੇ ਆਪ ਨੂੰ ਸਪੋਰਟ ਕਰ ਸਕਦੇ ਹੋ। ਸੋ ਤੁਹਾਨੂੰ ਬੈਂਕ 'ਚੋਂ ਵੀ ਪੈਸੇ ਹੋਣੇ ਚਾਹੀਦੇ ਨੇ। ਸੋ ਐਡਮਿਸ਼ਨ ਹੋਗੀ, ਸਕੂਲ ਦੀ ਫੀ ਹੋਗੀ ਤੇ ਆਪਣੇ ਆਪ ਨੂੰ ਸਪੋਰਟ ਕਰਨ ਦੇ ਪੈਸੇ ਹੋਗੇ। ਸੋ ਜੇ ਮੰਨ ਲਓ ਤੁਹਾਡੀ 16,000 ਫੀਸ ਹੈਗੀ ਆ ਤੇ ਤੁਸੀਂ 8,000 ਇੱਕ ਸਮੈਸਟਰ ਦੀ ਦੇਤੀ ਤਾਂ 8,000 ਤਾਂ ਤੁਹਾਡੇ ਕੋਲ ਫੀਸ ਦੇਣ ਜੋਗੇ ਵੀ ਹੋਣੇ ਚਾਹੀਦੇ ਨੇ, ਇਹਦੇ ਨਾਲ ਨਾਲ ਤੁਹਾਨੂੰ ਸਪੋਰਟ ਆਪਣੇ ਆਪ ਨੂੰ ਇੱਥੇ ਸਪੋਰਟ ਕਰਨ ਨੂੰ ਵੀ ਪੈਸੇ ਚਾਹੀਦੇ ਨੇ। ਜੇ ਪੈਸੇ ਘੱਟ ਹੋਏ ਤਾਂ ਵੀ ਤੁਸੀਂ ਸੈਕਸ਼ਨ 219 ਦੀਆਂ ਰਿਕੁਆਇਰਮੈਂਟ ਸੈਕਸ਼ਨ 219 ਦੀਆਂ ਰਿਕੁਆਇਰਮੈਂਟ ਪੂਰੀਆਂ ਨਹੀਂ ਕਰਦੇ, ਕੇਸ ਰਿਫਿਊਜ਼ ਹੋ ਸਕਦਾ। ਸਿਮਿਲਰਲੀ ਤੁਸੀਂ ਜਿਹੜੀ ਪਹਿਲਾਂ ਪੜ੍ਹਾਈ ਕੀਤੀ ਹੈ ਉਹਦੇ ਸੈਕਸ਼ਨ 220 ਦੀ ਰਿਕੁਆਇਰਮੈਂਟ ਵੀ ਪੂਰੀ ਕਰਨੀ ਹੈ ਕਿ ਤੁਸੀਂ ਪਾਸ ਵੀ ਹੋਏ ਹੋ, ਇਹਦਾ ਸਬੂਤ ਵੀ ਤੁਸੀਂ ਨਾਲ ਦੇਣਾ ਹੈਗਾ। ਬਿਲਕੁਲ ਜੀ। ਇਸ ਤੋਂ ਬਾਅਦ ਸੀ ਇਟਲੀ ਵਾਲਿਆਂ ਨੂੰ ਤੁਸੀਂ ਕਹਿ ਦਿੱਤਾ ਸੀ ਕਿ ਤੁਸੀਂ ਆਫਿਸ ਵਿੱਚ ਪਹਿਲਾਂ ਕੰਟੈਕਟ ਕਰੋ ਕਿਉਂਕਿ ਕਾਫੀ ਡਿਟੇਲਸ ਚਾਹੀਦੀਆਂ ਹੋ ਸਕਦੀਆਂ ਨੇ। ਸਰੀ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਉਹਨਾਂ ਦੀ ਬੇਟੀ ਨੇ GNM ਨਰਸਿੰਗ ਕੀਤੀ ਹੈ, ਇਹਦੇ ਬਾਰੇ ਗੱਲ ਕਰਾਂਗੇ। ਇੱਕ ਦਰਸ਼ਕ ਪਹਿਲਾਂ ਜੁੜ ਗਏ ਨੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਕਿੱਥੋਂ ਬੋਲ ਰਹੇ ਹੋ ਜੀ? ਮੈਂ ਸਰੀ ਤੋਂ ਬੋਲਦਾ ਮੈਡਮ ਜੀ। ਸਰ ਦੱਸੋ ਕੀ ਸਵਾਲ ਹੈ? ਮੈਡਮ ਮੈਂ ਮੇਰੇ ਕੋਲ ਵਰਕ ਪਰਮਿਟ 2 ਸਾਲ ਦਾ ਵਰਕ ਆਪਣੇ ਨੋਰਮਲ ਹੈ ਜੀ, ਤੇ ਮੇਰਾ ਬੇਟੇ ਨੇ ਜਿੱਥੇ ਕੰਮ ਕਰ ਰਿਹਾ ਆ ਉਹਨਾਂ ਨੇ ਜੋਬ ਲੈਟਰ ਤਾਂ ਦੇ ਦਿੱਤਾ ਆ, ਲੇਕਿਨ ਉਹ ਵਰਕ ਪਰਮਿਟ ਅਪਲਾਈ ਕਰ ਸਕਦਾ ਆ? ਜੀ ਜੌਬ ਲੈਟਰ ਦੇ ਬੇਸਿਸ ਤੇ ਨਹੀਂ ਕਰ ਸਕਦੇ ਜੀ। LMIA ਜਿਹੜਾ ਚਾਹੀਦਾ, ਜੇ LMIA ਹੋਊਗਾ ਤਾਂ ਹੀ ਉਹ ਅਪਲਾਈ ਕਰ ਸਕਦੇ ਨੇ ਤੇ ਉਹਨਾਂ ਦਾ ਵਿਜ਼ਟਰ ਸਟੇਟਸ ਵੀ ਵੈਲਿਡ ਹੋਣਾ ਚਾਹੀਦਾ। ਇਹਦੇ ਨਾਲ ਨਾਲ ਉਹਦਾ ਵੈਲਿਡ ਆ? ਹਾਂਜੀ, ਫਿਰ ਬਿਲਕੁਲ ਕਰ ਸਕਦੇ ਆ ਜੀ ਜੇ LMIA ਹੈਗਾ ਜੀ। ਬਹੁਤ ਬਹੁਤ ਧੰਨਵਾਦ ਜੀ ਕਾਲ ਕਰਨ ਦੇ ਲਈ। ਇਸ ਤੋਂ ਬਾਅਦ ਸਿਰਫ ਸਰੀ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਉਹਨਾਂ ਦੀ ਬੇਟੀ ਨੇ GNM ਕੀਤੀ ਹੈ, 9 ਸਾਲ ਦਾ ਤਜਰਬਾ, ਨੈਨੀ ਦਾ ਕੋਰਸ ਵੀ ਕੀਤਾ ਹੈ, 2-3 ਵਾਰ ਅਪਲਾਈ ਕੀਤਾ ਪਰ ਰਿਫਿਊਜ਼ ਹੋ ਗਿਆ ਜੀ। ਸਭ ਤੋਂ ਪਹਿਲਾਂ ਤਾਂ ਜੇ ਉਹ ਆਲਰੇਡੀ GNM ਸੀ ਤਾਂ ਨੈਨੀ ਦਾ ਕੋਰਸ ਕਰਨ ਦਾ ਕੋਈ ਮਤਲਬ ਨਹੀਂ ਸੀਗਾ। ਸੋ ਬਹੁਤ ਸਾਰੇ ਰਿਫਿਊਜ਼ਲ ਕੇਸਿਸ ਦੇ ਵਿੱਚ ਇਹ ਵੀ ਦੇਖਿਆ ਗਿਆ ਕਿ ਜੇ ਉਹ ਆਲਰੇਡੀ ਟ੍ਰੇਨਡ ਨਰਸ ਹੈ ਤੇ ਉਹਦੇ ਕੋਲ ਐਕਸਪੀਰੀਅੰਸ ਵੀ ਹੈ ਤਾਂ ਉਹ ਆਪਣੇ ਤੋਂ ਥੱਲੇ ਲੈਵਲ ਦਾ ਕੋਰਸ ਕਿਉਂ ਕਰਨ ਲਈ ਜਾਓਗੇ? ਤੇ ਜਦੋਂ ਉਹਨੂੰ ਇੰਟਰਵਿਊ ਕੀਤਾ ਜਾਂਦਾ ਕਈ ਵਾਰੀ ਇਹ ਸਵਾਲ ਦਾ ਜਵਾਬ ਉਹਨਾਂ ਕੋਲੇ ਨਹੀਂ ਹੁੰਦਾ। ਤੇ ਇਹਦੇ ਨਾਲ ਨਾਲ ਦੂਜਾ, ਜੇ ਉਹ ਇੱਕ ਵਾਰੀ ਰਿਫਿਊਜ਼ ਹੋ ਗਿਆ ਉਹ ਦੁਬਾਰੇ ਫਿਰ ਲਾਵਾਂਗੇ ਉਹ ਫਿਰ ਰਿਫਿਊਜ਼ ਹੋਊਗਾ ਕਿਉਂਕਿ ਉਹਨੂੰ ਆਖਿਆ ਜਾਂਦਾ ਰੇਜ਼ ਜੂਡੀਕਾਟਾ। ਰੇਜ਼ ਜੂਡੀਕਾਟਾ ਦਾ ਮਤਲਬ ਹੈਗਾ ਇੱਕ ਫੈਸਲੇ ਤੇ ਫਿਰ ਕਿਉਂ ਫੈਸਲਾ ਕੀਤਾ ਜਾਵੇ ਜੇ ਤੱਥ ਵੀ ਉਹੀ ਹੈ, ਸਬੂਤ ਵੀ ਉਹੀ ਹੈ, ਫਿਰ ਬੰਦਾ ਵੀ ਉਹੀ ਹੈ, ਫਿਰ ਫੈਸਲਾ ਵੀ ਉਹੀ ਰਹੇ। ਸੋ ਜੇ ਉਹ ਇੱਕ ਵਾਰ ਰਿਫਿਊਜ਼ ਹੋ ਗਿਆ ਸੀ, ਦੁਬਾਰੇ ਕਰਨ ਤੋਂ ਪਹਿਲਾਂ ਜਾਣਨਾ ਸੀ ਕਿਉਂ ਰਿਫਿਊਜ਼ ਕੀਤਾ। ਜੇ ਉਹ ਦੁਬਾਰੇ ਵੀ ਕੀਤਾ ਜਾਂਦਾ ਫਿਰ ਉਹਨੂੰ ਫੈਡਰਲ ਕੋਰਟ ਦੇ ਵਿੱਚੋਂ ਚੈਲੰਜ ਤੁਹਾਨੂੰ ਅਪੀਲ ਹੈ ਜਿਹੜੀ ਉਹ ਜ਼ਰੂਰ ਕਰਨੀ ਚਾਹੀਦੀ ਸੀ। ਬਿਲਕੁਲ, ਇੱਕ ਦਰਸ਼ਕ ਹੋ ਜੁੜ ਗਏ ਨੇ। ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਮੈਂ ਐਡਮਿੰਟਨ ਤੋਂ ਬੋਲਦੀ ਹਾਂ। ਮੈਂ ਅੱਗੇ ਵੀ ਕਾਲ ਕੀਤੀ ਹੈ ਕਾਫੀ ਟਾਈਮ, ਲੇਕਿਨ ਮੇਰਾ ਹੁਣ ਕੁਐਸਚਨ ਇਹ ਹੈ ਕਿ ਮੇਰੇ ਹਸਬੈਂਡ ਇੰਡੀਆ ਮੈਨੂੰ ਲਾਈਕ ਆਲਮੋਸਟ 1.5 ਸਾਲ ਹੋ ਗਿਆ ਹਨਾ। ਅਸੀਂ ਮੇਰੀ ਮੈਰਿਜ ਤੋਂ ਬਾਅਦ ਮੈਂ ਆ ਗਈ ਸੀ ਤੇ ਉਸ ਤੋਂ ਬਾਅਦ ਉਹਨਾਂ ਨੂੰ ਵੀਜ਼ਾ ਨਹੀਂ ਹਜੇ ਇਸ਼ੂ ਹੋਇਆ। ਮੇਰਾ ਕੁਐਸਚਨ ਹੈ ਵੀ ਮੈਂ ਜੇ ਇੰਡੀਆ ਜਾਣਾ ਚਾਹਾਂ ਕਿਉਂਕਿ ਮੈਂ ਸਿਟੀਜ਼ਨ ਹਾਂ ਕੈਨੇਡਾ ਦੀ,
ਤਾਂ ਮੇਰੇ ਕੋਲ ਕੋਈ ਆਪਸ਼ਨ ਹੈਗੀ ਆ, ਕਿਉਂਕਿ ਲਾਈਕ ਜੇ ਮੈਂ ਜਾਣਾ ਚਾਹਾਂ ਤਾਂ ਮੈਂ ਵੀਜ਼ਾ ਲੈਣਾ ਜਾਂ ਮੈਂ ਕਿਸ ਆਫਿਸ ਨੂੰ ਕੰਟੈਕਟ ਕਰਾਂ, ਕਿਉਂਕਿ ਮੈਨੂੰ ਇੱਕ ਵਾਰੀ ਲਾਸਟ ਟਾਈਮ ਤੁਹਾਡੇ ਫੋਨ ਕਿਸੇ ਨੇ ਹੋਰ ਸੀਗੇ ਕੋਈ ਇਮੀਗ੍ਰੇਸ਼ਨ ਵਾਲੇ, ਉਹਨਾਂ ਨੇ ਕਿਹਾ ਸੀ ਕਿ ਤੁਸੀਂ ਕਿਤੇ ਕਾਲ ਕਰ ਸਕਦੇ ਹੋ ਕਿਉਂਕਿ ਉਹ ਐਮਰਜੈਂਸੀ ਵੀਜ਼ਾਸ ਅਪਲਾਈ ਕਰਦੇ ਆ, ਤੇ ਮੈਨੂੰ ਇਹ ਸੀ ਵੀ ਮੈਂ ਜੇ ਤੁਸੀਂ ਮੈਨੂੰ ਉਹਦੇ ਬਾਰੇ ਕੋਈ ਇਨਫੋਰਮੇਸ਼ਨ ਦੇ ਸਕਦੇ ਹੋ। ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਦਿਆ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਇੰਡੀਆ ਦੇ ਵੀਜ਼ੇ ਬਾਰੇ ਗੱਲ ਕਰ ਰਹੇ ਹੋ ਜੀ, ਸੋ ਮੈਨੂੰ ਉਹਦੀ ਕੋਈ ਜਾਣਕਾਰੀ ਨਹੀਂ ਹੈਗੀ ਹੈ। ਤੁਸੀਂ ਜਿਹੜਾ ਇੰਡੀਅਨ ਕਾਉਂਸਲੇਟ ਹੈਗਾ ਉਹਦੀ ਵੈਬਸਾਈਟ ਤੇ ਜਾ ਕੇ ਬਾਕੀ ਜਾਣਕਾਰੀ ਹੈ ਜਿਹੜੀ ਉੱਥੋਂ ਲੈ ਸਕਦੇ ਹੋ, ਤੁਸੀਂ ਗੂਗਲ ਕਰ ਸਕਦੇ ਹੋ। ਮੈਮ ਜੀ ਤੁਸੀਂ ਟੀਵੀ ਸਕਰੀਨ ਤੇ ਆਨਸਰ ਚ ਇਹੀ ਸੁਣਾਓਗੇ ਵੈਸੇ ਵੀ ਕਿ ਜੇ ਤੁਸੀਂ ਇੰਡੀਅਨ ਵੀਜ਼ਾ ਦੇ ਬਾਰੇ ਗੱਲ ਕਰਨੀ ਆ, ਇੰਡੀਅਨ ਕਾਉਂਸਲੇਟ ਦੇ ਆਫਿਸ ਤੁਸੀਂ ਕਾਲ ਕਰ ਸਕਦੇ ਹੋ। ਤੁਸੀਂ ਐਡਮਿੰਟਨ ਤੋਂ ਤੁਸੀਂ ਮੇਰੇ ਖਿਆਲ ਚ ਉਧਰ BC ਸਾਈਡ ਕਰ ਸਕਦੇ ਹੋ, ਜੇ ਤੁਸੀਂ ਟੋਰਾਂਟੋ ਵੱਲ ਹੁੰਦੇ ਤਾਂ ਟੋਰਾਂਟੋ ਦੇ ਕਾਉਂਸਲੇਟ ਆਫਿਸ ਵਿੱਚ ਕਾਲ ਕਰ ਸਕਦੇ ਸੀ, ਜਾਂ ਉਹਨਾਂ ਨੂੰ ਇੱਕ ਤੁਸੀਂ ਈਮੇਲ ਵੀ ਕਰ ਦਿਓ, ਇਹ ਤੁਹਾਡੀ ਕੰਡੀਸ਼ਨ ਹੈ ਕਿ ਤੁਹਾਨੂੰ ਵੀਜ਼ਾ ਮਿਲ ਸਕਦਾ, ਤੁਸੀਂ ਟਰੈਵਲ ਕਰ ਸਕਦੇ ਹੋ, ਸੋ ਤੁਹਾਨੂੰ ਡਿਟੇਲ ਦੇ ਵਿੱਚ ਈਮੇਲ ਦੇ ਵਿੱਚ ਵੀ ਆਨਸਰ ਦੇ ਸਕਦੇ ਨੇ। ਜੀ ਬਿਲਕੁਲ, ਤੁਸੀਂ ਇੰਡੀਅਨ ਕਾਉਂਸਲੇਟ ਦੇ ਆਫਿਸ ਦੇ ਵਿੱਚ ਤੁਸੀਂ ਈਮੇਲ ਕਰਨੀ ਹੈ ਜਾਂ ਕਾਲ ਕਰਨੀ ਹੈ। ਸਰ ਆਪਾਂ ਨੈਕਸਟ ਕੁਐਸਚਨ ਦੀ ਆਨਸਰ ਸੀ ਸਰ, ਜਿਨ੍ਹਾਂ ਦਾ ਵੈਸੇ ਰਿਫਿਊਜ਼ ਹੋਇਆ, ਕਿ ਤੁਸੀਂ ਇਸ ਦੇ ਬਾਰੇ ਵਿੱਚ ਜੇ ਤੁਹਾਡੇ ਨਾਲ ਹੁਣ ਕੰਟੈਕਟ ਕਰਦੇ ਆ ਇਹਦੇ ਬਾਰੇ ਗੱਲ ਕਰ ਸਕਦੇ ਹੋ, ਰਿਫਿਊਜ਼ਲ ਕੇਸਿਸ ਦੇ ਬਾਰੇ ਵਿੱਚ? ਬਿਲਕੁਲ ਜੀ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਦਾ ਜਿਹੜਾ ਫੁੱਲ ਡਿਸਕਲੋਜ਼ਰ ਹੈ ਉਹ ਡਿਮਾਂਡ ਕਰਨਾ ਚਾਹੀਦਾ ਹੈਗਾ, ਤਾਂ ਕਿ ਪਤਾ ਲੱਗੇ ਕਿ ਕੇਸ ਦੀ ਹਿਸਟਰੀ ਕੀ ਹੈਗੀ ਹੈ। ਸੋ ਕੇਸ ਹਿਸਟਰੀ ਜਾਣਨ ਤੋਂ ਬਾਅਦ ਉਹਦੇ ਹੱਲ ਵੱਲ ਨੂੰ ਜਾਇਆ ਜਾ ਸਕਦਾ ਹੈਗਾ। ਸੋ ਜੇ ਉਹਨਾਂ ਦਾ ਮਲਟੀਪਲ ਟਾਈਮ ਰਿਫਿਊਜ਼ਲ ਹੋਇਆ ਹੈਗਾ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਪ੍ਰੋਬਲਮ ਹੈ ਜਿਹੜੀ ਐਗਜ਼ਿਸਟ ਕਰਦੀ ਹੈ। ਇੱਕ ਕਾਲਰ ਨੇ, ਮੈਂ ਖਾਸ ਪੁਆਇੰਟ ਆਊਟ ਕਰਨਾ ਚਾਹੂੰਗਾ ਕਿ ਉਹਨਾਂ ਨੇ ਆਖਿਆ ਕਿ ਉਹਨਾਂ ਦਾ ਕੇਸ ਇਸ ਕਰਕੇ ਰਿਫਿਊਜ਼ ਕਰਤਾ ਕਿ ਉਹ ਬਲੱਡ ਰਿਲੇਟਿਵ ਹੈ, ਇਹ ਕੋਈ ਬਿਲਕੁਲ ਰਿਫਿਊਜ਼ਲ ਦਾ ਰੀਜ਼ਨ ਨਹੀਂ ਹੈਗਾ। ਕਿਵੇਂ ਇਸ ਗੱਲ ਨੂੰ ਇਮੀਗ੍ਰੇਸ਼ਨ ਮਹਿਕਮਾ ਕੋਰਟ 'ਚ ਜਾ ਕੇ ਡਿਫੈਂਡ ਕਰੂਗਾ ਕਿ ਅਸੀਂ ਇਸ ਕਰਕੇ ਰਿਫਿਊਜ਼ ਕਰਦੇ ਹਾਂ ਕਿ ਇਹਦਾ ਬਲੱਡ ਰਿਲੇਟਿਵ ਹੈ? ਸੈਕਸ਼ਨ 204 ਤਾਂ ਗੱਲ ਕਹਿੰਦਾ ਹੀ ਨਹੀਂ। ਸੈਕਸ਼ਨ 204 ਇਹ ਗੱਲ ਕਹਿੰਦਾ ਕਿ ਜਿਹੜਾ ਵਰਕਰ ਹੈ ਉਹ ਜੋ ਵੀ ਡਿਊਟੀਜ਼ ਤੇ ਰਿਸਪੌਂਸਿਬਿਲਿਟੀਜ਼ ਨੇ ਉਹ ਪਰਫਾਰਮ ਕਰਨ ਦੀ ਅਬਿਲਿਟੀ ਰੱਖਦਾ ਹੋਵੇ ਤੇ ਉਹਨੂੰ ਵੀਜ਼ਾ ਦੇ ਦਿੱਤਾ ਜਾਵੇ। ਤੋ ਇਹ ਤਾਂ ਕਿਤੇ ਲਿਖਿਆ ਨਹੀਂ ਕਿ ਜੇ ਬਲੱਡ ਰਿਲੇਟਿਵ ਹੈ ਡਿਊਟੀਜ਼ ਪਰਫਾਰਮ ਨਹੀਂ ਕਰ ਸਕਦਾ। ਉਹਦੀਆਂ ਰਿਕੁਆਇਰਮੈਂਟ ਕੀ ਨੇ? ਜੇ ਉਹ ਕੇਅਰ ਗਿਵਰ ਦੇ ਤੌਰ ਤੇ ਆ ਰਹੇ ਸੀਗੇ, ਉਹਨੇ GNM ਕੀਤੀ ਸੀ, ਉਹਦੇ ਅੰਗਰੇਜ਼ੀ 'ਚੋਂ ਨੰਬਰ ਸੀਗੇ, ਉਹਦੇ ਬਾਅਦ ਉਹਦਾ ਐਕਸਪੀਰੀਅੰਸ ਸੀਗਾ। ਉਹ ਜਦੋਂ ਆ ਰਹੀ ਸੀ ਉਹ ਇਸ ਕਰਕੇ ਨਹੀਂ ਆ ਰਹੀ ਸੀ ਡਾਟਰ ਕਿ ਉਹਨੇ ਰਿਸ਼ਤੇਦਾਰ ਦੇ ਤੌਰ ਤੇ ਆਉਣਾ, ਉਹਨੇ EMPLOYEE ਦੇ ਤੌਰ ਤੇ ਆਉਣਾ ਸੀਗਾ। ਤੋ ਜੋ EMPLOYEE ਦੀਆਂ ਰਿਕੁਆਇਰਮੈਂਟਸ ਪੂਰੀਆਂ ਕਰਦੀਆਂ ਨੇ ਤੇ ਫਿਰ ਇਹ ਤਾਂ ਡਿਸਕ੍ਰਿਮੀਨੇਸ਼ਨ ਹੋਊਗੀ ਨਾ, ਕਹਿਣਾ ਕਿ ਤੁਸੀਂ ਆਪਣੇ ਬਲੱਡ ਰਿਲੇਟਿਵ ਨੂੰ ਨਹੀਂ ਹਾਇਰ ਕਰ ਸਕਦੇ। ਸੋ ਇਹ ਕੋਈ ਕ੍ਰਾਈਟੇਰੀਆ ਨਹੀਂ ਹੈਗਾ ਕਿ ਉਹਨੂੰ ਇਸ ਕਰਕੇ ਰਿਫਿਊਜ਼ ਕਰਤਾ ਕਿ ਉਹਦਾ ਬਲੱਡ ਰਿਲੇਟਿਵ। ਬਿਲਕੁਲ ਨਹੀਂ ਜੀ ਬਿਲਕੁਲ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਜੀ? ਹਾਂਜੀ, ਮੈਂ ਕੈਲਗਰੀ ਤੋਂ ਬੋਲਦੀ ਪਰਮਿੰਦਰ। ਮੈਂ ਪੁੱਛਣਾ ਸੀਗਾ ਕਿ ਇਸ ਟਾਈਮ PR ਦੀਆਂ ਫਾਈਲਸ ਪ੍ਰੋਸੈਸ ਹੋ ਰਹੀਆਂ ਨੇ ਤੇ ਜਨਰਲੀ ਕਿੰਨਾ ਟਾਈਮ ਲੱਗਦਾ PNP ਤੋਂ ਬਾਅਦ PR ਦੀ ਫਾਈਲ ਲਈ? ਜੀ ਆਪਾਂ ਆਨਸਰ ਦਈਏ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ। ਇੱਕ ਦਰਸ਼ਕ ਹੋਰ ਜੁੜ ਗਏ ਨੇ। ਹੈਲੋ ਹਾਂਜੀ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਮੈਂ ਬ੍ਰੈਂਟਨ ਤੋਂ ਅਸ਼ੋਕ ਬੋਲਦਾ ਜੀ। ਮੈਂ ਸਰ ਹੁਣਾਂ ਕੋਲ ਇਹ ਪੁੱਛਣਾ ਸੀ, ਜਿਹੜਾ ਆਪਣਾ ਵਿਜ਼ਟਰ ਵਾਲਾ ਜਿਹੜਾ ਵਰਕ ਪਰਮਿਟ 'ਚ ਕਨਵਰਟ ਹੋਇਆ ਹੈ ਉਹਦੇ ਵਿੱਚ ਸਰ ਹੁਣੀ ਨੇ ਕਿਹਾ ਵੀ ਜੌਬ ਲੈਟਰ ਜਾਂ LMI ਵਾਲਾ ਬੇਸ ਜਾਂ LMI ਤੋਂ ਬਗੈਰ ਵੀ ਚੱਲ ਜਾਊਗਾ। ਮਤਲਬ ਕਿ ਸਾਨੂੰ ਜੌਬ ਲੈਟਰ ਪ੍ਰੋਵਾਈਡ ਕੋਈ ਇਹ ਸਰ ਹੁਣੀ ਕਰ ਸਕਦੇ ਆ ਜਾਂ ਅਗਰ LMI ਪ੍ਰੋਸੈਸ ਇਹਨਾਂ ਦੇ ਆਫਿਸ 'ਚ ਹੋ ਸਕਦਾ ਕਿ ਉਹ ਸਾਨੂੰ ਹੀ ਲੱਭਣਾ ਪੈਣਾ? ਆਪਾਂ ਟੀਵੀ ਸਕਰੀਨ ਤੇ ਆਨਸਰ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ। ਇਸ ਤੋਂ ਪਹਿਲਾਂ ਇਹਨਾਂ ਦਾ ਦਈਏ ਇੱਕ ਮਿਸੀਸਾਗਾ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਉਹੀ ਕੈਨੇਡੀਅਨ ਵੀਜ਼ਾ ਉਹਨਾਂ ਦਾ ਜਿਹੜਾ ਐਕਸਪਾਇਰ ਹੋ ਚੁੱਕਿਆ। ਇਸ ਤੋਂ ਇਲਾਵਾ ਇੱਕ ਦੇ ਕੋਲ 10 ਸਾਲ ਦਾ ਜਿਹੜਾ ਵਿਜ਼ਟਰ ਵੀਜ਼ਾ ਹੈਗਾ, ਕੀ ਉਹ ਇਸ ਟਾਈਮ ਆ ਸਕਦੇ ਨੇ? ਹਾਂਜੀ, ਸੋ ਉਹਨਾਂ ਨੇ ਆਪਣੇ ਓਲਡ ਮਦਰ ਬਾਰੇ ਗੱਲ ਕੀਤੀ ਸੀਗੀ ਜੀ। ਸੋ ਜਿਹੜੇ ਬ੍ਰਦਰ ਹੈਗੇ ਨੇ ਉਹ ਟਰੈਵਲ ਐਗਜ਼ੈਂਪਸ਼ਨ ਦੇ ਥੱਲੇ ਨਹੀਂ ਹੈਗੇ, ਉਹ ਰਿਸਟ੍ਰਿਕਟਡ ਨੇ ਜੀ, ਉਹ ਨਹੀਂ ਆ ਸਕਣਗੇ। ਤੇ ਜਿਹੜੇ ਤੁਹਾਡੀ ਮਾਤਾ ਹੈਗੇ ਉਹ ਕੈਨੇਡੀਅਨ ਸਿਟੀਜ਼ਨ ਹੈ, ਉਹ ਬਿਲਕੁਲ ਐਗਜ਼ੈਂਪਟ ਨੇ ਜੀ ਆਉਣ ਲਈ। ਤੇ ਉਹਨਾਂ ਲਈ ਤੁਸੀਂ ਮੈਡਵੈਕ ਜਾਂ 에ਅਰ ਐਂਬੂਲੈਂਸ ਦਾ ਜਿਹੜਾ ਪ੍ਰਬੰਧ ਹੈ ਉਹ ਕਰ ਸਕਦੇ ਹੈਗੇ ਹੋ। ਤੇ ਸਰਕਾਰ ਨੇ ਉਹਦੇ ਤੇ ਕੁਝ ਜਿਹੜੀਆਂ ਤੁਹਾਨੂੰ ਮਾਲੀ ਮਦਦ ਵੀ ਜਿਹੜੀ ਪ੍ਰੋਵਾਈਡ ਕੀਤੀ ਜਾ ਸਕਦੀ ਹੈ। ਜੇ ਮੈਂ ਗਲਤ ਨਹੀਂ ਹੈਗਾ ਉਹ $5000 ਤੱਕ ਤੁਹਾਡੀ ਮਦਦ ਤੁਹਾਨੂੰ ਉੱਥੋਂ ਐਕਸਟ੍ਰੈਕਟ ਕਰਨ ਲਈ ਕਰ ਸਕਦੇ ਨੇ। ਸੋ ਤੁਸੀਂ ਇਹ ਮਾਮਲੇ ਲਈ ਜਿਹੜਾ ਗਲੋਬਲ ਅਫੇਅਰਸ ਕੈਨੇਡਾ ਹੈਗਾ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਤੇ ਉੱਥੇ ਤੁਸੀਂ ਆਪਣੀ ਸਿਚੁਏਸ਼ਨ ਉਹਦੇ ਨਾਲ ਸਾਂਝੀ ਕਰ ਸਕਦੇ ਆ ਤੇ ਫਿਰ ਉਹ ਤੁਹਾਡੀ ਕੋਈ ਨਾ ਕੋਈ ਮਦਦ ਕਰ ਸਕਦੇ ਨੇ, ਕਿਉਂਕਿ ਉਹ ਕੈਨੇਡੀਅਨ ਸਿਟੀਜ਼ਨ ਹੈਗੇ ਨੇ। ਕੈਨੇਡੀਅਨ ਸਿਟੀਜ਼ਨ ਨੂੰ ਵਾਪਸ ਕੈਨੇਡਾ ਲੈ ਕੇ ਆਉਣਾ ਕੈਨੇਡੀਅਨ ਸਰਕਾਰ ਦੀ ਜ਼ਿੰਮੇਵਾਰੀ ਹੈ, ਪਰ ਤੁਹਾਨੂੰ ਆਪਣਾ ਜਿਹੜਾ ਕੇਸ ਹੈ ਉਹ ਗਲੋਬਲ ਅਫੇਅਰਸ ਕੈਨੇਡਾ ਤੱਕ ਪਹੁੰਚਾਉਣਾ ਪਊਗਾ। ਤੇ ਇਹਨਾਂ ਕੇਸਿਸ ਦੇ ਵਿੱਚੋਂ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਤਰਨ
ਕਿ ਜਦੋਂ ਵੀ ਕੋਈ ਕੈਨੇਡੀਅਨ ਸਿਟੀਜ਼ਨ ਜਾਂਦਾ ਕੈਨੇਡਾ ਤੋਂ ਬਾਹਰ, ਤਾਂ ਜਿਹੜੇ ਵੀ ਮੁਲਕ 'ਚ ਜਾਵੇ ਉਹ ਗਲੋਬਲ ਅਫੇਅਰਸ ਕੈਨੇਡਾ ਨੂੰ ਜ਼ਰੂਰ ਰਜਿਸਟਰ ਕਰਾਵੇ ਜੀ। ਜਿੰਨਾ ਚਿਰ ਉਹ ਰਜਿਸਟ੍ਰੇਸ਼ਨ ਨਹੀਂ ਹੁੰਦੀ ਤਾਂ ਐਕਚੁਅਲੀ ਕੈਨੇਡੀਅਨ ਗਵਰਨਮੈਂਟ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਹਨਾਂ ਦੇ ਕਿੰਨੇ ਬੰਦੇ ਉਸ ਮੁਲਕ 'ਚ ਰਹਿ ਰਹੇ ਨੇ ਉਸ ਵੇਲੇ, ਤੇ ਉਹਨਾਂ ਨੂੰ ਮੈਸੇਜ ਭੇਜਣਾ ਵੀ ਜੇ ਕੋਈ ਕਲੈਮਿਟੀ ਹੋਵੇ, ਕੋਈ ਵੀ ਸਿਚੁਏਸ਼ਨ ਹੈ ਤਾਂ ਮੁਸ਼ਕਿਲ ਹੋ ਜਾਂਦਾ। ਤਾਂ ਮਾਤਾ ਜੀ ਨੂੰ ਸਭ ਤੋਂ ਪਹਿਲਾਂ ਗਲੋਬਲ ਅਫੇਅਰਸ ਕੈਨੇਡਾ ਨਾਲ ਰਜਿਸਟਰ ਜ਼ਰੂਰ ਕਰ ਦਿਓ, ਤੇ ਉਸ ਤੋਂ ਬਾਅਦ ਉਹਨਾਂ ਨੂੰ ਜੇ ਤੁਸੀਂ ਗਲੋਬਲ ਅਫੇਅਰਸ ਕੈਨੇਡਾ ਨਾਲ ਗੱਲ ਕਰ ਸਕਦੇ ਹੋ। ਤੇ ਦੂਜਾ ਉਹਨਾਂ ਨੇ ਆਖਿਆ ਸੀਗਾ ਕਿ ਉਹਨਾਂ ਦਾ ਵੀਜ਼ਾ ਵੀ ਇੰਡੀਆ ਦਾ ਐਕਸਪਾਇਰ ਹੋ ਰਿਹਾ, ਉਹਦੇ ਲਈ ਕਿਉਂਕਿ ਮੈਂ ਬਹੁਤ ਸਾਰੇ ਕਲਾਇੰਟਸ ਦੀ ਪਹਿਲਾਂ ਵੀ ਮਦਦ ਕੀਤੀ ਹੈਗੀ ਆ ਮਾਮਲੇ ਦੇ ਵਿੱਚੋਂ, ਹਰੇਕ ਜ਼ਿਲ੍ਹੇ ਦੇ ਵਿੱਚ ਜਿਹੜਾ SSP ਦਫ਼ਤਰ ਹੈ ਉਹਦੇ ਵਿੱਚ ਇੱਕ ਆਫਿਸ ਹੈਗਾ ਜਿਹਨੂੰ FRO ਕਿਹਾ ਜਾਂਦਾ, ਫੋਰਨਰਸ ਰਜਿਸਟ੍ਰੇਸ਼ਨ ਆਫਿਸ। ਉੱਥੇ ਜਾ ਕੇ ਤੁਸੀਂ ਉਹਨਾਂ ਨੂੰ ਦੱਸੋ ਕਿ ਇਹਨਾਂ ਦਾ ਵੀਜ਼ਾ ਇੰਨਾ ਸੀ, ਇਹ ਹਾਲੇ ਇਹਨਾਂ ਦੀ ਜਾਣ ਦੀ ਜਿਹੜੀ ਕੋਈ ਕਾਰਵਾਈ ਨਹੀਂ ਹੋ ਰਹੀ ਹੈਗੀ, ਤਾਂ ਤੁਹਾਨੂੰ ਇੱਕ ਨਵਾਂ ਪਰਚਾ ਦੇ ਦੇਣਗੇ, ਤੁਹਾਡੇ ਵੀਜ਼ੇ ਨੂੰ ਐਕਸਟੈਂਡ ਹੈ ਜਿਹੜਾ ਉਹ ਕਰ ਦੇਣਗੇ ਜੀ। ਉਹ ਜ਼ਿੰਮੇਵਾਰੀ ਤੁਹਾਡੀ ਆਪਣੀ ਹੈ, ਪਰ ਤੁਸੀਂ ਫੋਰਨ ਅਫੇਅਰਸ ਕੈਨੇਡਾ ਨਾਲ ਜਿਹੜਾ ਕੰਟੈਕਟ ਕਰੋ, ਜ਼ਰੂਰ ਮਾਤਾ ਜੀ ਨੂੰ ਲਿਆਉਣ 'ਚ ਕੋਈ ਨਾ ਕੋਈ ਮਦਦ ਕਰ ਸਕਦੇ ਹੋ। ਬਿਲਕੁਲ ਜੀ। ਇਸ ਤੋਂ ਬਾਅਦ ਸੀ ਕੈਲਗਰੀ ਤੋਂ ਕਾਲ ਸੀ, ਉਹਨਾਂ ਦਾ ਕਹਿਣਾ ਸੀ ਕਿ PR ਦੀਆਂ ਫਾਈਲਸ ਨੂੰ ਕਿੰਨਾ ਟਾਈਮ ਲੱਗਦਾ PNP ਤੋਂ ਬਾਅਦ ਸਪੈਸ਼ਲੀ? ਹਾਂਜੀ, ਸੋ ਟਾਈਮ ਦੇ ਉੱਤੇ ਹਾਲੇ ਕੋਈ ਵੀ ਇਹੋ ਜਿਹਾ ਕ੍ਰਾਈਟੇਰੀਆ ਨਹੀਂ ਹੈਗਾ ਜੀ। ਜਿਵੇਂ ਮੈਂ ਪਹਿਲਾਂ ਆਪ ਜੀ ਨੂੰ ਦੱਸਿਆ ਸੀ ਕਿ ਜਿਹੜੇ ਵਿਜ਼ਿਟਰ ਜਾਂ ਸਟੂਡੈਂਟ ਵਰਕਰ ਐਕਸਟੈਂਸ਼ਨ ਨੇ ਉੱਤੇ 7 ਮਹੀਨੇ 3 ਦਿਨ ਦਾ ਟਾਈਮ ਲੱਗ ਰਿਹਾ, ਉਹ ਮੈਂ ਆਪਣੀਆਂ ਫਾਈਲਾਂ ਦੇ ਉੱਤੇ ਕੈਲਕੂਲੇਸ਼ਨ ਕੀਤਾ ਸੀਗਾ। ਤੋ ਜਿਹੜੀਆਂ ਫਾਈਲਾਂ ਕਦੋਂ ਲੱਗੀਆਂ, ਉਹਨਾਂ ਨੂੰ ਕਦੋਂ ਡਿਸੀਜਨ ਹੋਇਆ, ਉਸ ਹਿਸਾਬ ਨਾਲ ਟਾਈਮ ਦੇਖਿਆ ਕਿ ਉਹ ਕਦੋਂ ਅਪਲਾਈ ਕੀਤੀਆਂ ਗਈਆਂ ਸੀਗੀਆਂ। ਉਹ ਜਨਵਰੀ ਦੇ ਨੇੜੇ ਤੇੜੇ ਅਪਲਾਈ ਕੀਤੀਆਂ ਨੇ, ਹੁਣ ਫੈਸਲਾ ਹੋਇਆ, ਸੋ ਉਹਨੇ ਦਿਨ ਲੱਗੇ ਨੇ। ਸੋ ਜਿਹੜੀਆਂ ਉਹਨਾਂ ਤੋਂ ਬਾਅਦ ਵਾਲੀਆਂ ਨੇ ਉਹਨਾਂ ਦੇ ਫੈਸਲੇ ਕਿੰਨੇ ਹੋਏ ਨੇ, ਉਹ ਇੱਕ ਅੰਦਾਜ਼ਾ ਲਾਇਆ ਸੀਗਾ। ਸੋ ਪਰ ਕੋਈ ਕ੍ਰਾਈਟੇਰੀਆ ਨਹੀਂ ਹੈਗਾ। ਤੇ ਦੂਜਾ, ਹਾਂਜੀ, ਫਾਈਲਸ ਪ੍ਰੋਸੈਸ ਹੋ ਰਹੀਆਂ ਨੇ, ਬਿਲਕੁਲ ਹੋ ਰਹੀਆਂ ਹੈਗੀਆਂ ਨੇ। ਤੇ ਇੱਕ ਹੋਰ ਵੀ ਐਗਜ਼ੈਂਪਸ਼ਨ ਜਿਹੜਾ ਕੀਤਾ ਗਿਆ ਉਹ ਹੈਗਾ, ਜੇ ਤੁਸੀਂ ਤੁਹਾਡੀ ਫਾਈਲ ਪ੍ਰੋਸੈਸ ਹੋ ਜਾਂਦੀ ਹੈ ਤਾਂ ਤੁਹਾਨੂੰ ਲੈਂਡ ਵੀ ਆਨਲਾਈਨ ਹੀ ਕਰ ਦਿੱਤਾ ਜਾਂਦਾ, ਪਰਸਨਲ ਇੰਟਰਵਿਊ ਦੀ ਜ਼ਰੂਰਤ ਨਹੀਂ ਪੈਂਦੀ। ਤੁਹਾਨੂੰ ਇੱਕ ਈਮੇਲ ਭੇਜ ਦਿੱਤੀ ਜਾਂਦੀ ਹੈ ਜਿਹੜੀ ਕਿ ਤੁਹਾਡੇ PR ਲੈਂਡਿੰਗ ਡਾਕੂਮੈਂਟ ਦੇ ਬਰਾਬਰ ਹੀ ਉਹਦਾ ਵੇਟ ਹੁੰਦਾ ਜੀ। ਬਿਲਕੁਲ। ਨੈਕਸਟ ਕੁਐਸਚਨ ਸੀ ਕਿ ਵਿਜ਼ਟਰ ਵੀਜ਼ਾ ਦੇ ਲਈ ਉਹਨਾਂ ਦਾ ਕਹਿਣਾ ਸੀਗਾ ਕਿ ਜੌਬ ਲੈਟਰ ਜੇ ਤੁਸੀਂ ਪ੍ਰੋਵਾਈਡ ਕਰਵਾ ਸਕੋ। ਸੋ ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਸਵਾਲ ਦੇ ਵਿੱਚੋਂ 2 ਹਿੱਸੇ ਸੀਗੇ। ਪਹਿਲਾ ਜਵਾਬ ਸੀ ਕਿ ਜੌਬ ਲੈਟਰ ਦੇ ਕਰਕੇ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਮਿਲ ਜੂਗਾ, ਬਿਲਕੁਲ ਨਹੀਂ ਜੀ। ਸੋ ਇੱਥੇ ਸਮਝਣ ਦੀ ਖਾਸ ਲੋੜ ਹੈ। 2 ਕਿਸਮ ਦਾ ਵਰਕ ਪਰਮਿਟ ਹੁੰਦਾ। ਇੱਕ ਵਰਕ ਪਰਮਿਟ ਹੁੰਦਾ ਹੈ ਇੰਪਲੋਇਰ ਸਪੈਸਿਫਿਕ, ਜਿਹਨੂੰ LMIA ਬੇਸਡ ਕਹਿੰਦੇ ਆ। ਇੱਕ ਹੁੰਦਾ LMIA ਐਗਜ਼ੈਂਪਟ। ਸੋ LMIA ਐਗਜ਼ੈਂਪਟ ਬਹੁਤ ਸਾਰੀਆਂ ਕੈਟਾਗਰੀਜ਼ ਹੈਗੀਆਂ ਜਿਹੜੀਆਂ LMIA ਐਗਜ਼ੈਂਪਟ ਨੇ ਹੈਗੀਆਂ, ਜਿਨ੍ਹਾਂ ਨੂੰ LMIA ਦੀ ਜ਼ਰੂਰਤ ਨਹੀਂ ਪੈਂਦੀ ਹੈਗੀ। ਉਹਦੇ ਵਿੱਚੋਂ ਤੁਹਾਡਾ ਜੇ ਇੰਪਲੋਇਰ ਤੁਹਾਨੂੰ ਜੌਬ ਆਫਰ ਦਿੰਦਾ, ਫਿਰ ਤੁਸੀਂ ਅਪਲਾਈ ਕਰ ਸਕਦੇ ਹੋ। ਪਰ ਮੈਜੋਰਿਟੀ ਜਿਹੜੀਆਂ ਐਪਲੀਕੇਸ਼ਨਸ ਨੇ ਉਹ LMIA ਸਪੈਸਿਫਿਕ ਹੀ ਹੈਗੀਆਂ ਨੇ। ਤੇ ਦੂਜਾ, ਕੀ ਅਸੀਂ ਜੌਬ ਲੈਟਰ ਪ੍ਰੋਵਾਈਡ ਕਰ ਸਕਦੇ ਹਾਂ? ਅਸੀਂ ਤਾਂ ਨਹੀਂ ਕਰ ਸਕਦੇ ਜੀ, ਪਰ ਸਾਨੂੰ ਬਹੁਤ ਇੰਪਲੋਇਰ ਨੇ ਜਿਹੜੇ ਉਹ ਕੰਟੈਕਟ ਕਰਦੇ ਰਹਿੰਦੇ ਹੈਗੇ ਆ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡੇ ਆਫਿਸ ਦੇ ਵਿੱਚੋਂ ਜਿਹੜੇ ਲੋਕ ਨੇ ਉਹ ਆਉਂਦੇ ਨੇ, ਚਾਹੇ ਸਟੂਡੈਂਟ ਨੇ, ਚਾਹੇ ਵਰਕਰਸ ਨੇ, ਵਿਜ਼ਟਰਸ ਨੇ, ਪਰਮਨੈਂਟ ਨੇ। ਸੋ ਸਾਡੇ ਕੋਲ ਇੱਕ ਡਾਟਾਬੇਸ ਪੂਲ ਹੁੰਦਾ, ਸੋ ਸਾਨੂੰ ਪੁੱਛਦੇ ਰਹਿੰਦੇ ਨੇ ਕਿਸੇ ਨੂੰ ਨੌਕਰੀ ਦੀ ਜ਼ਰੂਰਤ ਹੈ ਤਾਂ ਅਸੀਂ ਦੇ ਸਕਦੇ ਹਾਂ। ਜਿਵੇਂ ਮੈਂ ਪਹਿਲਾਂ ਗੱਲ ਕੀਤੀ ਸੀਗੀ, ਸੋ ਇੱਕ ਇੰਪਲੋਇਰ ਨੇ ਪ੍ਰਿੰਸ ਐਡਵਰਡ ਆਈਲੈਂਡ ਤੋਂ ਕੰਟੈਕਟ ਕੀਤਾ ਹੈਗਾ। ਉਹਦੇ ਕੋਲ ਬਹੁਤ ਸਾਰੀਆਂ ਪੋਜੀਸ਼ਨਸ ਅਵੇਲੇਬਲ ਨੇ ਫਾਰਮ ਵਰਕਰਸ ਲਈ ਵੀ ਤੇ ਫਾਰਮ ਸੁਪਰਵਾਈਜ਼ਰਸ ਲਈ ਵੀ। ਸੋ ਜੇ ਕੋਈ ਉੱਥੇ ਫਾਇਦਾ ਇਹ ਵੀ ਹੈਗਾ, ਜੇ ਤੁਸੀਂ ਫਾਰਮ ਵਰਕਰ ਵੀ ਕੰਮ ਕਰਦੇ ਹੋ ਪ੍ਰਿੰਸ ਐਡਵਰਡ ਆਈਲੈਂਡ ਦੇ ਵਿੱਚੋਂ, ਤਾਂ ਵੀ ਤੁਹਾਡੀ ਨੋਮੀਨੇਸ਼ਨ ਹੈ ਜਿਹੜੀ ਹੋ ਸਕਦੀ ਹੈ। ਸੋ ਮੈਂ ਕਾਲਰ ਨੂੰ ਰਿਕੁਐਸਟ ਕਰੂੰਗਾ ਸਾਡੇ ਆਫਿਸ ਕਾਲ ਕਰ ਲੈਣ ਜੀ। ਜੋ ਇੰਪਲੋਇਰ ਉਹਨਾਂ ਨੂੰ ਹਾਇਰ ਕਰਨ ਨੂੰ ਤਿਆਰ ਹੈ ਤਾਂ ਜ਼ਰੂਰ ਉਹਨਾਂ ਦੀ ਵਰਕ ਪਰਮਿਟ ਹੋ ਸਕਦੀ ਹੈ। ਬਿਲਕੁਲ ਜੀ। ਤੇ ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਲਗਭਗ ਸਾਰੇ ਸਵਾਲਾਂ ਦੇ ਜਵਾਬ ਆਪਾਂ ਦੇ ਦਿੱਤੇ ਨੇ। ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ? ਜਿਵੇਂ ਆਪਾਂ ਹੁਣੇ ਐਸੇ ਪਾਰਟਿਕੂਲਰ ਜਿਹੜੀ ਕਾਲ ਸੀ ਉਹਦੇ ਤੇ ਗੱਲ ਕਰੀਏ, ਸੋ ਕਦੇ ਵੀ ਤੁਸੀਂ ਕੋਈ ਗੱਲ ਸੁਣ ਕੇ ਡਿਸੀਜਨ ਹੈ ਉਹ ਨਾ ਕਨਕਲੂਜਨ ਨਾ ਬਿਲਡ ਕਰੋ। ਜਦੋਂ ਆਪਾਂ ਇੱਥੇ ਜਨਰਲ ਡਿਸਕਸ਼ਨ ਕਰਦੇ ਹਾਂ ਜਾਂ ਕਾਲਸ ਦੇ ਆਨਸਰ ਕਰਦੇ ਹਾਂ, ਉਹ ਕਈ ਵਾਰੀ ਬਹੁਤ ਕੇਸ ਸਪੈਸਿਫਿਕ ਹੁੰਦੀਆਂ, ਕਈ ਵਾਰੀ ਬਹੁਤ ਜਨਰਲ ਹੁੰਦੀਆਂ ਨੇ, ਪਰ ਤੁਸੀਂ ਉਹ ਫੈਸਲਾ ਖੁਦ ਨਾ ਕਰੋ ਕਿ ਮੇਰੇ ਤੇ ਵੀ ਲਾਗੂ ਹੁੰਦਾ। ਤੁਸੀਂ ਆਲਵੇਜ਼ ਆ ਕੇ ਸਲਾਹ ਹੈ ਜਿਹੜੀ ਉਹ ਜ਼ਰੂਰ ਕਰੋ, ਕਿਉਂਕਿ ਸਲਾਹ ਮਸ਼ਵਰੇ ਦੇ ਕੋਈ ਵੀ ਚਾਰजेस ਨਹੀਂ ਲਏ ਜਾਂਦੇ ਹੈਗੇ ਜੀ। ਤੋ ਜੇ ਤੁਹਾਡਾ ਕੋਈ ਸਵਾਲ ਹੁੰਦਾ ਸਾਡੇ ਆਫਿਸ ਨੂੰ ਜ਼ਰੂਰ ਕਾਲ ਕਰ ਸਕਦੇ। ਬਿਲਕੁਲ। ਬਹੁਤ ਬਹੁਤ ਸ਼ੁਕਰੀਆ ਜੀ ਜਾਣਕਾਰੀ ਦੇਣ ਲਈ ਸਾਨੂੰ। ਤੇ ਸਾਡੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਪ੍ਰੋਗਰਾਮ 'ਚ ਸਵਾਲ ਵੀ ਕਰਦੇ ਹੋ ਤੇ ਉਮੀਦ ਕਰਦੇ ਹਾਂ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲਦੇ ਵੀ ਹੋਣਗੇ। ਅੱਜ ਕਈ ਕਾਲਸ ਜਿਹੜੀਆਂ ਅਸੀਂ ਅਟੈਂਡ ਨਹੀਂ ਕਰ ਪਾਏ, ਉਹਦੇ ਲਈ ਅਸੀਂ ਮੁਆਫੀ ਮੰਗਦੇ ਹਾਂ। ਕੋਈ ਵੀ ਇਮੀਗ੍ਰੇਸ਼ਨ ਸੰਬੰਧੀ ਤੁਹਾਡਾ ਕੋਈ ਸਵਾਲ ਹੈਗਾ, ਤੁਸੀਂ ਇੱਕ ਵਾਰੀ ਗੁਰਪ੍ਰੀਤ ਖਹਿਰਾ ਜੀ ਨੂੰ ਕਾਲ ਕਰਕੇ ਜ਼ਰੂਰ ਪੁੱਛ ਸਕਦੇ ਹੋ। ਇਹਨਾਂ ਦੇ ਆਫਿਸਿਸ ਵਿੱਚ ਕਾਲ ਕਰੋ ਤੇ ਤੁਹਾਡੀ ਅਪਾਇੰਟਮੈਂਟ ਬਣਾ ਦੇਣਗੇ। ਸੋ ਤੁਸੀਂ ਕਿਸੇ ਵੀ ਟਾਈਮ ਉਹਨਾਂ ਨੂੰ ਕਾਲ ਕਰਕੇ ਅਪਾਇੰਟਮੈਂਟ ਬਣਾ ਕੇ ਆਪਣੇ ਅੱਗੇ ਡਿਟੇਲ ਦੇ ਵਿੱਚ ਆਪਣੇ ਪ੍ਰੋਸੈਸ ਦੇ ਬਾਰੇ ਜਾਣਕਾਰੀ ਹਾਸਲ ਕਰ ਸਕਦੇ ਹੋ। ਅਪੀਲਸ ਵਿੱਚ ਵੀ ਉਹਨਾਂ ਦੀ ਖਾਸ ਮਹਾਰਤ ਹੈਗੀ ਹੈ। ਸੋ ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। ਤੇ ਦਰਸ਼ਕਾਂ ਨੂੰ ਇੱਕ ਰਿਕੁਐਸਟ ਜ਼ਰੂਰ ਹੈ,
ਜਿਹੜਾ ਵੀ ਅਸੀਂ WhatsApp ਨੰਬਰ ਇਸ ਵੇਲੇ ਫਿਲਹਾਲ ਪ੍ਰੋਵਾਈਡ ਕਰਵਾਇਆ ਇਹ ਸਿਰਫ ਉਹਨਾਂ ਦਰਸ਼ਕਾਂ ਲਈ ਹੈ ਜਿਹੜੇ ਆਊਟਸਾਈਡ ਕੈਨੇਡਾ ਨੇ। ਇਸ ਵਕਤ ਦੂਸਰੇ ਨੰਬਰ ਦੇ ਉੱਤੇ ਕਾਲ ਨਹੀਂ ਕਰ ਸਕਦੇ, ਚਾਹੇ ਇਟਲੀ ਤੋਂ ਹੋਣ, ਚਾਹੇ ਉਹ ਇੰਡੀਆ ਤੋਂ ਹੋਣ, ਪਾਕਿਸਤਾਨ ਤੋਂ ਹੋਣ, ਦੁਬਈ ਤੋਂ ਹੋਣ। ਸੋ ਉਹਨਾਂ ਲਈ ਸਪੈਸ਼ਲੀ ਇਹ ਨੰਬਰ ਪ੍ਰੋਵਾਈਡ ਕਰਵਾਇਆ ਗਿਆ। ਪਲੀਜ਼ ਜੇ ਤੁਸੀਂ ਕੈਨੇਡਾ ਦੇ ਵਿੱਚੋਂ ਤਾਂ ਤੁਸੀਂ ਦੂਸਰੇ ਨੰਬਰ ਤੇ ਹੀ ਕਾਲ ਕਰਿਓ। ਫਿਲਹਾਲ ਪ੍ਰੋਗਰਾਮ ਦੇਖਣ ਲਈ ਬਹੁਤ ਬਹੁਤ ਧੰਨਵਾਦ। 6 ਤੋਂ ਲੈ ਕੇ 7 ਵਜੇ ਤੱਕ ਫਿਰ ਹਾਜ਼ਰ ਹੋਵਾਂਗੇ ਨਿਊਜ਼ ਐਂਡ ਵਿਊਜ਼ ਲੈ ਕੇ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ। CWC Immigration is one of the largest